स्वामी जी, राधा स्वामी। हाँ जी, शुरू करो। बाणी गुरु ग्रंथ साहिब जी महाराज सोही महला चौथा। कोई आण मिलावे मेरा प्रीतम प्यारा, हो तिस पे आप विचाई। कोई आण मिलावे मेरा प्रीतम प्यारा, हों तिस पे आप विचाई। ਰਾਧਾ स्वामी जी, राधा स्वामी। ਅੱਜ ਦੇ ਬਚਨ ਦੇ ਵਿੱਚ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਗੁਰਭਗਤੀ ਦਾ ਸੰਦੇਸ਼ ਦੇ ਰਹੇ ਨੇ। ਜਿਸ ਤਰ੍ਹਾਂ ਉਹਨਾਂ ਨੇ ਆਪ ਉਸ ਭਗਤੀ ਨੂੰ ਕਮਾਇਆ ਹੁੰਦਾ ਹੈ, ਗੁਰੂ ਦੀ ਸੇਵਾ ਕਰਕੇ, ਗੁਰੂ ਨੂੰ ਰਿਝਾ ਕੇ, ਔਰ ਜੋ ਵੀ ਉਸ ਰਸਤੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਦੇ ਇਸ ਬਚਨ ਦੇ ਵਿੱਚ ਉਸ ਗੁਰਭਗਤੀ ਦਾ ਜਿਹੜਾ ਗਿਆਨ ਸਾਨੂੰ ਮਿਲੇਗਾ, ਜਿਸ ਨੂੰ ਹਰ ਇੱਕ ਜਿਹੜਾ ਗੁਰਸਿੱਖ ਜਿਹੜਾ ਹੈ ਉਹ ਕਰਨਾ ਚਾਹੁੰਦਾ ਹੈ। ਪਰ ਜਿਸ ਤਰ੍ਹਾਂ ਕਿਹਾ ਕਿ ਜਿਹੜਾ ਗੁਰਸਿੱਖ ਹੋਏਗਾ, ਜਿਹੜਾ ਗੁਰਸਿੱਖ ਉਸ ਗੁਰਭਗਤੀ ਦਾ ਚਾਹਵਾਨ ਹੋਏਗਾ, ਉਸ ਨੂੰ ਅੱਜ ਦੇ ਇਸ ਬਚਨ ਤੋਂ ਬਹੁਤ ਫਾਇਦਾ ਮਿਲੇਗਾ ਭਗਤੀ ਵਿੱਚ ਅੱਗੇ ਵਧਣ ਵਾਸਤੇ। ਔਰ ਸਤਿਗੁਰਾਂ ਦੀ ਦਇਆ ਕਿਰਪਾ ਦਾ ਪਤਾ ਚੱਲੇਗਾ ਕਿ ਸਤਿਗੁਰ ਕਿਸ ਤਰ੍ਹਾਂ ਸਾਡੇ ਜਿਹੜੇ ਆ ਕਲਕਲੇਸ਼ ਜਿਹੜੇ ਨੇ ਮਿਟਾਉਂਦੇ ਨੇ, ਕਿਸ ਤਰੀਕੇ ਦੇ ਨਾਲ ਆਪਣੇ ਸਿੱਖ ਨੂੰ ਆਪਣੇ ਨਾਲ ਹੀ ਮਿਲਾ ਲੈਂਦੇ ਨੇ। ਪਰ ਜਿਸ ਤਰ੍ਹਾਂ ਹਮੇਸ਼ਾ ਬੇਨਤੀ ਇੱਕ ਕਰਦਾ ਹੈ ਕਿ ਜਦੋਂ ਵੀ ਸਤਸੰਗ ਦੇ ਵਿੱਚ ਅਸੀਂ ਬੈਠੀਏ, ਸਤਿਗੁਰਾਂ ਦੀ ਕੋਈ ਵਚਨ ਸੁਣਦੇ ਹੋਈਏ, ਤੇ ਬੜਾ ਅਲਰਟ ਹੋ ਕੇ ਸਤਿਗੁਰਾਂ ਦੇ ਵਚਨ ਨੂੰ ਸੁਣੀਏ। ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਰੁਕਾਵਟਾਂ ਜਿਸ ਤਰ੍ਹਾਂ ਆਉਂਦੀਆਂ ਨੇ ਸਿੱਖ ਦੇ ਜੀਵਨ ਦੇ ਵਿੱਚ, ਪਰ ਜਿਸ ਤਰ੍ਹਾਂ ਸਤਸੰਗ ਸੁਣਦਿਆਂ, ਸਿਮਰਨ ਕਰਦਿਆਂ, ਭਜਨ ਕਰਦਿਆਂ ਜਿਹੜੀ ਪਹਿਲੀ ਰੁਕਾਵਟ ਜਿਹੜੀ ਆਉਂਦੀ ਹੈ ਉਹ ਆਉਂਦੀ ਨੀਂਦ ਦੀ। ਔਰ ਉਹਦੇ ਵਾਸਤੇ ਸਤਿਗੁਰਾਂ ਨੇ ਯਤਨ ਦੱਸੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਚੀਜ਼ ਤੋਂ ਅਸੀਂ ਬਚ ਸਕਦੇ ਹਾਂ। ਪਹਿਲਾਂ ਤਾਂ ਸਾਡੀ ਇਕਾਗਰਤਾ, ਧਿਆਨ ਜਿਹੜਾ ਹੈ ਕਿ ਉਹਨੂੰ ਬਣਾ ਕੇ ਰੱਖੀਏ। ਜਿਹੜੇ ਵੀ ਇਸ ਤਰ੍ਹਾਂ ਵਚਨ ਜਿਹੜੇ ਸਤਿਗੁਰਾਂ ਦੇ ਆਉਂਦੇ ਨੇ, ਇੱਕ ਇੱਕ ਵਚਨ ਨੂੰ ਸੁਣਨ ਦੀ ਕੋਸ਼ਿਸ਼ ਕਰੀਏ, ਜਿਸ ਤਰ੍ਹਾਂ ਕਿਸੇ ਚੀਜ਼ ਦਾ ਪਿੱਛਾ ਕਰੀਦਾ ਹੈ। ਇਸ ਤਰ੍ਹਾਂ ਜਦੋਂ ਉਸ ਚੀਜ਼ ਦਾ ਪਿੱਛਾ ਕਰਦੇ ਹਾਂ ਅਸੀਂ ਕਿ ਕੀ ਅੱਗੇ ਹੋਰ ਕੀ ਹੈ, ਹੋਰ ਕੀ ਇਸ ਤੋਂ ਅੱਗੇ ਵਧੀਆ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ, ਕੀ ਸਾਨੂੰ ਫਾਇਦੇ ਵਾਲੀ ਚੀਜ਼ ਮਿਲ ਰਹੀ ਹੈ, ਅਤੇ ਉਦੋਂ ਅਸੀਂ ਬਹੁਤ ਅਲਰਟ ਹੋ ਕੇ ਅਸੀਂ ਸੁਣਦੇ ਹਾਂ। ਛੋਟੀ ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਹੁੰਦੀਆਂ ਨੇ, ਅਤੇ ਅਸੀਂ ਬੜੇ ਹੀ ਧਿਆਨ ਦੇ ਨਾਲ ਉਹਨਾਂ ਨੂੰ ਸੁਣਦੇ ਹਾਂ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਹਾਂ ਵੀ ਇਹ ਸਾਡੇ ਕੰਮ ਦੀਆਂ ਨੇ। ਨਿਊਜ਼ ਚੈਨਲ ਅਸੀਂ ਦੇਖਦੇ ਹਾਂ ਰੋਜ਼, ਅਤੇ ਉਹਦੇ ਉੱਤੇ ਵੀ ਕਿਸ ਤਰ੍ਹਾਂ ਹੁੰਦਾ ਹੈ, ਪਤਾ ਚੱਲਦਾ ਹੈ ਕਿ ਕੀ ਨਿਊਜ਼ ਹੈ, ਕਿਸ ਤਰ੍ਹਾਂ ਦਾ ਅੱਗੇ ਹੁਣ ਸਮਾਚਾਰ ਹੈ, ਕੀ ਵੱਧ ਘੱਟ ਹੋਣ ਵਾਲਾ ਹੈ, ਅਤੇ ਬੜੇ ਅਸੀਂ ਅਲਰਟ ਹੋ ਕੇ ਸੁਣਦੇ ਹਾਂ। ਇਸੇ ਤਰ੍ਹਾਂ ਹੀ ਇਹ ਸਾਡੇ ਜੀਵਨ ਦੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਹੈ। ਜੋ ਸਾਡੇ ਜੀਵਨ 'ਚ ਘਟਦਾ ਹੈ ਉਹਦੇ ਬਾਰੇ ਸਤਿਗੁਰ ਸਾਨੂੰ ਅਲਰਟ ਕਰਦੇ ਨੇ, ਸਮਝਾਉਂਦੇ ਨੇ। ਇਸ ਲਈ ਬੜੇ ਅਲਰਟ ਹੋ ਕੇ, ਔਰ ਇੱਕ ਜਿਸ ਤਰ੍ਹਾਂ ਦੱਸਿਆ ਕਿ ਨੀਂਦ ਦਾ ਜਿਹੜਾ ਬਹੁਤ ਜ਼ੋਰ ਹੁੰਦਾ ਹੈ, ਖਾਸ ਕਰਕੇ ਜਦੋਂ ਸਿੱਖ ਜਿਹੜਾ ਸਿਮਰਨ ਨਾਮ 'ਚ ਬੈਠਦਾ ਹੈ, ਭਜਨ 'ਚ ਬੈਠਦਾ ਹੈ, ਅਤੇ ਉਦੋਂ ਬੈਠਣ ਦੀਆਂ ਮੁਦਰਾ ਚਾਹੇ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ, ਕਈ ਵਾਰੀ ਇਹਦੇ ਬਾਰੇ ਵੀ ਕਾਫੀ ਚਰਚਾ ਹੁੰਦੀ ਹੈ ਕਿ ਕਿਸ ਤਰ੍ਹਾਂ ਸਿਮਰਨ ਕਰਨਾ ਚਾਹੀਦਾ ਹੈ।
बैठ के करना चाहिए है, खलो के करना चाहिए है, चौंकड़ी मार के करना चाहिए है, कुर्सी ते बैठ के कर लेना चाहिए है, बैड ते बैठ के करना चाहिए है। तो हर बार दसीदा है कि ये कोई यदि कोई वड्डी गल नहीं है। गल तो साडी एकाग्रता की है। बाहर दे बैठण की जिहड़ी मुद्रा है उहदे नाल कोई फर्क नहीं पैंदा। उस पर फर्क कदे पैंदा एकाग्रता दे विच। जिस तरह असीं पढ़न वाले बच्चे नूं असीं कह दिंदे आ कि बिस्तरे 'च बैठ के नहीं पढ़िया जाता। ऐसा नहीं है, हर एक ते डिपेंड नहीं करता, पर फिर भी क्योंकि बिस्तरे ते क्यों कहने आ कि बिस्तरा विषय है, नरम बिस्तरा है, हौली हौली करदिआं उत्ते बंदा लत्तां वसारदा जांदा है, हौली हौली लेट जाता है, पता नहीं लगता किहड़े वेले नींद गलबा पा लैंदी है। इसलिए असीं कहने आ कि बई अलर्ट होकर बैठिए, कुर्सी ते बैठ के पढ़िए जां उस तरह होर जो भी साधन ने। इस तरह सत्संग दे विच भी एक पहला जिहड़ा हैगा आ कोशिश करिए कि कहंदे कि जिस तरह पिठ जिहड़ी आ रीढ़ की हड्डी जिहड़ी आ उह सीधी करके बैठिए, सुस्ती घट आएगी। जदों भी थोड़ी जी होण लगे उदों ही कोशिश करिए कि फिर उहनूं सीधी कर लईए। क्योंकि जिस तरह सतगुरू सानूं जदों दसदे ने, वो ढंग दसदे ने सिमरन भजन का, तो इस तरह ही दसदे हैं कि जिस तरह चौंकड़ा मार के तो बिल्कुल पिठ सीधी करके, क्योंकि पिठ सीधी करन दा मतलब कि उहदे नाल रीढ़ की हड्डी जिहड़ी है ਉਹਦੇ ਉੱਤੇ ਹੀ ਸਾਰੇ ਜਿਹੜਾ ਹੈਗਾ ਹੈ ਕਿ ਜਦੋਂ ਅਸੀਂ ਉਹਨੂੰ ਢਿੱਲਿਆਂ ਕਰ ਦਿੰਦੇ ਹਾਂ, ਆਰਾਮ ਅਵਸਥਾ ਦੇ ਵਿੱਚ ਲੈ ਆਉਂਦੇ ਹਾਂ, ਤੇ ਫਿਰ ਉਹ ਜਿਹੜੀ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬਾਕੀ ਅੱਗੇ ਵੀ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਚਾਹੇ ਮੇਨ ਜ਼ਰੂਰੀ ਕੀ ਹੈ ਕਿ ਸਾਡਾ ਧਿਆਨ ਬਣੇ ਉਹ ਸਤਿਗੁਰਾਂ ਦੇ ਬਚਨਾਂ ਵੱਲ, ਇਕਾਗਰਤਾ ਬਣੇ। ਜਿਸ ਤਰੀਕੇ ਦੇ ਨਾਲ ਵੀ ਹਰ ਇੱਕ ਦਾ ਅਲੱਗ-ਅਲੱਗ ਢੰਗ ਹੈ। ਕਿਸੇ ਨੂੰ ਜਿਸ ਤਰ੍ਹਾਂ ਬਾਹਰ ਅੱਜ ਕੱਲ੍ਹ ਦੇ ਬੱਚੇ, ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਜ਼ਿਆਦਾ ਦੇਰ ਨਹੀਂ ਬੈਠਦੀ ਪੁੰਜੇ ਜ਼ਮੀਨ 'ਤੇ, ਚੌਂਕੜਾ ਨਹੀਂ ਕਈਆਂ ਕੋਲ ਵੱਜਦਾ। ਖਾਸ ਕਰਕੇ ਬਾਹਰ ਕਈ ਵਾਰੀ ਦੇਖੀਏ ਤੇ ਜਿਹੜੇ ਬਾਹਰ ਦੀਆਂ ਸੁਵਿਧਾਵਾਂ ਨੇ, ਲੋਕਾਂ ਬਾਹਰ ਜਿਹੜਾ ਫੋਰਨ ਦੇ ਵਿੱਚ ਕਈ ਉੱਥੇ ਤਾਂ ਕਦੀ ਪੁੰਜੇ ਬੈਠੇ ਹੀ ਨਹੀਂ, ਬਹੁਤ ਘੱਟ, ਤੇ ਉਹਨਾਂ ਕੋਲ ਹੁਣ ਬੈਠਾ ਨਹੀਂ ਜਾਂਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਭਜਨ ਸਿਮਰਨ ਕਰ ਨਹੀਂ ਸਕਦੇ। ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਦੀ ਆਪਾਂ ਨੂੰ ਸੁਵਿਧਾ ਉਸ ਤਰ੍ਹਾਂ ਕਰਨਾ ਹੈ। ਪਰ ਜੇ ਅਸੀਂ ਜਿਸ ਤਰੀਕੇ ਨਾਲ ਹੁਣ ਬੈਠੇ ਹਾਂ ਉਹਦੇ ਵਿੱਚ ਇਹ ਧਿਆਨ ਰੱਖੀਏ ਕਿ ਜਿੰਨਾ ਅਸੀਂ ਸਿੱਧੇ ਹੋ ਕੇ ਬੈਠਾਂਗੇ ਓਨਾ ਸਾਡਾ ਜਿਹੜਾ ਆ ਨੀਂਦ ਵਾਲੇ ਪਾਸੇ ਘੱਟ ਜਿਹੜਾ ਖਿਆਲ ਜਾਏਗਾ। ਤੇ ਸਤਿਗੁਰਾਂ ਦੇ ਬਚਨ ਜਿਹੜੇ ਦੱਸ ਰਹੇ ਸੀ ਕਿ ਗੁਰਭਗਤੀ ਦੇ ਉੱਤੇ ਸਾਨੂੰ ਦ੍ਰਿੜਤਾ ਵਾਸਤੇ ਹੈ। ਗੁਰਭਗਤੀ ਜਿਹੜੇ ਵੀ ਚਾਹੁੰਦੇ ਨੇ ਕਿ ਜਿਹੜੇ ਗੁਰਭਗਤੀ ਕਰਨਾ, ਉਹਨਾਂ ਨੂੰ ਸਤਿਗੁਰਾਂ ਨੂੰ ਇਸ ਬਚਨ ਤੋਂ ਬੜਾ ਪਤਾ ਚੱਲੇਗਾ, ਇਹ ਸਾਰੀ ਚੀਜ਼ ਦਾ ਧਿਆਨ ਆਏਗਾ। ਆਪਣੇ ਲਾਗੇ ਬੈਠੇ ਇੱਕ ਆਪਣਾ ਸੇਵਾਦਾਰ ਸੋਨੂੰ ਤੋਂ ਉੱਠ ਬੈਠੇ, ਪਿੱਛੇ ਤੱਕ ਫੇਰਾ ਮਾਰਨਾ, ਬੀਬੀਆਂ ਵਾਲੇ ਵੀ ਸੇਵਾਦਾਰ ਜਿਹੜਾ ਵੀ ਸੁੱਤਾ ਉਹਨੂੰ ਉਠਾਓ, ਉਹਨੂੰ ਜਾ ਕੇ ਧਿਆਨ ਮਾਰੋ ਕੁਛ। ਤੇ ਉਹਨਾਂ ਨੂੰ ਸਤਿਗੁਰਾਂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਅਸੀਂ ਵਸਾਉਣਾ ਸਾਰਿਆਂ ਨੇ। ਕਿਉਂਕਿ ਜਦੋਂ ਤੱਕ ਅਸੀਂ ਆਪਣੇ ਹਿਰਦੇ ਦੇ ਵਿੱਚ ਨਹੀਂ ਉਹਨੂੰ ਵਸਾਉਂਦੇ, ਰੱਖੋ ਫੇਰਾ ਰੱਖੋ ਬੇਟੇ, ਉਦੋਂ ਤੱਕ ਜਦੋਂ ਤੱਕ ਅਸੀਂ ਉਹਨੂੰ ਹਿਰਦੇ 'ਚ ਨਹੀਂ ਵਸਾਉਂਦੇ ਉਦੋਂ ਤੱਕ ਸਾਨੂੰ ਉਹਦਾ ਫਾਇਦਾ ਨਹੀਂ ਮਿਲਦਾ। ਕਿਉਂਕਿ ਉੱਪਰ ਗਾਉਣ ਨਾਲ, ਉੱਪਰ ਸਾਰਾ ਕੁਛ ਕਰਨ ਨਾਲ, ਦਰਸ਼ਨ ਕਰਨ ਨਾਲ ਜਾਂ ਉੱਪਰੋਂ ਕਹਿਣ ਦੇ ਨਾਲ ਕੁਛ ਨਹੀਂ ਹੁੰਦਾ। ਕਿਉਂ स्वामी ने फरमाया कि गुरु को ऊपर गाता, गुरु को दिल भीतर नहीं लाता। कारज तेरा कैसे होवे भाई, गुरु संग ऊपरी प्रीत लगाई। ऊपर का दसिया कि ऊपर गुरु गाई जाने, ऊपर की प्रीत है सानू, इस करके कुछ बनता नहीं कुछ भी। इसलिए जदों तक वो बचन साडे हिरदे दे विच ना असां हिरदे च नहीं समाउणगे उदों तक वो गल नहीं बनती। ਤੇ ਗੁਰਭਗਤੀ ਦੀ ਗੱਲ ਹੋ ਰਹੀ ਹੈ। ਹੁਣ ਗੁਰਭਗਤੀ ਨੂੰ ਅਸੀਂ ਪਹਿਲਾਂ ਸਮਝੀਏ, ਅਸੀਂ ਚਾਹੁੰਦੇ ਤਾਂ ਸਾਰੇ ਹੀ ਹਾਂ ਕਿ ਕਹਿ ਵੀ ਦੇਵਾਂਗੇ ਕਿ ਅਸੀਂ ਗੁਰਭਗਤੀ ਕਰਨਾ ਚਾਹੁੰਦੇ ਹਾਂ, ਪਰ ਪਹਿਲਾਂ ਇਹਦਾ ਵੀ ਪਤਾ ਲੱਗੇ ਕਿ ਗੁਰਭਗਤੀ ਹੁੰਦੀ ਕੀ ਹੈ। ਭਗਤੀ ਕਹਿੰਦੇ ਨੇ ਸਾਰਾ ਸੰਸਾਰ ਕਰ ਰਿਹਾ ਹੈ, ਸਾਰੀ ਦੁਨੀਆ ਭਗਤੀ ਕਰ ਰਹੀ ਹੈ, ਲੇਕਿਨ ਗੁਰਭਗਤੀ ਜਿਹੜੀ ਹੈ ਸਤਿਗੁਰਾਂ ਨੇ ਫਰਮਾਇਆ ਸੀ ਉਹ ਗੁਰੂ ਕਰਵਾਉਂਦਾ ਹੈ। ਭਗਤੀ ਆਪਣੇ ਇੱਕ ਮਨ ਦੀ ਹੁੰਦੀ ਹੈ। ਹਰ ਇੱਕ ਬੰਦਾ ਕੋਈ ਆਪਣੇ ਬੱਚਿਆਂ ਦੀ ਭਗਤੀ 'ਚ ਲੱਗਾ, ਕੋਈ ਮਾਇਆ ਦੀ ਭਗਤੀ 'ਚ ਲੱਗਾ, ਕੋਈ ਕਿਸੇ ਭਗਤੀ 'ਚ ਲੱਗਾ। ਗੁਰਭਗਤੀ ਜਿਹੜੀ ਉਹ ਸਤਿਗੁਰ ਕਰਵਾਉਂਦੇ ਨੇ। ਤੇ ਉਹਨਾਂ ਨੇ ਗੁਰਭਗਤੀ ਦਾ ਕਿਹਾ ਕਿ ਗੁਰਭਗਤੀ ਹੈ ਕੀ ਹੈ।
ਉਹਨੂੰ ਸਮਝਣਾ ਹੈ, ਅਸੀਂ ਕਰਨਾ ਚਾਹੁੰਦੇ ਹਾਂ, ਪਹਿਲਾਂ ਪਤਾ ਲੱਗੇ ਕਿ ਕੀ ਹੈ। ਤੇ ਕਹਿੰਦੇ ਨੇ ਗੁਰ ਭਗਤੀ ਹੈ ਇਸ਼ਕ ਗੁਰੂ ਕਾ। ਸਾਰਾ ਨਿਚੋੜ ਉਹਦੇ ਵਿੱਚ ਹੀ ਆ ਗਿਆ ਕਿ ਗੁਰ ਭਗਤੀ ਹੈ ਇਸ਼ਕ ਗੁਰੂ ਕਾ। ਇਸ਼ਕ ਲਫ਼ਜ਼ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਸ਼ਕ ਕਹਿ ਲਈਏ, ਪ੍ਰੇਮ ਕਹਿ ਲਈਏ, ਭਗਤੀ ਕਹਿ ਲਈਏ, ਇੱਕੋ ਹੀ ਗੱਲ ਹੈ ਸਾਰੀ। ਲੇਕਿਨ ਸਾਡੇ ਹੀ ਭਾਸ਼ਾ ਦੇ ਵਿੱਚ ਦੱਸਿਆ ਕਿ ਇਸ਼ਕ ਕਿਹਨੂੰ, ਜਦੋਂ ਤੱਕ ਇਸ਼ਕ ਨੂੰ ਸਾਡਾ ਗੁਰੂ ਦੇ ਨਾਲ ਨਹੀਂ ਬਣਦਾ, ਉਦੋਂ ਤੱਕ ਸਾਡੀ ਭਗਤੀ ਸ਼ੁਰੂ ਵੀ ਨਹੀਂ ਹੁੰਦੀ। ਕਿਉਂਕਿ ਉਹਦੇ ਤੋਂ ਬਗੈਰ ਇਬਾਦਤ ਦੇ ਵਿੱਚ ਪ੍ਰੇਮ ਨਾ ਹੋਵੇ ਤੇ ਫਿਰ ਉਹ ਇਬਾਦਤ ਕਾਹਦੀ ਹੈ। ਜਿਸ ਇਬਾਦਤ ਦੇ ਵਿੱਚ ਪ੍ਰੇਮ ਹੀ ਨਹੀਂ ਹੈਗਾ ਤੇ ਉਹ ਇਬਾਦਤ ਸੋਚੀਏ ਕਿ ਉਹ ਅੱਗੇ ਚੱਲੇਗੀ ਕਿਤੇ। ਇਬਾਦਤ ਪ੍ਰੇਮ ਦਾ ਹੀ ਨਾਮ ਹੈ। ਅਸੀਂ ਕਹਿ ਦਿੰਦੇ ਹਾਂ ਅਸੀਂ ਇਬਾਦਤ ਕਰ ਰਹੇ ਹਾਂ, ਪਰ ਉਹਦੇ ਵਿੱਚ ਪ੍ਰੇਮ ਨਹੀਂ। ਔਰ ਜਿਸ ਦਿਨ ਪ੍ਰੇਮ ਆ ਗਿਆ ਉਹਦੇ ਵਿੱਚ, ਉਹ ਫਿਰ ਕਦੇ ਨਿਕਲੇਗਾ ਨਹੀਂ। ਕਿਉਂਕਿ ਉਹ ਫਿਰ ਪ੍ਰੇਮ ਉੱਪਰੋਂ ਨਹੀਂ ਹੁੰਦਾ। ਅਸਲੀ ਪ੍ਰੇਮ ਜਿਹੜਾ ਉਹਨੇ ਕਿਹਾ ਕਿ ਪ੍ਰੇਮ ਦਾ ਕਮਾਵਣਾ, ਹੱਡਾਂ ਨੂੰ ਰੋਗ ਲਾਉਣਾ, ਜਿਉਂਦਿਆਂ ਜੀ ਮਰ ਜਾਵਣਾ। ਪ੍ਰੇਮ ਤੇ ਫਿਰ ਜਿਹੜਾ ਹੱਡਾਂ ਤੱਕ ਉਹ ਜਿਹੜਾ ਰਚ ਜਾਂਦਾ ਹੈ, ਉਹ ਫਿਰ ਨਿਕਲਦਾ ਨਹੀਂ। ਔਰ ਪ੍ਰੇਮ ਦੇ ਵਿੱਚ ਜਿਹੜਾ ਇਹ ਤਿਆਗ ਹੁੰਦਾ ਹੈ, ਦੇਣਾ ਹੁੰਦਾ ਹੈ। ਪ੍ਰੇਮ ਦੇ ਵਿੱਚ ਮੰਗਾਂ ਨਹੀਂ ਹੁੰਦੀਆਂ, ਲੈਣਾ ਨਹੀਂ ਹੁੰਦਾ ਕੁਛ ਵੀ। ਇਹ ਸੰਸਾਰੀ ਪ੍ਰੇਮ ਨੇ, ਇਹ ਜਿਹਨੂੰ ਅਸੀਂ ਕਹਿੰਦੇ ਪਿਆਰ ਹੈ, ਇਹ ਪਿਆਰ ਨਹੀਂ, ਇਹ ਵਪਾਰ ਚੱਲਦੇ ਨੇ। ਹਰ ਇੱਕ ਚੀਜ਼ ਦੇ ਵਿੱਚ ਅਸੀਂ ਕੋਈ ਨਾ ਕੋਈ ਸ਼ਰਤ ਰੱਖਦੇ ਹਾਂ ਤੇ ਉਹਨੂੰ ਨਾਮ ਕੀ ਦਿੰਦੇ ਹਾਂ? ਪਿਆਰ ਦਾ। ਅਸੀਂ ਕਹਿੰਦੇ ਅਸੀਂ ਪਿਆਰ ਕਰਦੇ ਹਾਂ ਤਾਂ, ਪਰ ਸਤਿਗੁਰਾਂ ਦੇ ਖਿਆਲ ਦੇ ਵਿੱਚ, ਉਹਨਾਂ ਦੇ ਨਜ਼ਰ ਦੇ ਵਿੱਚ ਇਹ ਪਿਆਰ ਨਹੀਂ ਹੈਗਾ। ਜਿਸ ਤਰ੍ਹਾਂ ਕਈ ਵਾਰੀ ਉਹ ਸੁਣਾਈ ਬੁੱਲੇ ਸ਼ਾਹ ਜੀ ਦੀ, ਕਿਉਂ ਕਹਿੰਦੇ ਕਿ ਜਿੱਥੇ ਪਿਆਰ ਆ ਗਿਆ ਉੱਥੇ ਫਿਰ ਵਿਹਾਰ ਰਹਿ ਹੀ ਨਹੀਂ ਜਾਂਦਾ ਕੋਈ ਵੀ। ਉਹ ਗੁਜਰੀ ਵਾਲੀ ਕਹਾਣੀ ਸੁਣਾਈ ਕਈ ਵਾਰੀ ਕਿ ਗੁਜਰੀ ਕਿਸ ਤਰ੍ਹਾਂ, ਜਿਸ ਤਰ੍ਹਾਂ ਰੋਜ਼ ਹੀ ਦੁੱਧ ਪਾਉਣ ਆਉਂਦੀ ਸੀ ਪਿੰਡ ਦੇ ਵਿੱਚ, ਸਾਰਿਆਂ ਨੂੰ ਦੁੱਧ ਦਿੰਦੀ ਸੀ ਤੇ ਸਤਿਗੁਰੂ ਜਿਸ ਤਰ੍ਹਾਂ ਮਤਲਬ ਹਰ ਥਾਂ ਤੇ ਸਰ ਦੇਖਦੇ ਹੀ ਆ। ਤੇ ਬੁੱਲੇ ਸ਼ਾਹ ਜੀ ਵੀ ਉੱਥੇ ਸੇਵਾ ਕਰਦੇ ਸੀ ਨਾਇਤਾਰੀ ਜੀ, ਉਹਨਾਂ ਵੀ ਦੇਖਦੇ ਕਈ ਵਾਰੀ ਬਾਹਰ ਜਾਣਾ ਪਿੰਡ ਦੇ ਵਿੱਚ ਉਸ ਸੇਵਾ ਵਾਸਤੇ। ਤੇ ਉਹਨਾਂ ਨੇ ਦੇਖਣਾ ਕਿ ਗੁਜਰੀ ਜਿਸ ਤਰ੍ਹਾਂ ਰੋਜ਼ ਦੁੱਧ ਪਾਉਂਦੀ ਹੈ, ਸਭ ਨੂੰ ਇਸ ਤਰ੍ਹਾਂ ਉਹਨਾਂ ਨੇ ਮਿਣ ਕੇ ਲੀਟਰ ਅੱਧਾ ਲੀਟਰ ਜਿੰਨਾ ਵੀ ਦੁੱਧ ਪਾਉਣਾ। ਤੇ ਇੱਕ ਜਗ੍ਹਾ ਤੇ ਆਣ ਕੇ ਉਹਨੇ ਕੋਈ ਮਿਣਤੀ ਨਾ ਕਰਨੀ, ਕੋਈ ਕੁਛ ਨਾ ਕਰਨਾ, ਤੇ ਇਸੇ ਤਰ੍ਹਾਂ ਹੀ ਕੈਨ ਜਿਹੜਾ ਸੀ ਉਹਨੂੰ ਉਲਟਾ ਦੇਣਾ, ਉੱਥੇ ਕੋਈ ਕਚਨ ਕਰਨਾ। ਔਰ ਬਾਕੀਆਂ ਕੋਲ ਰੋਜ਼ ਉਹਨੇ ਪੈਸਿਆਂ ਦੀ ਗੱਲ ਕਰਨਾ, ਹਾਂ ਤੂੰ ਪੈਸੇ ਦਿੱਤੇ ਨਹੀਂ, ਤੇਰੇ ਇੰਨੇ ਰਹਿ ਗਏ, ਤੇਰੇ ਇੰਨੇ ਰਹਿ ਗਏ, ਤੂੰ ਪੈਸੇ ਨਹੀਂ ਦਿੰਦਾ, ਜਾਂ ਇੰਨਾ ਹੋ ਗਿਆ, ਆਹ ਰੇਟ ਹੋ ਗਿਆ। ਉੱਥੇ ਆਣ ਕੇ ਉਹਨੇ ਬੜੀ ਖੁਸ਼ੀ ਦੇ ਨਾਲ ਉਹਨੇ ਸਭ ਕੁਛ ਪਲਟ ਕੇ ਚਲ ਜਾਣਾ। ਉੱਥੇ ਕੋਈ ਉਹਨੇ ਕੋਈ ਪੈਸੇ ਦੀ ਲੜਾਈ ਨਹੀਂ, ਕੋਈ ਕਿਸੇ ਚੀਜ਼ ਦੀ ਨਹੀਂ। ਤੇ ਜਦੋਂ ਉਹਨਾਂ ਨੇ ਬੁੱਲੇ ਸ਼ਾਹ ਇਹਨਾਂ ਨੂੰ ਪੁੱਛਿਆ ਕਿ ਬਈ ਇਹ ਕੀ ਗੱਲ, ਸਾਰਿਆਂ ਨਾਲ ਤੇ ਤੂੰ ਇੰਨਾ ਤੂੰ ਕਰਦੇ ਆ, ਤੇ ਇੱਥੇ ਜਦੋਂ ਐਸ ਕਰਦੇ ਜਦੋਂ ਪਾਉਂਦੀ ਹੈ ਤੇ ਉਦੋਂ ਨਾ ਤੂੰ ਕੋਈ ਮਿਣਤੀ ਕਰਦੀ ਹੈ, ਨਾ ਤੂੰ ਕੋਈ ਪੈਸੇ ਦੀ ਕਦੀ ਇੱਥੇ ਗੱਲ ਕੀਤੀ ਹੈ। ਤੇ ਉਹਨੇ ਉੱਥੇ ਦੱਸਿਆ ਕਿ ਇਹ ਮੇਰਾ ਯਾਰ ਹੈ, ਮੇਰਾ ਪਿਆਰ ਹੈ। ਤੇ ਕਹਿਣ ਲੱਗੀ ਕਿ ਪਿਆਰ ਦੇ ਵਿੱਚ ਜਾਂ ਯਾਰ ਦੇ ਨਾਲ ਵਿਹਾਰ ਨਹੀਂ ਹੁੰਦਾ। ਉੱਥੇ ਕਾਹਦਾ ਵਿਹਾਰ, ਉੱਥੇ ਕਾਹਦੀਆਂ ਚੀਜ਼ਾਂ, ਕੋਈ ਗਿਣਤੀ ਮਿਣਤੀ ਨਹੀਂ ਉੱਥੇ। ਤੇ ਬੁੱਲੇ ਸ਼ਾਹ ਜੀ ਨੂੰ ਉੱਥੋਂ ਜਿਹੜਾ ਸਬਕ ਮਿਲਿਆ, ਉਹਨਾਂ ਨੇ ਉੱਥੇ ਕਿਹਾ ਕਿ ਦੇਖੋ ਇੱਕ ਸੰਸਾਰੀ ਪਿਆਰ ਹੁੰਦੇ ਜਿਹੜਾ ਹੈ ਉਹ ਕਿੰਨਾ ਮਾਇਨਾ ਰੱਖਦਾ ਹੈ, ਕਿਸ ਤਰ੍ਹਾਂ ਇੱਥੇ ਕੋਈ ਕਾਰ ਵਿਹਾਰ ਨਹੀਂ ਉਹ ਕਰਦੀ। ਤੇ ਆਪਣੇ ਆਪ 'ਚ ਉਹਨਾਂ ਨੇ ਦੇਖਿਆ, ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਕਿ ਜਿਹੜਾ ਮੈਨੂੰ, ਜਿਹਨੂੰ ਮੈਂ ਕਹਿੰਦਾ ਹੈ ਮੈਂ ਪਿਆਰ ਕਰਦਾ ਹੈ, ਉਹ ਮੈਨੂੰ ਪਿਆਰ ਕਰਦਾ ਹੈ। ਤੇ ਕਹਿੰਦੇ ਕਿ ਮੈਂ ਉਹਦੀ ਜਿਹੜੀ ਆ ਇਬਾਦਤ ਦੇ ਵਿੱਚ ਗਿਣ ਕੇ ਮਾਲਾ ਫੇਰਦਾ। ਕਹਿੰਦੇ ਉਸ ਵੇਲੇ ਉਹਨਾਂ ਨੇ ਆਪਣੀ ਮਾਲਾ ਜਿਹੜੀ ਸੀ ਤੋੜ ਦਿੱਤੀ ਸੀ ਕਿ ਬਈ ਇਹ ਕੋਈ ਵਾਕਈ ਪਿਆਰ ਨਹੀਂ ਹੈ। ਕੋਈ ਕਿ ਜਿਹੜਾ ਬੇਹਿਸਾਬ ਦਿੰਦਾ ਹੈ, ਸਾਡੇ ਨਾਲ ਕੋਈ ਗਿਣਤੀ ਮਿਣਤੀ ਨਹੀਂ ਕਰਦਾ ਕਦੀ ਵੀ, ਉਹਦੇ ਨਾਲ ਅਸੀਂ ਉਹਦੀ ਇਬਾਦਤ ਦੇ ਵਿੱਚ, ਉਹਦੀ ਸੇਵਾ ਦੇ ਵਿੱਚ ਗਿਣ ਕੇ ਅਸੀਂ ਉਹ ਕਰ ਰਹੇ ਹਾਂ। ਤੇ ਕਹਿੰਦੇ ਇਹ ਪਿਆਰ ਨਹੀਂ ਹੈਗਾ। ਤੇ ਗੁਰਭਗਤੀ ਦੀ ਗੱਲ ਚੱਲ ਰਹੀ ਸੀ ਕਿ ਸਤਿਗੁਰ ਸਾਨੂੰ ਗੁਰਭਗਤੀ ਹੀ ਸਿਖਾਉਂਦੇ ਨੇ। ਗੁਰਭਗਤੀ ਕਰਨ ਦੇ ਵਿੱਚ ਰੁਕਾਵਟਾਂ ਵੀ ਬਹੁਤ ਆਉਂਦੀਆਂ ਨੇ, ਬੜੀਆਂ ਰੁਕਾਵਟਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ। ਸੋਨੇ ਤੁਸੀਂ ਆਪਣੀ ਬੜੀ ਸੇਵਾ ਵੱਲ ਧਿਆਨ ਰੱਖੋ ਨਾਲ। ਜਿਸ ਤਰ੍ਹਾਂ ਦੱਸਿਆ ਕਿ ਭਗਤੀ ਕੀ ਹੈ, ਭਗਤੀ ਦਾ ਮਤਲਬ ਪਹਿਲਾਂ ਉਹਨੂੰ ਸਮਝਣਾ। ਜਿਸ ਤਰ੍ਹਾਂ ਹੁਣ ਅਸੀਂ ਸਤਸੰਗ ਸੁਣ ਰਹੇ ਹਾਂ,
सत्संग सुन रहे हैं, किसी की ड्यूटी लगती है, सेवा 'ਚ बाहर कोई कर्म कर रहा है, कोई बाहर ड्योड़ी ਦੇ ਵਿੱਚ खड़ा है, कोई गेट ਤੇ खड़ा है, कोई होर किसी साइड ਦੇ ਉੱਤੇ कोई लंगर ਦੀ सेवा 'ਚ है, कोई कुछ भी है। सेवा सतगुर कहते जी हुक्म ਦੀ ਹੁੰਦੀ है। जिथे हुक्म लगा है, जिहड़ी सेवा लगी है, ਅਸੀਂ ਉਹਦੇ ਵਿੱਚ ਪੂਰੇ ਉਤਰਨਾ है। ਜਿਹਦੇ ਵਿੱਚ ਸਾਨੂੰ ਸਤਿਗੁਰਾਂ ਦੀ ਖੁਸ਼ੀ ਮਿਲੇ, ਉਹ ਜਿਹੜੀ ਸਾਡੀ ਸੇਵਾ ਹੈ, ਉਹ ਭਗਤੀ ਹੈ। ਗੁਰੂ ਦਾ ਹੁਕਮ ਸਤਿਗੁਰਾਂ ਨੇ ਸਾਨੂੰ ਦੱਸਿਆ, ਸਾਨੂੰ ਨਹੀਂ ਸੀ ਇਸ ਚੀਜ਼ ਦਾ ਪਤਾ ਸੀ, ਤੇ ਆਪਣੇ ਮਨ ਮਤ ਦੇ ਨਾਲ ਕਿ ਠੀਕ ਹੈ, ਜਿਸ ਤਰ੍ਹਾਂ ਦੁਨੀਆ ਸੇਵਾ ਕਰਦੀ ਹੈ, ਜਾਂਦੀ ਹੈ ਲੜ ਲੜ ਕੇ, ਆਹ ਸੇਵਾ ਕਰਨੀ, ਉਹ ਸੇਵਾ ਕਰਨੀ, ਆਹ ਤੇ ਮੇਰੀ ਹੀ ਡਿਊਟੀ ਹੈ, ਆ ਮੈਂ ਹੀ ਕਰਨੀ ਹੈ। ਤੇ ਸਤਿਗੁਰਾਂ ਨੇ ਇੱਥੇ ਉਹ ਚੀਜ਼ ਤੋਂ ਸਾਨੂੰ ਬਾਹਰ ਕੱਢਿਆ ਕਿ ਨਹੀਂ, ਸੇਵਾ ਮਨ ਨਾਲ ਨਹੀਂ, ਸੇਵਾ ਜਿਹੜੀ ਮਨ ਦੀ ਨਹੀਂ ਹੁੰਦੀ, ਗੁਰੂ ਦੇ ਹੁਕਮ ਦੀ ਹੁੰਦੀ ਹੈ। ਜਿੱਥੇ ਗੁਰੂ ਸਾਨੂੰ ਲਾ ਦੇਵੇ, ਜਿਹੜੀ ਗੁਰੂ ਮਨਜ਼ੂਰ ਕਰ ਲਵੇ, ਜਿਹੜੀ ਸੇਵਾ ਮਨਜ਼ੂਰ ਗੁਰੂ ਕਰਦਾ ਹੈ, ਜਿਹੜੀ ਉਹਨਾਂ ਨੂੰ ਮਨਜ਼ੂਰ ਹੁੰਦੀ, ਅਸਲ 'ਚ ਸੇਵਾ ਉਹੀ ਹੁੰਦੀ ਹੈ। ਜਿਹੜੀ ਮਨਜ਼ੂਰ ਹੀ ਨਹੀਂ ਹੋਈ, ਅਸੀਂ ਆਪਣੀ ਮਰਜ਼ੀ ਦੇ ਨਾਲ ਬਹੁਤ ਕੋਈ ਕੀਮਤੀ ਜਿਹੜੀ ਕੋਈ ਚੀਜ਼ ਭੇਟਾ ਕਰਦੇ ਹਾਂ, ਪਰ ਸਤਿਗੁਰੂ ਨੂੰ ਮਨਜ਼ੂਰ ਹੀ ਨਹੀਂ ਹੈ, ਤੇ ਉਹ ਕਦ ਦੀ ਸੇਵਾ ਬਣੀ। ਇਸ ਕਰਕੇ ਉਸ ਸੇਵਾ ਨੂੰ ਸਮਝਣਾ ਹੈ। ਗੁਰਭਗਤੀ ਜਿਹੜੀ ਹੈ, ਗੁਰਭਗਤੀ ਦੇ ਵਿੱਚ ਕਠਿਨਾਈਆਂ ਬਹੁਤ ਆਉਂਦੀਆਂ ਨੇ, ਪਿੱਛੇ ਵੀ ਆਈਆਂ। ਜਿਸ ਤਰ੍ਹਾਂ ਅੱਜ ਵੀ ਸਤਿਗੁਰਾਂ ਦਾ ਵਚਨ ਜਿਹੜਾ ਹੈ, ਜਦੋਂ ਅਸੀਂ ਇਹਨੂੰ ਵਿਚਾਰਾਂਗੇ, ਉਸ ਵਚਨ ਕਾਫੀ ਸਤਿਗੁਰਾਂ ਦਾ ਜਿਹੜਾ ਲੰਬਾ ਹੈ, ਅਸ਼ਟਪਦੀ ਜਿਹੜੀ ਹੈ 8 ਪਦਿਆਂ ਦੀ ਹੈ, ਹੌਲੀ ਹੌਲੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕੋ ਵਾਰੀ ਪੜ੍ਹਨ ਦੇ ਨਾਲ, ਜਿਸ ਤਰ੍ਹਾਂ ਅਸੀਂ ਦਵਾ ਦਵਾ ਉਹਨੂੰ ਪੜ੍ਹ ਕੇ ਮੁਕਾ ਦਈਏ, ਤੇ ਮੇਰਾ ਖਿਆਲ ਹੈ ਕਿ ਉਹਦੀ ਗਹਿਰਾਈ 'ਚ ਨਹੀਂ ਅਸੀਂ ਜਾ ਪਾਵਾਂਗੇ। ਉਹ ਜਦੋਂ ਤੱਕ ਅਸੀਂ ਗਹਿਰਾਈ 'ਚ ਨਹੀਂ ਜਾਵਾਂਗੇ, ਤੇ ਉਹ ਗੱਲ ਕਿੱਦਾਂ ਬਣੇਗੀ। ਜਿਸ ਤਰ੍ਹਾਂ ਲੋਕ ਜਾਂਦੇ ਨੇ ਸਮੁੰਦਰਾਂ, ਜਦੋਂ ਉਹ ਕੱਢਣ ਵਾਸਤੇ ਹੀਰੇ ਮੋਤੀ ਜੋ ਵੀ ਉਹਦੇ 'ਚ, ਤੇ ਉਹਨਾਂ ਨੂੰ ਉਹਨੇ ਗਹਿਰੇ 'ਚ ਪਾਣੀ 'ਚ ਜਾਣਾ ਪੈਂਦਾ, ਉੱਪਰ ਨਹੀਂ ਕੋਈ ਕੁਛ ਉੱਤੇ ਤਰਦਾ ਹੁੰਦਾ। ਕੁਛ ਜਿਹਨੂੰ ਜਿੰਨੀ ਕੀਮਤੀ ਕੋਈ ਚੀਜ਼ ਚਾਹੀਦੀ ਹੈ, ਓਨਾ ਹੀ ਉਹਨੂੰ ਗਹਿਰਾ ਡੁਬਕੀ ਲਗਾਉਣੀ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਤੱਕ ਅਸੀਂ ਉਹਦੇ ਵਿੱਚ ਗਹਿਰੇ ਡੁਬਕੀ ਨਹੀਂ ਲਗਾਵਾਂਗੇ, ਸਾਨੂੰ ਸਮਝ ਨਹੀਂ ਆਏਗੀ। ਸਤਿਗੁਰਾਂ ਨੇ ਸਾਨੂੰ ਕਿਉਂ ਪੜ੍ਹਨ ਪੜ੍ਹਾਉਣ ਤੋਂ ਮਨਾ ਕੀਤਾ? ਗੁਰਬਾਣੀ 'ਚ ਉਹਨਾਂ ਨੇ ਲਿਖਿਆ ਕਿ ਪੜ੍ਹ ਪੜ੍ਹ ਗੱਡੀ ਲੱਦੀਏ। ਸਿਰਫ ਉਹਨੂੰ ਪੜ੍ਹ ਪੜ੍ਹ ਕੇ ਨਹੀਂ ਅੱਗੇ ਲੰਘੀ ਜਾਣਾ, ਸਾਨੂੰ ਪਾਠ ਕਰਨ ਦੇ ਵਿੱਚ ਵੀ ਕਿਉਂ ਸਤਿਗੁਰਾਂ ਮਨਾਈ? ਪਾਠ ਕਰਨਾ ਕੋਈ ਇਹ ਨਹੀਂ, ਹਾਂ ਉਹਨੂੰ ਸਮਝ ਕੇ ਕਰੀਏ, ਗਹਿਰਾਈ ਦੇ ਨਾਲ ਕਰੀਏ, ਕੋਈ ਗੱਲ ਮਨਾਈ ਨਹੀਂ ਹੈ। ਪਰ ਜੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਇਹਦੇ ਜੀ 101 ਪਾਠ ਕੀਤਾ, ਅਸੀਂ 300 ਪਾਠ ਕੀਤਾ, ਅਸੀਂ ਰੋਜ਼ 51 ਪਾਠ ਕੀਤੇ, ਕੀ ਫਾਇਦਾ ਹੋਏਗਾ ਪੜ੍ਹਨ ਨਾਲ? ਉਹਨੂੰ ਅੰਦਰ ਗਹਿਰਾਈ ਦੇ ਵਿੱਚ ਉਹਨੂੰ ਲਿਜਾਈਏ, ਇੱਕ ਇੱਕ ਵਚਨ ਜਿਹੜਾ ਹੈ ਉਹਦੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰੀਏ। ਸਾਡੇ ਮਨ ਦੇ ਜਿਹੜੇ ਆ ਸਭ ਖਿੜਕੀਆਂ ਦਰਵਾਜ਼ੇ ਖੁੱਲ੍ਹ ਜਾਣਗੇ, ਪਤਾ ਚੱਲ ਜਾਏਗਾ ਕਿ ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਇਸ ਲਈ ਗੁਰਭਗਤੀ 'ਚ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ, ਉਹਦੇ ਬਾਰੇ ਦੱਸਿਆ ਹੈ। ਮੁਸ਼ਕਿਲਾਂ ਬਹੁਤ ਤਰ੍ਹਾਂ ਦੀਆਂ ਨੇ, ਲੋਕ ਲਾਜ ਵੀ ਇਹਦੇ ਵਿੱਚ ਬੜੀ ਵੱਡੀ ਜਿਹੜੀ ਇਹ ਰੁਕਾਵਟ ਹੈ। ਸਤਿਗੁਰਾਂ ਨੇ ਫਰਮਾਇਆ, ਸਵਾਮੀ ਜੀ ਨੇ ਕਿਹਾ, ਜਗਤ ਭਾਵ ਵੈ ਲੱਜਾ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਪਹਿਲੇ ਸਟਾਰਟਿੰਗ ਹੀ ਉਹਨਾਂ ਨੇ ਜਿਹੜੀ ਉਸ ਵਚਨ ਤੋਂ ਕੀਤੀ, ਜਗਤ ਭਾਵ ਵੈ ਲੱਜਾ ਛੋੜੋ। ਜਗਤ ਦਾ ਜਿਹੜਾ ਪਿਆਰ, ਲੱਜਾ ਜਿਹੜੀ ਹੈ, ਇਹ ਤਿਆਗੋ। ਇਹ ਰੁਕਾਵਟਾਂ ਨੇ ਸਾਡੀਆਂ ਸਾਰੀਆਂ। ਬੜੇ ਬੜੇ ਜਿਹੜੇ ਪਿੱਛੇ ਅਸੀਂ ਇਤਿਹਾਸ ਪੜ੍ਹੀਏ, ਤੇ ਬੜੇ ਬੜੇ ਜਿਹੜੇ ਗੁਰਸਿੱਖ ਹੋਏ ਪਹਿਲਾਂ, ਜਦੋਂ ਜਿੰਨੀ ਦੇਰ ਫਸੇ ਰਹੇ ਉਸ ਲੱਜਾ ਦੇ ਵਿੱਚ, ਉਨੀ ਦੇਰ ਉਹਨਾਂ ਦੀ ਕਿਤੇ ਇੱਕ ਜਰਾ ਜਿੰਨੀ ਵੀ, ਜਿਸ ਤਰ੍ਹਾਂ ਕਹਿੰਦੇ, ਸੁਰਤ ਨਹੀਂ ਖਿਸਕੀ ਉਸ ਚੀਜ਼ ਦੇ ਵਿੱਚ। ਕਿਸੇ ਨੂੰ ਕਿਸੇ ਚੀਜ਼ ਦਾ ਮਾਣ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਮਾਣ ਹੁੰਦਾ ਹੈ। ਲੋਕ ਲਾਜ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਪਿੱਛੇ ਵੀ ਦੇਖਿਆ ਕਿ ਜਾਤਾਂ ਪਾਤਾਂ ਨੂੰ ਲੈ ਕੇ ਵੀ ਲੋਕ ਲਾਜ ਹੁੰਦੀ ਹੈ। ਸਤਿਗੁਰਾਂ ਦੇ ਪਿੱਛੇ ਬਚਨ ਵੀ ਆਏ ਸੀ, ਜਾਤ ਕਾ ਗਰਵ ਨਾ ਕਰਿਓ ਕੋਈ। ਜਾਤਾਂ ਪਾਤਾਂ ਨੂੰ ਲੈ ਕੇ ਹੁੰਦੀ ਹੈ, ਅਮੀਰੀ ਗਰੀਬੀ ਨੂੰ ਲੈ ਕੇ ਲੋਕ ਲਾਜ ਹੁੰਦੀ ਹੈ, ਪੜ੍ਹਾਈ ਲਿਖਾਈ ਵਿਦਿਆ ਨੂੰ ਲੈ ਕੇ ਲੋਕ ਲਾਜ ਹੁੰਦੀ ਹੈ। ਜਾਤਾਂ ਪਾਤਾਂ ਵਾਲੇ ਦੇਖਦੇ ਨੇ ਕਿ ਹਾਂ ਬਈ ਸਾਡਾ ਹੀ, ਅਸੀਂ ਤਾਂ ਬੜੇ ਉੱਚੇ ਕੋਲ ਦੇ, ਜਿਸ ਤਰ੍ਹਾਂ ਬੁੱਲੇ ਸ਼ਾਹ ਜੀ ਦੀ ਗੱਲ ਦੱਸੀ, ਤੇ ਬਈ ਜਿੱਥੇ ਜਿਹਨੂੰ ਅਸੀਂ ਸਿਰ ਝੁਕਾਉਣਾ, ਜਿਹਦੇ ਅੱਗੇ ਅਸੀਂ ਸਿਰ ਝੁਕਾਉਣਾ ਹੈ, ਜਿਹਦੇ ਕੋਲ ਅਸੀਂ ਕੁਛ ਲੈਣਾ ਹੈ, ਉਹ ਤੇ ਨੀਵੀਂ ਜਾਤ ਦਾ ਹੈ। ਤੇ ਕੀ ਅਸੀਂ ਲੋਕੀ ਕੀ ਕਹਿਣਗੇ ਸਾਨੂੰ ਕਿ ਤੂੰ ਇੰਨੀ ਉੱਚੀ ਜਾਤ ਦਾ ਹੋ ਕੇ, ਇੰਨਾ ਹੋ ਕੇ, ਤੇ ਤੂੰ ਨੀਵੀਂ ਜਾਤ ਦੇ ਅੱਗੇ ਸਿਰ ਝੁਕਾ ਰਿਹਾ ਹੈ। ਜਿਹੜੇ ਬੜੇ ਬੜੇ ਅਮੀਰ ਹੁੰਦੇ ਨੇ, ਉਹ ਦੇਖਦੇ ਨੇ, ਲੈ ਵੀ ਮੇਰੇ ਕੋਲ ਤੇ ਇੰਨਾ ਪੈਸਾ ਹੈ, ਮੇਰੇ ਤੇ ਏਡੇ ਵੱਡੇ ਮਹੱਲ ਨੇ, ਮੇਰੀਆਂ ਤੇ ਏਡੀਆਂ ਵੱਡੀਆਂ ਗੱਡੀਆਂ ਨੇ, ਤੇ ਬਈ ਗੁਰੂ ਤੇ ਗਰੀਬ ਹੈ, ਗੁਰੂ ਤੇ ਮੇਰੇ ਬਰਾਬਰ ਨਹੀਂ ਹੈਗਾ।
मतलब कि मन च भाव की हुंदा है अपने आप नूं कि मैं गुरु तो वड्डा हां, असीं गुरु तो वड्डे हां। बड़े बड़े पढ़े लिखे जिहड़े आ वो लोक लाज रखते हैं कि असीं तां इन्नियां डिग्रियां कीतियां वा, असीं इन्ना पढ़ाई लिखाई कीती, प्रोफैसर हां ते गुरु ते अनपढ़ आ। गुरु दे मत्था टेकांगे, गुरु दे लागे दुनिया की कहेगी कि एडा पढ़िया लिखिया बंदा अनपढ़ नूं मत्था टेकदा पिया। मतलब साडियां रुकावटां जिहड़ियां ने बहुत रुकावटां ने। इस तो इलावा भी जे असीं जे लिस्ट भी बनाउण लगीए तो शायद हो सकदा कि लिस्ट कदी खत्म ही ना होवे। सतगुरां दे गुरुआं दा इतिहास देखी ਉਹਦੇ ਵਿੱਚ ਵੀ ਉਹ ਜਿਹੜੀਆਂ ਘਟਨਾਵਾਂ ਹੋਈਆਂ ਸੀ। सतगुरां ने बड़ी खोल खोल के सानू उन्हां चीज़ां बारे ज्ञान दिता है। मुसलमानां दे जिहड़े सतगुर सी दसदे ने कि उन्होंने सारे ही वो जिहड़ी पूरी उस धर्म नूं मतलब एक वो च बन्नण दी कोशिश की। बहुत उन्होंने वो जिहड़ा सी ज्ञान दिता, ज्ञान वंडिया। सारे जिहड़े जिन्ना भी वो जमात है मुसलमान दे उन्होंने सारिਆਂ ਨੂੰ ही एक सूत्र च बन्निया। उन्होंने उन्हां दीयां जिहड़ियां चीज़ां सी उन्होंने दसियां कि किहनूं असली मुसलमान कहंदे ने, किस तरह असीं खुदा नूं मिल सकते हैं, किस तरीके नाल लोकां ने बहुत उहदा फायदा भी लिया, अज तक उस चीज़ का फायदा लै भी रहे हैं। उन्हां दे अपने कहंदे सगे चाचा जी जिहड़े सी उन्हां नूं आया ख्याल आया मन दे विच कि बई दुनिया सारी करदी पई है ते मेरे चाचा जी जिन्हां ने मैनूं पाल पोस के वड्डा कीता है ते बई इस चीज़ तो वांझे रह रहे हैं ते इन्हां नूं किसी तरह भी उस चीज़ दे वल लिआंदा जावे। अजे कि संत मत दे विच कोई करामातां नहीं हुंदियां, पर फिर भी उन्होंने उस चीज़ का घाटा ही खादा भावें, पर फिर भी कुछ ना कुछ ऐसिया चीज़ां करामातां करके उन्होंने वो चीज़ां का जाणू करवाना चाहया। उन्हें मन च लालच पैदा करना चाहया कि बई ये इस पासे तुर। इस तरह संत साडे नाल भी वो चोज करते हैं, क्योंकि सतगुरां दे वचन कि गुरु इत्थे कोई मुंडे कुड़ियां देण जां कोठे कारां देण जां कोई सानू कोई संसारी कोई ऐसियां चीज़ां करन नहीं आउंदा। गुरु ते सानू इत्थों कड्ढण वास्ते आया, इत्थे फसाउण वास्ते नहीं आया। पर फिर भी साडे मन की हालत देखते हुए, साडा जिहड़ा रुझान देखते हुए सानू सब कुछ वो करते हैं, साडे नाल इहो जिहे चोज करते हैं। इस तरह ही उन्होंने भी अपने चाचा जी को कई इस तरह करामात कुछ इस तरह किया, पर फिर भी जिस तरह मैं दसिया कि जिस तरह लोक लाज कह ली दी है, लोक लाज जिहड़ी है इन्नी जिहड़ी हावी हुंदी है। कहण लगे उन्होंने कि बई तू मैनू करना चाहुंदा है, मेरे हत्थां 'च तू जम्मिया, मेरे हत्थां 'च तू वड्डा होया, तैनूं पालिया पोसिया तैनूं, ते अज तू मेरा गुरु बनना चाहुंदा है। तू जादूगर है, जादू कर करके तू मैनू अपना हत्थां 'च लियाना चाहुंदा है, तो मैं तेरे जादू 'च नहीं आउण वाला। कर्म खोटे होण ते गल नहीं बनदी। कहण लगे साडे सामने जो तू सब कुछ जम्मिया वड्डा होया, सब कुछ तैनूं देखिया है, ते तू अज तू साडा गुरु बनना चाहुंदा है। मतलब कि बड़ियां बड़ियां लोक जिहड़ियां लाजां ने जिहड़ियां ने सानू अगे नहीं वधन दिंदियां। कई इस इतिहास के विच ऐसियां साखियां असीं सुनिया, जिस तरह राजा पीपा दी है। परमारथ का शौकीन पुरुष सी, परमारथ का चाहवान सी, चाहुंदा सी अगे वधना करना, पर जदों उन्होंने पता लगा, खोज की तो उन्होंने पता लगा कि परमारथ के इस वेले जिहड़े शाहूकार ने वो महाराज रविदास जी ने। उन्होंने कोल वो जिहड़ी कुंजी है, उन्होंने कोल ही वो पूंजी है, तो बई उन्होंने कोल परमार्थ प्राप्त हो सकता है। पर हुण किस तरह जावे, किस तरह आप राजा एडा वड्डा, ते और जिन्हां दे अगे जाके सिर झुकाउणा, वो जात दे चमार जुत्तियां गणदे पे ने चौंक च बैठ के। मन च आया कि मैं हुण बई मेरा समा लंघदा जा रहा है, तो बई बड़ी शोभा सुनी है, पर हुण जावां किस तरह उन्हां कोल। दसदे ने उन्होंने
ਆਪਣੇ ਉਸ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਇੱਕ ਦਿਨ ਮੇਲਾ ਲਵਾ ਦਿੱਤਾ ਬਾਹਰ ਕਿਤੇ। ਮੁਫਤ ਉੱਤੇ ਚੀਜ਼ਾਂ ਮਿਲਦੀਆਂ ਪਈਆਂ ਨੇ, ਸਾਰੀਆਂ ਦੁਕਾਨਾਂ ਖੁੱਲ੍ਹੀਆਂ ਲਵਾ ਦਿੱਤੀਆਂ ਕਿ ਬਈ ਜਿੰਨੇ ਵੀ ਜਿਹੜਾ ਮੇਲੇ 'ਚ ਜਾਏਗਾ ਉੱਥੇ, ਤੇ ਪਰ ਉੱਥੇ ਇੱਕ ਬੰਦਿਸ਼ ਲਗਾ ਦਿੱਤੀ ਕਿ ਜਿਹੜੇ ਚਮਾਰ ਨੇ ਉਹ ਨਹੀਂ ਉਸ ਮੇਲੇ 'ਚ ਜਾ ਸਕਦੇ, ਬਾਕੀ ਸਾਰੇ ਜਣੇ ਜਾ ਸਕਦੇ ਨੇ। ਉਹ ਸਾਰਾ ਸ਼ਹਿਰ ਜਿਹੜਾ ਸੀ ਉਧਰ ਚਲਾ ਗਿਆ ਮੇਲੇ ਦੇ ਵਿੱਚ ਘੁੰਮਣ ਫਿਰਨ ਵਾਸਤੇ। ਤੇ ਆਪ ਉਹ ਵੇਖਿਆ, ਹੁਣ ਮੌਕਾ ਵੇਖਿਆ ਕਿ ਸ਼ਹਿਰ ਖਾਲੀ ਹੈ, ਕੋਈ ਮੈਨੂੰ ਵੇਖਦਾ ਨਹੀਂ, ਤੇ ਕਹਿੰਦੇ ਆ ਕਿ ਆਪ ਦੌੜ ਕੇ ਭੱਜ ਕੇ ਤੇ ਆਪ ਉਹਨਾਂ ਸਤਿਗੁਰਾਂ ਦੇ ਪਾਸ ਉਹਨਾਂ ਦੇ ਕੋਲ ਪਹੁੰਚ ਗਏ। ਔਰ ਉੱਥੇ ਉਹਨਾਂ ਨੇ ਸਤਿਗੁਰਾਂ ਦੀ ਕੀ ਲੀਲਾ ਸੀ ਕਿ ਉਹਨਾਂ ਨੇ ਚਮੜਾ ਜਿਹੜਾ ਸੀ ਇੱਕ, ਉਹ ਜਿਹਦੇ 'ਚ ਉਹ ਆਪਣੇ ਉਹ ਕਿਸੇ ਭਾਂਡੇ ਦੇ ਵਿੱਚ ਚਮੜਾ ਹੋ ਕੇ ਜਿਹੜਾ ਨਰਮ ਕਰਕੇ ਜਿਹਦੇ ਨਾਲ ਗੰਢਦੇ ਗੁੰਢਦੇ ਸੀ ਜੋ ਵੀ ਹੈ, ਉਹਦੇ ਵਿੱਚ ਚਮੜਾ ਕੱਟ ਨਪੋਇਆ ਪਿਆ ਸੀ ਪਾਣੀ ਦੇ ਵਿੱਚ। ਵੱਡਾ ਭਾਂਡਾ ਸੀ, ਉਹਨੂੰ ਕਿਤੇ ਖਾਲੀ ਕਰਦੇ ਪਏ ਸੀ ਉਸ ਵੇਲੇ, ਕਿਉਂਕਿ 2-3 ਦਿਨ ਹੋ ਗਏ ਸੀ ਉਹਦੇ ਵਿੱਚ ਚਮੜਾ ਡੁਬੋਇਆ ਸੀ, ਪਾਣੀ ਪੋ ਮਾਰਦਾ ਪਿਆ ਸੀ। ਉਹਨੂੰ ਖਾਲੀ ਕਰਦੇ ਪਏ ਸੀ, ਗੜਵੀਆਂ ਭਰ ਭਰ ਕੇ ਬਾਹਰ ਸੁੱਟਦੇ ਪਏ ਸੀ। ਤੇ ਰਾਜਾ ਜਦੋਂ ਦੌੜ ਕੇ ਆਇਆ, ਆਣ ਕੇ ਉਹਨੇ ਤਾਂ ਉਹਦਾ ਨਮਸਕਾਰ ਕੀਤੀ ਕਰਕੇ ਤੇ ਕਹਿਣ ਲੱਗਾ ਕਿ ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰ ਦਿਓ, ਬੜੀ ਮੁਸ਼ਕਿਲ ਆਇਆ ਮੈਂ ਤੁਹਾਡੇ ਕੋਲ, ਮੈਨੂੰ ਅੱਜ ਸਭ ਕੁਛ ਬਖਸ਼ ਦਿਓ। ਜਦੋਂ ਉਹਨਾਂ ਦੇ ਪਿਆਰ ਦੇ ਨਾਲ ਬੇਨਤੀ ਕੀਤੀ ਉਹਨਾਂ ਦੇ ਚਰਨਾਂ ਵਿੱਚ, ਸਤਿਗੁਰਾਂ ਨੇ ਵੀ ਦੇਖਿਆ ਕਿ ਹਾਂ ਬਈ ਰਾਜਾ ਹੈ, ਆਪ ਚੱਲ ਕੇ ਅੱਜ ਮੇਰੇ ਕੋਲ ਆਇਆ ਰਾਜਾ, ਤੇ ਬਈ ਵਾਕਈ ਹੈ ਤੇ ਇਸੇ ਤਰ੍ਹਾਂ ਦੇ ਦਾ ਕੰਮ ਹੈ, ਤੇ ਇਹਨੂੰ ਅੱਜ ਹੀ ਬਖਸ਼ਦੀ ਹੈ। ਕਹਿੰਦੇ ਮੌਜ ਮੇ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ। ਉਹ ਤੇ ਕਤਰੇ ਤੋਂ ਦਰਿਆ ਕਰਨ ਨੂੰ ਤਿਆਰ ਰਹਿੰਦੇ ਨੇ। ਜਦੋਂ ਉਹਨਾਂ ਨੇ ਦੇਖਿਆ ਕਿ ਬਈ ਰਾਜਾ ਚੱਲ ਕੇ ਮੇਰੇ ਕੋਲ ਆਇਆ ਹੈ, ਜਿਸ ਤਰ੍ਹਾਂ ਮਰਜ਼ੀ ਇਹ ਕਰਦਾ ਪਿਆ, ਚਾਹਵਾਨ ਹੈਗਾ ਇਸ ਚੀਜ਼ ਦਾ, ਉਹਨਾਂ ਨੇ ਕੋਈ ਸ਼ਰਤ ਨਹੀਂ ਰੱਖੀ ਉੱਤੇ। ਕਹਿਣ ਲੱਗੇ ਕਿ ਠੀਕ ਹੈ ਬਈ, ਲੈ ਬਈ। ਉਸੇ ਤਰ੍ਹਾਂ ਪਾਣੀ ਭਰ ਭਰ ਕੇ ਵਿੱਚੋਂ ਕਰਦੇ ਪਏ, ਦ੍ਰਿਸ਼ਟੀ ਪਾਈ ਉਹਦੇ ਉੱਤੇ, ਉਹਨੂੰ ਅੰਮ੍ਰਿਤ ਬਣਾ ਦਿੱਤਾ। ਅੰਮ੍ਰਿਤ ਬਣਾ ਦਿੱਤਾ, ਗੜਵੀ ਭਰੀ ਵਿੱਚ, ਉਹ ਕਹਿੰਦੇ ਕਿ ਆਲਾ ਫੜ ਬਈ ਲੈ। ਵੇਖਿਆ ਬੋ ਹੁੰਦੀ ਪਈ ਉਸ ਪਾਣੀ ਦੇ ਵਿੱਚੋਂ, ਤੇ ਰਾਜੇ ਦਾ ਫਿਰ ਉਹੀ ਆ ਗਈ, ਲਾਜ ਆ ਗਈ ਅੰਦਰ। ਹੁਣ ਗੁਰੂ ਸੀ, ਪਤਾ ਵੀ ਸੀ ਉਹਦੇ ਬਾਰੇ, ਕੋਈ ਡਰ ਵੀ ਸੀ ਮਨ 'ਚ ਕਿ ਕੋਈ ਐਸਾ ਨਾ ਕਰ ਦੇਣ, ਤੇ ਬਈ ਸ਼ਰਮਿੰਦਿਆਂ ਜਿਹਾ ਹੋਇਆ ਕਿ ਹੁਣ ਮੈਂ ਮੰਗਿਆ ਤਾਂ ਮੈਂ ਆਪ ਹੀ ਆ, ਤੇ ਹੁਣ ਕੁਛ ਨਾ ਕੁਛ ਤੇ ਕਰਨਾ ਪਏਗਾ। ਅੱਗੇ ਵੀ ਇਸ ਤਰ੍ਹਾਂ ਕਈ ਵਾਰੀ ਦੱਸਿਆ ਕਿ ਇਸ ਤਰ੍ਹਾਂ ਬੁੱਕ ਕੀਤਾ, ਅੱਗੇ ਬੁੱਕ ਕਰਕੇ ਇੱਕ ਨਾਟਕ ਕੀਤਾ, ਜਿਸ ਤਰ੍ਹਾਂ ਕਹਿੰਦੇ ਉੱਪਰੋਂ ਕੀਤਾ ਕਿ ਮੈਂ ਪ੍ਰਸ਼ਾਦ ਲੈ ਰਿਹਾ। ਇਸ ਤਰ੍ਹਾਂ ਕਰਕੇ ਕਹਿੰਦੇ ਆ ਕਿ ਉੱਪਰ ਲਾਇਆ ਆਪਣੇ ਚਿਹਰੇ ਦੇ ਨਾਲ, ਇਸ ਤਰ੍ਹਾਂ ਕਰਕੇ, ਪਰ ਉਹ ਜਿਹੜਾ ਜਿੰਨਾ ਸੀ ਉਹ ਪ੍ਰਸ਼ਾਦ ਸੀ ਜਿਹੜਾ ਇੱਦਾਂ ਕਰਕੇ ਥੱਲੇ ਕੁੜਤੇ ਰਾਹੀਂ ਉੱਧਰੋਂ ਦੀ ਵਹਾ ਦਿੱਤਾ ਥੱਲੇ। ਜਿਹੜੀ ਉਹਦੀ ਪੋਸ਼ਾਕ ਸੀ, ਜਿਹੜੀ ਉਹਦੇ ਸਾਰਾ ਹੀ ਉਹ ਪੋਸ਼ਾਕ ਗੰਦੀ ਹੋ ਗਈ। ਦਵਾ ਦਵ ਨਮਸਕਾਰ ਕਰਕੇ ਦੌੜਿਆ ਉੱਥੋਂ ਕਿ ਬਈ ਦਾਗ ਨਾ ਪੈ ਜਾਣ ਇਹਨੂੰ, ਦਵਾ ਦਵ ਮੈਂ ਦੌੜ ਕੇ ਨਿਕਲ ਜਾਵਾਂ ਇੱਥੋਂ, ਹੁਣ ਬਈ ਆਹ ਤਾਂ ਅੱਜ ਬੜੀ ਮੁਸ਼ਕਿਲ ਬਚਿਆ। ਦਵਾ ਦਵ ਘਰ ਭੱਜਾ ਗਿਆ, ਜਲਦੀ ਜਾ ਕੇ ਕੱਪੜੇ ਉਤਾਰ ਕੇ ਤੇ ਬਈ ਭੇਜੇ ਕਿ ਬਈ ਦਵਾ ਦਵ ਧੋਬੀ ਕੋਲ ਪਹੁੰਚਾ ਦਿਓ, ਇਹ ਪੋਸ਼ਾਕ ਬੜੀ ਮਹਿੰਗੀ ਹੈ, ਸਾਰੀ ਖਰਾਬ ਨਾ ਹੋ ਜਾਏ, ਦਾਗ ਨਾ ਪੈ ਜਾਣ। ਦੱਸਦੇ ਉੱਥੇ ਉਹ ਪੋਸ਼ਾਕ ਜਿਹੜੀ ਸੀ, ਧੋਬੀ ਵੀ ਅੱਗੇ ਜੋ ਵੀ ਉਹ ਬਣਾ ਰਿਹਾ ਸੀ, ਅੱਗੇ ਸਰਫ ਜੋ ਵੀ ਖਾਰਾ ਕਹਿੰਦੇ ਬਣਾਉਂਦੇ ਆ, ਆਪਣੀ ਬੇਟੀ ਸੀ ਛੋਟੀ, ਕੋਈ 5-6 ਸਾਲ ਦੀ, ਉਹਨੂੰ ਕਹਿਣ ਲੱਗੇ ਕਿ ਬੇਟੀ ਤੂੰ ਉਨੀ ਦੇਰ ਕਰ, ਮੈਂ ਉਨੀ ਦੇਰ ਆਹ ਸਰਫ ਜਾਂ ਜੋ ਵੀ ਤਿਆਰ ਕਰਨਾ ਹੈ, ਕੋਈ ਇਹਦਾ ਘੋਲ ਤਿਆਰ ਕਰ ਲਾਂ, ਤੇ ਰਾਜੇ ਦੀ ਪੋਸ਼ਾਕ ਆਈ ਹੈ ਤੇ ਆਹ ਦਾਗ ਹੈਗੇ ਨੇ, ਤੂੰ ਉਨੀ ਦੇਰ ਇਸ ਤਰ੍ਹਾਂ ਕਰਕੇ ਇਹਨੂੰ ਚੂਸ ਕੇ ਇਹ ਦਾਗ ਕੱਢ ਦੇ। ਜਦੋਂ ਬੇਟੀ ਨੇ ਇਸ ਤਰ੍ਹਾਂ ਮੂੰਹ 'ਚ ਪਾ ਕੇ ਉਹਨੂੰ ਇਸ ਤਰ੍ਹਾਂ ਚੂਸ ਕੇ ਉਹਦੇ ਦਾਗ ਲਾਉਂਦੀ ਪਈ ਸੀ, ਤੇ ਉਹਦੀ ਜਿਹੜੀ ਸੀ ਸੁਰਤ ਜਿਹੜੀ ਸੀ ਉਹ ਸਰਕ ਗਈ, ਕਿਉਂਕਿ ਸਤਿਗੁਰ ਤੇ ਜੋ ਉਹਨਾਂ ਨੇ ਉਹ ਪੂਰਾ ਉਹਦਾ ਪ੍ਰਸ਼ਾਦ ਬਖਸ਼ ਦਿੱਤਾ ਸੀ ਉਸ ਚੀਜ਼ ਦਾ। ਜਿਉਂ ਉੱਪਰਲੀਆਂ ਮੰਡਲਾਂ 'ਚ ਉਹਦੀ ਸੁਰਤ ਪਹੁੰਚੀ, ਤਿਉਂ ਤੋਂ ਹੀ ਉਹ ਜਿਹੜੇ ਰਾਜ ਜਿਹੜੇ ਸੀ ਉਹਦੇ ਅੱਗੇ ਖੁੱਲ੍ਹਦੇ ਗਏ। ਹੌਲੀ ਉਸ ਬੇਟੀ ਨੇ ਇਹ ਉਹਦੀਆਂ ਜੋ ਵੀ ਉਹਦੇ ਵਚਨ ਸੀ, ਵੱਖਰੇ ਨਿਰਾਲੇ ਉਹਦੇ ਵਚਨ ਜਿਹੜੇ ਸੀ, ਕਿਉਂਕਿ ਜਿਸ ਤਰ੍ਹਾਂ ਫੁੱਲਾਂ ਦੇ ਉੱਤੇ ਭੰਵਰੇ ਆ ਜਾਂਦੇ ਆ, ਇਸੇ ਤਰ੍ਹਾਂ ਹੀ ਜਦੋਂ ਉੱਠਦੀ ਹੈ ਤੇ ਜਿਹੜੇ ਪਰਵਾਨੇ ਜਿਹੜੇ ਉਹ ਦੌੜੇ ਆਉਂਦੇ ਨੇ ਉਸ ਚੀਜ਼ ਦੇ। ਜਿਉਂ ਉਹਦੀ ਉਹ ਚੀਜ਼ਾਂ ਹੋਈਆਂ, ਅੱਗੇ ਸੰਸਾਰ 'ਚ ਨਿਕਲਣ ਲੱਗੀਆਂ ਬਾਹਰ, ਤੇ ਬਈ ਜਿਹੜੇ ਉਸ ਸ਼ੌਕੀਨ ਪੁਰਸ਼ ਸੀ ਆਉਣੇ ਸ਼ੁਰੂ ਹੋਏ ਉਹਦੇ ਕੋਲ, ਉਸ ਪਰਮਾਰਥ ਦੀਆਂ ਝੋਲੀਆਂ ਭਰਵਾਉਣ ਲੱਗੇ ਉਹਦੇ ਕੋਲੋਂ। ਪਹੁੰਚਦਿਆਂ ਖਬਰ ਰਾਜੇ ਕੋਲ ਪਹੁੰਚ ਗਈ। ਰਾਜਾ ਇੱਕ ਦਿਨ ਵੇਖਿਆ ਉਹਨੇ ਕਿ ਬਈ ਜਾ ਕੇ ਮੈਂ ਦੇਖਾਂ, ਕਿਉਂਕਿ ਕੋਸ਼ਿਸ਼ ਤਾਂ ਕਰਦਾ ਪਿਆ ਸੀ ਉਹ ਇਸ ਚੀਜ਼ ਨੂੰ। ਜਦੋਂ ਉੱਥੇ ਪਹੁੰਚਿਆ ਉਹਦੀ ਬੇਟੀ ਕੋਲ, ਤੇ ਉਹ ਜਿਹੜੀ ਬੇਟੀ ਉੱਥੇ ਬੈਠੀ ਸੀ ਅੱਗੇ, ਤੇ ਜਦੋਂ ਉਹਨੇ ਵੇਖਿਆ ਰਾਜੇ ਨੂੰ, ਤੇ ਉਹ ਉੱਠ ਕੇ ਇਸ ਤਰ੍ਹਾਂ ਕਰਕੇ ਖੜੀ ਹੋ ਗਈ।
कहन लगा बेटी बैठ जा तू मेरे आदर वास्ते क्यों खड़ी हुई है? मैं इत्थे राजा बन के नहीं आया, मैं भिखारी बन के आया तेरे को। मैं तेरे को दौलत दे विचों कोई प्रसाद लैन आया जो तेरे को। कहती मैं राजे करके खड़ी भी नहीं हुई। कहती मैं राजे नूं नमस्कार नहीं की, ना मैं राजे करके खड़ी हुई हाँ। कहन लगी मैं तो उहदे करके, उस महापुरुष करके जिहदे करके मैनूं दौलत मिली है, मैं तो उहदे करके वो आई हाँ। उहनूं पाउण वास्ते जिहदे कोल मैं दौलत पाई है उहनूं नमस्कार किया। मैं राजे नूं कोई नमस्कार नहीं किया। जदों राजे नूं समझ लगी, कहन लगा कि ये किस तरह हो सकता है, मेरे को दौलत पाई है तूं, मैं तो आप खाली हाँ। जदों उन्हें दसिया, सारी घटना दसी कि इस तरह तुहाडे वस्त्र आए सी, उन्होंने इस तरह दाग लगे सी, उन्हां वस्त्रां नूं जदों मैं इस तरह करके मैं चूसिया तो उहदे नाल मैनूं ये सारी दौलत मिली है। दौथड़ मारी हाथे की हो गया मेरे नाल। दौड़ा गया उस वेले ही, कोई चीज़ ना सुझी कि सतगुरां ने इन्नी दया की मेरे उत्ते ते मैं की कर बैठा हूँ। कहते ने जांदियां सारियां सतगुरां दे चरण फड़ लए, कहना मैनू बख्श लो, मैनू माफ़ी दो, मैनू दया करो, मैनू प्रसाद बख्शो, मेरे ते कृपा करो, मैं भुल गया। हुण वो तो जानते सब कुछ, जान वो किहड़ा नहीं सी जानते जदों प्रसाद नूं वहा रहा सी थल्ले, तो उदों नहीं सी जानते देखते, पर वो भी देखते कि अजे कर्म नहीं, इहदा अजे टाइम नहीं हो जाना। जदों दोबारा उन्हें चरणों 'च नमस्कार की, उन्होंने कहन लगा मैनू दया करो, कृपा करो, प्रसाद बख्शो, तो सतगुरु कहन लगे कि बई वो टाइम सी, कोई उदों मौका सी, वो हुण निकल गया। कहन लगा फिर बेनती की, नहीं मैनू पता लग गया ना, हुण शाहूकार है, जदों पता चल गया कि शाहूकार है बई चीज़ हैगी है, फिर वो कहन लगे हुण इदां नहीं बई, हुण तो तैनूं बई जो एक कीमत है वो अदा करनी पेगी। फिर उस तो बाद कहने उन्होंने दसिया कि लोक लाज उन्होंने पता कि ये अंदर बंधन ने कोई दौलत संभाली नहीं जानी। जिस तरह सतगुर कहते सी कि बई गुरु इहदा भांडा साफ करता है, दौलत तो वो कोल है, जो मर्जी दे दे, पर भांडा साफ नहीं होंदा, इस करके दौलत सानू मिलती नहीं है। उन्होंने पता लग गया कि ठीक है भी भांडा साफ करना पैना है, तो उन्होंने कहन लगे कि बई देख हुण ते तैनूं बई जो भी इहदी कीमत है वो अदा करनी पेगी। कहंदा होर नहीं, इस तरह कि रोज़ मैं अपने घर तो इत्थे आउणा चौंक दे विच जुत्तियां गंढण वास्ते, ते आ जिहड़ा चमड़े का जो भी मेरा टोकरा वा, ये रोज़ घरों चुक के तू इत्थे लिया के छड्ड के जाना है, ते बाद दे विच इत्थों वापस छड्ड मेरे घर छड्डण जाया करना, क्योंकि वो जिहड़े बंधन सी वो उहदे कट्टण वास्ते। क्यों पता सी कि काहदे वास्ते जो कुछ होया है, जदों तक वो भांडा साफ नहीं सी होना उदों तक वो दौलत मिलनी नहीं सी। इसलिए उन्होंने सब तो पहला उन्होंने किया, फिर दया जदों मिली प्राप्त हुई, तो अजकल राजा पीपा का भी नाम जिहड़ा नाल चल रहा है। इस करके सतगुर सानू जिहड़ी गुरभगती का वचन दसते हैं कि गुरभगती हुंदी की है, किस तरह सानू प्राप्त होंदी, असीं गल्लां तां कर लैंदे आ, कह दिंदे आ, पर जदों तक असीं उस वचन दे विच आउंदे नहीं, जदों तक अपने मन नूं मारदे नहीं, जदों तक इसनूं उहदे गुरु दे सामने असीं चरनां 'च भेट नहीं करते, तो उदों तक तो उपर उपरों ही सब कुछ। हुक्म दूसरिਆਂ ਨੂੰ सुनाउण वास्ते हुक्म है, अपने वास्ते तो कोई ये कोई वचन नहीं कोई हैगा। दूसरिਆਂ ਨੂੰ सिखाउण दस्सण वास्ते ਇਹਦੇ ਕੋਲ बहुत स्टोरियां ने, बहुत कहानियां ने, बहुत ਇਹਦੇ ਕੋਲ ਗੱਲਾਂ ने, पर अपने वास्ते संभालण वास्ते ਇਹਦਾ भांडा तैयार नहीं हैगा। इसलिए जो भी सतगुरां दे वचन ने उन्होंने बड़ा ध्यान दईए कि सतगुर फरमा की रहे हैं। मैं पहला दसिया कि पढ़न नूं जल्दी जल्दी जिस तरह पाठ करीदा है, पढ़ के उत्तों दी लंघ जाइए, पर उहदे विच कोई प्राप्त नहीं कुछ भी होना। इस करके उस मन नूं सतगुरां दे चरनां 'च झुकाउण वास्ते सतगुरां दे वचन जिहड़े ने उन्होंने जो तरीके दसे ने, जो रुकावटां ने, क्योंकि ये रुकावटां शुरू तो आईयां गुरसिखां नूं, ये शुरू तो आईयां, हुण नहीं कोई नवीआं नहीं आ रही कि साडे असीं कह दिंदे पता नहीं सारियां मुसीबतां साडे ते ढह पईयां ने। ये गुरसिखां नूं आप ही उन्होंने उन्हां दे रस्तिਆਂ 'ਚ लिआंदियां ने भांडे नूं बनाउण वास्ते। ते सतगुरां दे वचन जिहड़े ने बड़े प्यार दे नाल शरण करिए कि की सतगुर सानूं दस रहे हैं। हाँ जी बेटे। कोई आण मिलावे
ਤਿਸ ਪੈ ਆਪ ਵਿਚਾਈ। ਜਿਹੜਾ ਪਹਿਲਾਂ ਹੀ ਬਚਨ ਕੀਤਾ ਹੈ ਉਹਨੂੰ ਧਿਆਨ ਦੇਈਏ। ਪਹਿਲਾਂ ਸਭ ਤੋਂ ਪਹਿਲਾਂ ਆਇਆ ਕੋਈ ਆਣ ਮਿਲਾਵੇ। ਸਾਰੀਆਂ ਚੀਜ਼ਾਂ ਉੱਥੇ ਹੀ ਖਤਮ ਕਰ ਦਿੱਤੀਆਂ ਕੋਈ ਕਰਕੇ। ਕਿਸੇ ਦਾ ਨਾਮ ਨਹੀਂ ਲਿਆ ਕਿਸੇ ਦਾ, ਕਿਉਂਕਿ ਅਸੀਂ ਜਿਸ ਕਰਮਾਂ ਦੇ ਮੁਤਾਬਕ ਸਾਡਾ ਜਨਮ ਹੁੰਦਾ, ਜਨਮ ਤਾਂ ਜਦੋਂ ਹੋਏਗਾ ਤੇ ਕਿਸੇ ਨਾ ਕਿਸੇ ਘਰ ਦੇ ਵਿੱਚ ਤਾਂ ਜੰਮਣਾ ਹੀ ਹੈ। ਉਹ ਪੰਜ ਦਾ ਸਰੀਰ ਮਿਲਣਾ ਹੈ, ਚਾਹੇ ਅਮਰੀਕਾ 'ਚ ਮਿਲੇ, ਚਾਹੇ ਆਸਟ੍ਰੇਲੀਆ 'ਚ ਮਿਲੇ, ਚਾਹੇ ਇੰਡੀਆ 'ਚ ਮਿਲੇ, ਪਾਕਿਸਤਾਨ 'ਚ ਮਿਲੇ, ਕਿਤੇ ਨਾ ਕਿਤੇ ਤਾਂ ਮਿਲੇਗਾ ਹੀ। ਪਰ ਜਿਸ ਘਰ 'ਚ ਸਾਡਾ ਜਨਮ ਹੁੰਦਾ ਹੈ ਤੇ ਅਸੀਂ ਉਸੇ ਚੀਜ਼ ਨਾਲ ਵੀ ਵੱਧ ਜਾਂਦੇ ਹਾਂ। ਅਜੇ ਕਿ ਸਤਿਗੁਰਾਂ ਦੇ ਵਚਨ ਬੜੇ ਖੋਲ ਕੇ ਉਹਨਾਂ ਨੇ ਦੱਸਿਆ ਕਿ ਪਰਮਾਤਮਾ ਇੱਕ ਹੀ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ। ਉਹ ਕਿਸੇ ਜਾਤ ਪਾਤ 'ਚ ਨਹੀਂ ਬੱਝਾ, ਕਿਸੇ ਦੇ ਵਿੱਚ ਵੀ ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਕੈਦ ਨਹੀਂ ਕਰ ਸਕਦੀ। ਪਰ ਅਸੀਂ ਆਪਣੇ ਆਪ ਨੂੰ ਕੈਦ ਕਰ ਲੈਂਦੇ ਹਾਂ ਤੇ ਫਿਰ ਉਸ ਜਿਹੜੇ ਆਪਣੇ ਆਪ ਨੂੰ ਜਿਸ ਤਰ੍ਹਾਂ ਪਿੰਜਰੇ 'ਚ ਪਾ ਲਿਆ, ਆਪ ਹੀ ਕੈਦ ਹੋ ਗਏ ਤੇ ਉਹਨੂੰ ਹੀ ਕਿਸ ਤਰ੍ਹਾਂ ਮਿਲਾਂਗੇ। ਤੇ ਪਹਿਲਾ ਵਚਨ ਕੀਤਾ ਕੋਈ ਆਣ ਮਿਲਾਵੇ। ਕੋਈ ਵੀ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਉਹਦੇ ਨਾਲ ਕੋਈ ਮੈਨੂੰ ਮਤਲਬ ਨਹੀਂ ਹੈਗਾ। ਕਿਉਂਕਿ ਸਾਡੇ ਮਨ 'ਚ ਇਹ ਰੁਕਾਵਟ ਹੁੰਦੀ ਆ, ਅਸੀਂ ਹਿੰਦੂ ਹਾਂ ਤੇ ਸਾਡੇ ਗੁਰੂ ਵੀ ਹਿੰਦੂ ਹੀ ਹੋਣਾ ਚਾਹੀਦਾ ਹੈ। ਅਸੀਂ ਸਿੱਖ ਹਾਂ, ਸਾਡਾ ਗੁਰੂ ਸਿੱਖ ਹੀ ਹੋਣਾ ਚਾਹੀਦਾ ਹੈ। ਅਸੀਂ ਮੁਸਲਮਾਨ ਹਾਂ, ਸਾਡਾ ਗੁਰੂ ਹੀ ਮੁਸਲਮਾਨ ਹੀ ਹੋਵੇਗਾ। ਸੋਚ ਕੇ ਵੇਖੀ, ਜਦੋਂ ਅਸੀਂ ਸਕੂਲ 'ਚ ਜਾਂਦੇ ਹਾਂ ਤੇ ਸਕੂਲ ਦੇ ਵਿੱਚ ਟੀਚਰ ਹੁੰਦੇ ਨੇ, ਅਸੀਂ ਸਕੂਲ ਦੇ ਵਿੱਚ ਕਦੀ ਜਿੱਦ ਕੀਤੀ ਜਾ ਕੇ ਕਿ ਮੈਂ ਤੇ ਇਸ ਜਾਤ ਦਾ ਤੇ ਮੈਂ ਇਸ ਜਾਤ ਦੇ ਟੀਚਰ ਕੋਲੋਂ ਹੀ ਪੜ੍ਹਨਾ ਹੈ, ਮੈਂ ਨਹੀਂ ਦੂਸਰੇ ਕੋਲੋਂ ਪੜ੍ਹਨਾ। ਉਦੋਂ ਤੇ ਅਸੀਂ ਕਹਿੰਦੇ ਹਾਂ ਸਕੂਲ ਵਧੀਆ ਹੋਣਾ ਚਾਹੀਦਾ ਹੈ, ਟੀਚਰ ਵਧੀਆ ਹੋਣਾ ਚਾਹੀਦਾ ਹੈ, ਸਾਨੂੰ ਉਹਦੇ ਨਾਲ ਮਤਲਬ ਨਹੀਂ ਹੈਗਾ। ਗੁਰੂ ਕਹਿ ਲਓ, ਟੀਚਰ ਕਹਿ ਲਈਏ, ਉਸਤਾਦ ਕਹਿ ਲਈਏ, ਇੱਕ ਹੀ ਗੱਲ ਹੈ। ਪਰ ਉਹਦੇ ਵਿੱਚ ਸਾਡਾ ਨਹੀਂ। ਪਰ ਇਸ ਪਾਸੇ ਅਸੀਂ ਜਿਹੜੀ ਦੌਲਤ, ਇੰਨੀ ਉੱਚੀ ਸੁੱਚੀ ਦੌਲਤ ਪੈਦਾ ਜਿਹੜੀ ਪਾਉਣਾ ਚਾਹੁੰਦੇ ਹਾਂ, ਉਹਦੇ ਵਾਸਤੇ ਮਨ ਪਹਿਲਾਂ ਹੀ ਅੜੀਆਂ ਕਰਦਾ ਹੈ। ਪਰ ਸਤਿਗੁਰਾਂ ਨੇ ਉਹ ਇੱਕੋ ਹੀ ਵਚਨ ਦੇ ਵਿੱਚ ਉਹ ਜਿਹੜੀ ਗੱਲ ਮੁਕਾ ਦਿੱਤੀ, ਕਹਿੰਦੇ ਕੋਈ ਆਣ ਮਿਲਾਵੇ। ਕੋਈ ਵੀ ਹੋਵੇ ਜਿਹੜਾ ਮੈਨੂੰ ਆਪਣੇ ਸਤਿਗੁਰਾਂ ਦੇ ਨਾਲ, ਉਸ ਪ੍ਰੀਤਮ ਪਿਆਰੇ ਦੇ ਨਾਲ ਮਿਲਾ ਦੇਵੇ, ਹਉ ਤਿਸ ਪੇ ਆਪ ਵਿਚਾਈ। ਕੋਈ ਛੋਟੀ ਕੀਮਤ ਨਹੀਂ ਦਿੱਤੀ, ਕੋਈ ਬਾਹਰ ਦੀ ਦੌਲਤ ਨਹੀਂ ਕੀਤੀ ਕਿ ਮੈਂ ਉਹਦੇ ਉੱਤੇ ਕੋਠੀ ਵੇਚ ਕੇ ਲਾ ਦੇਵਾਂ, ਮੈਂ ਉਹਦੇ ਉੱਤੇ ਕਾਰ ਵੇਚ ਕੇ ਲਾ ਦੇਵਾਂ, ਮੈਂ ਜ਼ਮੀਨਾਂ ਉਹਦੇ ਨਾਂ ਤੇ ਕਰਵਾ ਦੇਵਾਂ। ਅਸਲੀ ਜਿਹੜੀ ਚੀਜ਼ ਹੈ, ਹਉ ਤਿਸ ਪੇ ਆਪ ਵਿਚਾਈ। ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ, ਮੈਂ ਆਪਣੇ ਆਪ ਨੂੰ ਉਹਦੇ ਉੱਤੇ ਵੇਚ ਦੇਣਾ। ਇਹ ਕਿਉਂ ਕਿਹਾ ਹਉ ਤਿਸ ਪੇ ਮੈਂ ਆਪ ਵਿਚਾਈ? ਕਿਉਂਕਿ ਬਾਕੀ ਚੀਜ਼ਾਂ ਦੀ ਸਭ ਦੀ ਕੀਮਤ ਪਾਈ ਜਾ ਸਕਦੀ ਹੈ, ਪਰ ਇਹਦੀ ਜਿਹੜੀ ਪ੍ਰਭੂ ਦੇ ਅੰਸ਼ ਦੀ ਕੀ ਕੀਮਤ ਅਸੀਂ ਲਾਵਾਂਗੇ? ਤੇ ਉਹ ਕਹਿੰਦੇ ਆ ਕਿ ਜਿਹੜੀ ਚੀਜ਼ ਵੇਚ ਦਿੱਤੀ, ਜਿਸ ਤਰ੍ਹਾਂ ਹਉ ਤਿਸ ਪੇ ਆਪ ਵਿਚਾਈ, ਕਿ ਕਹਿੰਦੇ ਕਿ ਜਿਹੜਾ ਉਹ ਪ੍ਰੀਤਮ, ਕੋਈ ਵੀ ਮੈਨੂੰ ਉਸ ਮੇਰੇ ਪ੍ਰੀਤਮ ਪਿਆਰੇ ਦੇ ਨਾਲ ਮਿਲਾ ਦੇਵੇ, ਮੈਂ ਆਪਣਾ ਆਪ ਉਹਦੇ ਤੋਂ ਕੁਰਬਾਨ ਕਰ ਦੇਣਾ, ਮੈਂ ਆਪਣਾ ਆਪ ਵੇਚ ਦੇਣਾ। ਕਿਉਂਕਿ ਵੇਚੀ ਚੀਜ਼ ਜਿਹੜੀ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਕੋਈ ਚੀਜ਼ ਵੇਚ ਦਿੰਦੇ ਹਾਂ, ਮਿਲਦੀ ਵੀ ਤਾਂ ਹੀ ਆ ਕਿਉਂਕਿ ਇਹ ਜਿਹੜੀ ਇਸ ਪਾਸੇ ਪਰਮਾਰਥ ਜਿਹੜਾ ਆ, ਉਹ ਜਦੋਂ ਤੱਕ ਅਸੀਂ ਆਪਣਾ ਆਪ ਵੇਚਦੇ ਨਹੀਂ, ਪਰਮਾਰਥ ਨਹੀਂ ਮਿਲੇਗਾ। ਪਰਮਾਰਥ ਦੇ ਵਿੱਚ ਅਸੀਂ ਅੱਗੇ ਨਹੀਂ ਵਧਾਂਗੇ। ਕਿਉਂ ਉਹਨਾਂ ਨੇ ਕਿਹਾ ਆਪ ਵੇਚੇ? ਕਿਉਂਕਿ ਜਿਹੜੀ ਚੀਜ਼ ਵੇਚੀ ਜਾਂਦੀ ਹੈ ਉਹਦੇ ਤੇ ਫਿਰ ਸਾਡਾ ਹੱਕ ਨਹੀਂ ਰਹਿੰਦਾ। ਆਪਣਾ ਤਰੱਕੀ ਤਾਂ ਉੱਥੋਂ ਹੀ ਸ਼ੁਰੂ ਹੋਣੀ ਹੈ। ਜਦੋਂ ਅਸੀਂ ਕੋਈ ਚੀਜ਼ ਵੇਚ ਦਿੰਦੇ ਹਾਂ, ਕੋਈ ਚੀਜ਼ ਜਿਸ ਤਰ੍ਹਾਂ ਕੋਈ ਵੀ ਪਦਾਰਥ, ਕੋਈ ਐਸਾ ਕੋਈ ਚੀਜ਼ ਵੇਚ ਦਿੰਦੇ ਹਾਂ, ਗਊ ਹੈ, ਮੱਝ ਹੈ, ਮੋਬਾਇਲ ਹੈ, ਕੋਈ ਆਪਣਾ ਘਰ ਹੈ, ਵੇਚ ਦਿੰਦੇ ਹਾਂ ਤੇ ਅਸੀਂ ਉਹਦੀ ਕੀਮਤ ਲੈ ਲਈ, ਉਹਦੇ ਬਦਲੇ ਜੋ ਵੀ ਲੈ ਲਿਆ ਹੈ ਤੇ ਉਹ ਚੀਜ਼ ਵੇਚ ਦਿੱਤੀ ਹੈ। ਅਸੀਂ ਬੜੀ ਵੱਡੀ ਕੋਠੀ ਤਿਆਰ ਕੀਤੀ ਹੋਵੇ, ਬੜੇ ਅੰਦਰ ਮਾਰਬਲ ਲਗਾਏ ਹੋਣ, ਕੁਛ ਵੀ ਕੀਤਾ ਹੋਵੇ, ਪਰ ਜਿਹਨੂੰ ਵੇਚ ਦਿੱਤੀ ਹੈ, ਹੁਣ ਉਹਦੀ ਮਰਜ਼ੀ ਹੈ ਸਭ ਕੁਛ। ਹੁਣ ਸਾਡੇ ਕੋਲ ਉਹ ਕੀਮਤ ਦਿੰਦੇ ਸਾਰੀ ਉੱਥੇ ਉਹ ਮੰਗਾ ਕੇ ਬਲਡੋਜ਼ਰ ਉਹਨੂੰ ਢਵਾਉਣਾ ਸ਼ੁਰੂ ਕਰ ਦਿੰਦਾ ਹੈ, ਤੇ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਨਾ 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 ਨਾ, ਇਹਨੂੰ ਢਾਈ ਨਾ ਹੁਣ, ਕਿਉਂਕਿ ਅਸੀਂ ਤਾਂ ਚੀਜ਼ ਵੇਚ ਚੁੱਕੇ ਹਾਂ, ਸਾਡਾ ਤਾਂ ਉਹਦੇ ਉੱਤੇ ਹੱਕ ਹੀ ਨਹੀਂ ਹੈਗਾ ਹੁਣ ਕੋਈ ਵੀ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਜਿਹੜਾ ਮੈਨੂੰ ਸਤਿਗੁਰ ਨਾਲ ਮਿਲਾ ਦੇ, ਮੈਂ ਉਹਨੂੰ ਆਪਣਾ ਆਪ ਕੁਰਬਾਨ ਕਰਦਾ ਉਸ ਸਤਿਗੁਰ ਤੋਂ। ਕਿਉਂਕਿ ਜਿਨ੍ਹਾਂ ਨੇ ਵੀ ਉਹ ਪਰਮਾਰਥ ਦੀ ਦੌਲਤ ਪਾਈ, ਉਹਨਾਂ ਨੇ ਆਪਣਾ ਆਪ ਵੇਚ ਦਿੱਤਾ। ਫਿਰ ਇਹ ਨਹੀਂ ਰੱਖਿਆ ਕਿ ਦੇਖੋ ਜੀ ਮੈਂ ਵੱਖਰਾ ਹੈ ਤੇ ਤੂੰ ਵੱਖਰਾ ਹੈ। ਫਿਰ ਉਹਦੇ ਨਾਲ ਹੀ ਮਿਲ ਕੇ ਇੰਨਾ ਪਿਆਰ ਕੀਤਾ ਕਿ ਇੱਕਮਿੱਕੀ ਹੋ ਗਏ ਉਹਦੇ ਨਾਲ। ਫਿਰ ਦੁਨੀਆ 'ਚ ਕੋਈ ਉਹਨਾਂ ਨੂੰ ਵੱਖ ਕਰ ਵੀ ਨਹੀਂ ਪਾਇਆ, ਜਿੰਨਾ ਮਰਜ਼ੀ ਜ਼ੋਰ ਲਾ ਲਿਆ।
ਅਸੀਂ ਕਦੇ ਜੁੜੇ ਹੀ ਨਹੀਂ। ਅਸੀਂ ਸੋਚਦੇ ਹਾਂ ਸਾਨੂੰ ਵੱਖ ਕੀਤਾ ਜਾਂਦਾ ਹੈ। ਅਸੀਂ ਕਦੇ ਜੁੜੇ ਹੀ ਨਹੀਂ ਉਸ ਨਾਲ। ਅਸੀਂ ਆਪਣਾ ਆਪ ਕਦੀ ਵੇਚਿਆ ਹੀ ਨਹੀਂ ਉਹਨੂੰ। ਇੱਕ ਵਾਰੀ ਵੇਗੇ ਤੇ ਫਿਰ ਇਹ ਜਿਹੜੀ ਸਾਡੀ ਕਿੰਤੂ ਪਰੰਤੂ ਜਿਹੜੀਆਂ ਸਾਰੀਆਂ ਖਤਮ ਹੋ ਜਾਣਗੀਆਂ। ਅਸੀਂ ਸਤਿਗੁਰਾਂ ਦੀ ਸੇਵਾ ਦੇ ਵਿੱਚ ਦੇਖੀਏ, ਮੈਂ ਪਹਿਲਾਂ ਕਿਹਾ ਸੀ ਕਿ ਇੱਕ ਇੱਕ ਕੜੀ ਜਿਹੜੀ ਹੈ ਆਪਣੇ ਆਪ ਦੇ ਉੱਤੇ ਘਟਾ ਕੇ ਦੇਖਣੀ ਹੈ। ਇਹ ਸਾਡੇ ਵਾਸਤੇ ਨੇ ਸਾਰੇ ਵਚਨ, ਕਿ ਮੈਂ ਉਹਦੇ ਤੇ ਪੂਰਾ ਉਤਰ ਰਿਹਾ। ਜੋ ਸਤਿਗੁਰਾਂ ਦੇ ਵਚਨ ਨੇ ਮੈਂ ਉੱਤੇ ਪੂਰਾ ਆ ਰਿਹਾ। ਜੇ ਮੈਂ ਪੂਰਾ ਨਹੀਂ ਆ ਰਿਹਾ ਤੇ ਮੈਂ ਪਰਮਾਰਥ ਦਾ ਹੱਕਦਾਰ ਨਹੀਂ ਹੈਗਾ। ਕਿਹੜੇ ਮੂੰਹ ਦੇ ਨਾਲ ਮੈਂ ਬੇਨਤੀ ਕਰਾਂ ਉਹਨਾਂ ਦੇ ਅੱਗੇ? ਕਿਹੜੇ ਮੂੰਹ ਦੇ ਨਾਲ ਮੈਂ ਉਹਨਾਂ ਦੇ ਅੱਗੇ ਖੜਾ ਹੋਵਾਂ? ਕਿਹੜੇ ਮੂੰਹ ਦੇ ਨਾਲ ਕੋਈ ਉਹਨਾਂ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਸ਼ਰਤ ਰੱਖਾਂ? ਤੇ ਉਹਨੂੰ ਸੁਣਾਇਆ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੇ ਮੈਂ ਆਪ ਵਿੱਚ ਆਈ। ਕਿ ਜਿਹੜਾ ਮੇਰਾ ਕੋਈ ਵੀ ਮੈਨੂੰ ਮੇਰੇ ਪ੍ਰੀਤਮ ਦੇ ਨਾਲ ਜਿੱਥੋਂ ਮੈਂ ਵਿਛੜਿਆ ਪਿਆ ਏ ਉਧਰ ਨੂੰ ਮੈਨੂੰ ਮਿਲਾ ਦੇਵੇ ਤੇ ਮੈਂ ਉਹਦੇ ਤੋਂ ਆਪਣਾ ਆਪ ਕੁਰਬਾਨ ਕਰ ਦੇਵਾਂ। ਹਾਂਜੀ। ਦਰਸ਼ਨ ਹਾਰ ਦੇਖਣ ਕੈ ਤਾਈ। ਹੁਣ ਉਹਦੇ ਵਿੱਚ ਹੋਰ ਕੋਈ ਸ਼ਰਤ ਨਹੀਂ ਰੱਖੀ, ਕਿਉਂਕਿ ਪਰਮਾਰਥ ਦੀ ਗੱਲ ਹੋ ਰਹੀ ਹੈ। ਆਪਣੇ ਆਪ ਨੂੰ ਵੇਚ ਦਿੱਤਾ ਕੋਈ ਛੋਟੀ ਗੱਲ ਏ, ਪਰ ਅਸੀਂ ਵੇਚਦੇ ਹਾਂ ਆਪਣੇ ਆਪ ਨੂੰ। ਦੁਨੀਆ ਦੀ ਦੌਲਤਾਂ ਵਾਸਤੇ ਵੇਚਦੇ ਹਾਂ, ਰਿਸ਼ਤੇ ਨਾਤਿਆਂ ਵਾਸਤੇ ਵੇਚਦੇ ਹਾਂ, ਮਾਣ ਵਡਿਆਈ ਵਾਸਤੇ ਵੇਚਦੇ ਹਾਂ। ਪਰ ਸਤਿਗੁਰ ਕੀ ਵਚਨ ਕਰ ਰਹੇ ਨੇ? ਕਹਿੰਦੇ ਮੈਂ ਆਪਣੇ ਆਪ ਨੂੰ ਵੇਚਿਆ ਹੈ, ਪਰ ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੇ ਤਾਈ। ਉਸ ਹਰੀ ਦੇ ਦਰਸ਼ਨ ਦੇ ਵਾਸਤੇ ਉਹਦਾ ਮੈਂ ਉਹਦਾ ਮੈਂ ਜੱਜ ਚੱਕਿਆ। ਉਹਨੂੰ ਪਾਉਣ ਵਾਸਤੇ ਮੈਂ ਆਪਣੇ ਆਪ ਨੂੰ ਵੇਚਿਆ। ਮੈਨੂੰ ਹੋਰ ਕੋਈ ਦੁਨੀਆ ਦੀ ਦੌਲਤ ਨਹੀਂ ਚਾਹੀਦੀ, ਦੁਨੀਆ ਦੀਆਂ ਮਾਣ ਵਡਿਆਈਆਂ ਨਹੀਂ ਮੈਨੂੰ ਚਾਹੀਦੀਆਂ, ਕੋਈ ਹੈ ਦੁਨੀਆ ਦੀਆਂ ਦੌਲਤਾਂ ਨਹੀਂ ਮੈਨੂੰ ਚਾਹੀਦੀਆਂ। ਜੇ ਅਸੀਂ ਉਸ ਪਰਮਾਤਮਾ ਨੂੰ ਪਾਉਣ 'ਚ ਕਹਿੰਦੇ ਹਾਂ, ਆਪਣੇ ਆਪ ਨੂੰ ਗੁਰਸਿੱਖ ਕਹਿੰਦੇ ਹਾਂ, ਉਹ ਚਾਹੁੰਦੇ ਹਾਂ ਕਿ ਅਸੀਂ ਸੇਵਾਦਾਰ ਬਣੀਏ, ਤੇ ਫਿਰ ਇਹ ਜਿਹੜਾ ਦਾਅਵਾ ਪਹਿਲਾਂ ਦੂਰ ਹੋਏਗਾ। ਜਦੋਂ ਤੱਕ ਸਾਡੇ ਅੰਦਰ ਦਾਅਵੇ ਨੇ ਉਦੋਂ ਤੱਕ ਅਸੀਂ ਉਸ ਚੀਜ਼ ਤੇ ਚੱਲ ਨਹੀਂ ਸਕਦੇ। ਇਸੇ ਕਰਕੇ ਦਾਦੂ ਸਾਹਿਬ ਨੇ ਫਰਮਾਇਆ ਕਿ ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ, ਕਿਤੇ ਸੌਦਾ ਕਰ ਗਏ ਪੰਸਾਰੀ ਦੇ ਹੱਟ। ਇਹ ਜਿਹੜੇ ਦਾਅਵੇ ਨੇ ਦੂਰ ਕਰਨੇ ਪੈਣਗੇ। ਮੈਂ ਕਈ ਵਾਰੀ ਬੇਨਤੀ ਕਰਦਾ ਰਹਿੰਦਾ ਕਿ ਰੋਜ਼ ਦਿਹਾੜੀ ਸਾਡੀ, ਅਸੀਂ ਜਦੋਂ ਸਕੂਲ ਦੇ ਵਿੱਚ ਹੁੰਦੇ ਹਾਂ ਤਾਂ ਸਕੂਲ ਦੇ ਵਿੱਚ ਕੀ ਹੁੰਦਾ ਹੈ? ਆਪਣੇ ਮਨ 'ਚ ਖਿਆਲ ਕਰਕੇ ਦੇਖੀਏ ਕਿ ਜਦੋਂ ਅਸੀਂ ਬੱਚਾ ਜਦੋਂ ਸਕੂਲ ਜਾਂਦਾ, ਬੱਚਾ ਕਈ ਵਾਰੀ ਡਰਦਾ ਹੈ, ਕਹਿੰਦਾ ਮੈਂ ਨਹੀਂ ਸਕੂਲ ਜਾਣਾ, ਮੈਂ ਨਹੀਂ ਸਕੂਲ ਜਾਣਾ। ਸਕੂਲ ਵੀ ਇੱਟਾਂ ਪੱਥਰ ਦਾ ਬਣਿਆ ਹੈ, ਘਰ ਵੀ ਇੱਟਾਂ ਪੱਥਰ ਦਾ ਬਣਿਆ ਹੈ, ਪਰ ਉਹ ਸਕੂਲ ਕਿਉਂ ਨਹੀਂ ਜਾਣਾ ਚਾਹੁੰਦਾ? ਕਿਉਂਕਿ ਉਹਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਪੜ੍ਹਾਈ ਹੋਣੀ ਹੈ। ਸਕੂਲ ਦੇ ਵਿੱਚ ਉਹ ਮੇਰੀਆਂ ਉਹਨਾਂ ਜਿਹੜੀ ਅਗਿਆਨਤਾ ਨੂੰ ਦੂਰ ਕੀਤਾ ਜਾਣਾ ਹੈ। ਮੈਨੂੰ ਬਾਰ-ਬਾਰ ਜਿਹੜਾ ਸਬਕ ਉਹਦੇ ਉੱਤੇ ਲਿਆਂਦਾ ਜਾਣਾ ਹੈ ਕਿ ਆਹ ਯਾਦ ਕਰ, ਆਹ ਯਾਦ ਕਰ। ਅਸੀਂ ਵੀ ਇੱਕ ਸਕੂਲ ਦੇ ਵਿੱਚ ਬੈਠੇ ਹਾਂ, ਸਕੂਲ ਦੇ ਵਿੱਚ ਤੇ ਪੜ੍ਹਾਈ ਹੀ ਚੱਲਣੀ ਹੈ। ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਪੜ੍ਹ ਨਹੀਂ ਗਏ, ਸਿੱਖ ਨਹੀਂ ਗਏ, ਉਦੋਂ ਤੱਕ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਕਹਾਂਗੇ ਕਿ ਅਸੀਂ ਕੋਈ ਬਣ ਗਏ, ਕੁਛ ਬਣ ਕੇ ਨਿਕਲ ਆਏ। ਇਸ ਕਰਕੇ ਕੋਈ ਵੀ ਇੱਥੇ ਦਾਅਵੇ ਉਹਨਾਂ ਚੀਜ਼ਾਂ ਨੂੰ ਛੱਡੀਏ। ਸੇਵਾ ਦੇ ਵਿੱਚ ਸੇਵਾਦਾਰ ਬਣੀਏ, ਮਾਲਕ ਨਾ ਬਣੀਏ ਕਿ ਆਹ ਚੀਜ਼ ਮੇਰੀ ਏ, ਆਹ ਚੀਜ਼ ਮੇਰੀ ਏ, ਮੈਂ ਤੇ ਇੱਥੇ ਕਾਬਜ ਹੋ ਗਿਆ, ਮੈਂ ਤੇ ਆਹ ਚੀਜ਼ ਮੇਰੇ ਤੋਂ ਬਗੈਰ ਨਹੀਂ, ਆਹ ਮੈਂ ਇਸ ਤੋਂ ਬਗੈਰ ਨਹੀਂ। ਅਸੀਂ ਆਏ ਹਾਂ ਗੁਰੂ ਵਾਸਤੇ, ਗੁਰੂ ਨਾਲ ਨਾਤਾ ਬਣਾਉਣ ਵਾਸਤੇ। ਅਸੀਂ ਅਹੁਦੇ ਲੈਣ ਨਹੀਂ ਆਏ। ਅਸੀਂ ਦੁਨੀਆ ਦੀਆਂ ਕੋਈ ਜਿਹੜੀਆਂ ਜਿਸ ਤਰ੍ਹਾਂ ਸੰਸਾਰੀ ਦੌਲਤਾਂ ਜਿਹਨਾਂ ਨੂੰ ਅਸੀਂ ਕਹਿੰਦੇ ਅਸੀਂ ਛੱਡ ਕੇ ਆਏ ਹਾਂ, ਅਸੀਂ ਉਹ ਚੀਜ਼ਾਂ ਲੈਣ ਵਾਸਤੇ ਨਹੀਂ ਆਏ। ਗੁਰੂ ਸਾਨੂੰ ਉਹੀ ਚੀਜ਼ ਬਖਸ਼ਣਾ ਚਾਹੁੰਦਾ ਹੈ ਜਿਹੜੀ ਦੁਨੀਆ ਤੇ ਨਹੀਂ ਮਿਲਦੀ। ਘਰ-ਬਾਰ ਤੇ ਇੱਥੇ ਵੀ ਮਿਲ ਜਾਣਗੇ, ਪਦਾਰਥ ਉੱਥੇ ਵੀ ਮਿਲ ਜਾਣਗੇ, ਅਹੁਦੇ ਉੱਥੇ ਵੀ ਮਿਲ ਜਾਣਗੇ, ਵਧੀਆ-ਵਧੀਆ ਬਿਸਤਰੇ ਉੱਥੇ ਮਿਲ ਜਾਣਗੇ, ਵਧੀਆ-ਵਧੀਆ ਕਮਰੇ ਮਿਲ ਜਾਣਗੇ, ਵਧੀਆ-ਵਧੀਆ ਬੈੱਡ ਮਿਲ ਜਾਣਗੇ, ਵਧੀਆ-ਵਧੀਆ ਖਾਣੇ ਮਿਲ ਜਾਣਗੇ, ਪਰ ਜੋ ਗੁਰੂ ਬਖਸ਼ਣਾ ਚਾਹੁੰਦਾ ਉਹ ਮਿਲ ਜਾਏਗਾ ਕਿਤੋਂ? ਉਹ ਨਹੀਂ ਮਿਲੇਗਾ ਕਿਤੋਂ। ਪਰ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਝਾਤੀ ਮਾਰਨੀ ਹੈ ਕਿ ਕੀ ਅਸੀਂ ਉਸ ਚੀਜ਼ ਦੇ ਲਾਇਕ ਹੈਗੇ? ਅਸੀਂ ਜੋ ਸਤਿਗੁਰ ਫਰਮਾ ਰਹੇ ਨੇ, ਜਿਸ ਤਰ੍ਹਾਂ ਉਹਨਾਂ ਨੇ ਪਰਮਾਰਥ ਦੇ ਚਾਹਵਾਨ ਨੇ, ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਆਪ ਵੇਚਣ ਵਾਸਤੇ ਤਿਆਰ ਹੈ, ਪਰ ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੇ ਤਾਈ। ਹੋਰ ਕੋਈ ਮੰਗ ਨਹੀਂ ਹੈ।
ਆਪਣੇ ਸਤਿਗੁਰ ਪਿਆਰੇ ਦੇ ਦਰਸ਼ਨਾਂ ਵਾਸਤੇ ਮੈਂ ਇਹ ਜਿਹੜੀ ਚੀਜ਼ ਮਨਜ਼ੂਰ ਕੀਤੀ ਹੈ। ਹਾਂਜੀ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ। ਹੁਣ ਅਸੀਂ ਕਹਿੰਦੇ ਹਾਂ ਕਿ ਕਿਰਪਾ ਨਹੀਂ ਹੋਈ, ਸਤਿਗੁਰ ਸਾਡੇ ਤੇ ਕਿਰਪਾ ਨਹੀਂ ਕੀਤੀ, ਸਤਿਗੁਰ ਸਾਡੇ ਤੇ ਕਿਰਪਾ ਕਰਨ। ਆਮ ਅਸੀਂ ਇਹ ਲਫ਼ਜ਼ ਕਹਿੰਦੇ ਹਾਂ, ਪਰ ਉਸ ਵਚਨ ਨੂੰ ਸਮਝਿਆ ਨਹੀਂ। ਪਹਿਲੀ ਕਿਰਪਾ ਸਾਡੇ ਤੇ ਹੋ ਚੁੱਕੀ ਹੈ। ਹੁਣ ਕਿਹਾ ਕਿ ਕਿਰਪਾ ਕਰੇ, ਕਿਹਨੇ ਕਿਰਪਾ ਕਰਨੀ? ਉਸ ਪਰਮਾਤਮਾ, ਉਸ ਈਸ਼ਵਰ, ਉਸ ਨੂੰ ਗੋਡ, ਵਾਹਿਗੁਰੂ, ਜੋ ਮਰਜ਼ੀ ਅਸੀਂ ਕਹਿ ਲਈਏ। ਕਹਿੰਦੇ ਕਿਰਪਾ ਕਰੇ ਤਾਂ ਸਤਿਗੁਰੂ ਮਿਲੇ। ਜਦੋਂ ਉਹਦੀ ਕਿਰਪਾ ਹੁੰਦੀ ਏ ਜੀਵ ਤੇ, ਜਦੋਂ ਇਹਦੇ ਅੰਦਰ ਥੋੜ੍ਹੀ ਜਿਹੀ ਚਾਹ ਉੱਠਦੀ ਹੈ, ਕਦੀ ਵੀ ਕੋਈ ਐਸਾ ਕੋਈ ਮਨ ਦੇ ਵਿੱਚ ਖਿਆਲ ਆਉਂਦਾ ਹੈ, ਕੋਈ ਐਸਾ ਕਰਮ ਇਹਦਾ ਜਿਹੜਾ ਆਉਂਦਾ ਹੈ, ਤੇ ਸਤਿਗੁਰ ਜਿਹੜੇ ਹਰੀ ਕਹਿ ਲਓ, ਉਹਨੂੰ ਪਰਮੇਸ਼ਵਰ ਕਹਿ ਲਓ, ਵਾਹਿਗੁਰੂ ਕਹਿ ਲਓ, ਉਹ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ? ਇਹ ਤੇ ਕਿਰਪਾ ਕੀ ਕਰਦਾ? ਇਹਨੂੰ ਸਤਿਗੁਰਾਂ ਦੇ ਨਾਲ ਮਿਲਾ ਦਿੰਦਾ। ਕਹਿੰਦੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਤੇ ਆਏ। ਉਸ ਤੋਂ ਬਾਅਦ ਸਾਡੀ ਅਗਲੀ ਪੜ੍ਹਾਈ ਸ਼ੁਰੂ ਹੁੰਦੀ ਹੈ। ਜਦੋਂ ਸਾਨੂੰ ਸਤਿਗੁਰ ਮਿਲਦੇ ਨੇ ਤੇ ਉਹ ਸਾਨੂੰ ਦੁਨੀਆਦਾਰਾਂ 'ਚ ਨਹੀਂ, ਦੁਨੀਆ 'ਚ ਨਹੀਂ ਵਸਾਉਂਦੇ, ਦੁਨੀਆ ਦੀ ਪੜ੍ਹਾਈ ਨਹੀਂ ਕੋਈ ਕਰਾਉਂਦੇ। ਜਿਸ ਤਰ੍ਹਾਂ ਸਾਨੂੰ ਆਮ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈਆਂ ਹੁੰਦੀਆਂ ਨੇ, ਬਾਹਰ ਦੀਆਂ ਪੜ੍ਹਾਈਆਂ ਨਹੀਂ। ਸਤਿਗੁਰ ਦਾ ਇਹ ਜਿਹੜਾ ਕੰਮ ਹੈ, ਸਤਿਗੁਰ ਮਿਲੇ ਤਾਂ ਹਰ ਹਰ ਨਾਮ ਤੇ ਆਈ। ਫਿਰ ਸਾਨੂੰ ਉਹ ਚੀਜ਼ ਤੋਂ ਸਤਿਗੁਰੂ ਫਿਰ ਹਟਾਉਂਦੇ ਨੇ ਕਿ ਬਈ ਛੱਡ ਦੁਨੀਆ ਦੀਆਂ ਚੀਜ਼ਾਂ ਨੂੰ। ਕਿਉਂ ਇੱਥੇ ਜਕੜਾ ਮਾਰੀ ਫਿਰਦਾ ਹੈ? ਕਿਉਂ ਇੱਥੇ ਹਉਮੈ ਨੂੰ ਵਧਾਈ ਜਾਂਦਾ ਹੈ? ਕਿਉਂ ਪਕੜਾਂ ਜ਼ਿਆਦਾ ਵਧਾ ਕੇ ਤੇ ਇੱਥੇ ਆਪਣੇ ਰਹਿਣ ਦਾ ਸਮਾਨ ਫਿਰ ਤਿਆਰ ਕਰੀ ਜਾ ਰਿਹਾ ਹੈ? ਸਾਡੀਆਂ ਉਹਨਾਂ ਜੜ੍ਹਾਂ ਨੂੰ ਵੱਢਦੇ ਨੇ ਜਦੋਂ, ਤੇ ਫਿਰ ਸਾਨੂੰ ਦੁੱਖ ਹੁੰਦਾ ਹੈ, ਕਿਉਂਕਿ ਅਸੀਂ ਤੇ ਉਹਨਾਂ, ਸਾਡਾ ਵਜੂਦ ਹੀ ਉਹਨਾਂ ਜੜ੍ਹਾਂ ਦੇ ਨਾਲ ਖਲੋਤਾ ਹੁੰਦਾ ਹੈ। ਫਲਾਣੇ ਦੇ ਪੋਤੇ ਆ, ਫਲਾਣੇ ਦੇ ਧੀ ਆ, ਫਲਾਣੀ ਜਾਤ ਏ। ਇਹ ਜਿਹੜੀਆਂ ਚੀਜ਼ਾਂ ਦੇ ਨਾਲ ਸਾਡਾ ਵਜੂਦ ਹੁੰਦਾ ਹੈ। ਅਸੀਂ ਕਦੀ ਇਹ ਨਹੀਂ ਕਦੀ ਕਹਿੰਦੇ ਮੈਂ ਸਤਿਗੁਰ ਦਾ ਸਿੱਖ ਹਾਂ, ਮੈਂ ਗੁਰੂ ਦਾ ਸਿੱਖ ਹਾਂ। ਕੀ ਕਹਿੰਦੇ? ਮੈਂ ਫਲਾਣੇ ਦਾ ਪੋਤੇ ਹਾਂ, ਫਲਾਣੇ ਦਾ ਮੈਂ ਇੱਦਾਂ ਪੋਤਰਾ ਵਾਂ, ਫਲਾਣੀ ਕੁਲ ਦਾ ਮਾਲਕ ਆ, ਇੰਨਾ ਮੇਰੇ ਕੋਲ ਜਾਇਦਾਦ ਆ। ਆਹ ਚੀਜ਼ਾਂ ਮਾਣ ਉਹ ਫਿਰ ਵੀ ਨਹੀਂ ਛੁੱਟਦੇ ਸਾਡੇ ਕੋਲ। ਮਾਣ ਤੇ ਕਰਨਾ ਸੀ ਗੁਰੂ ਦਾ, ਕਿ ਗੁਰੂ ਵੱਡਾ ਹੈ, ਉਹਨੇ ਮੇਰੇ ਦੁੱਖ ਦੂਰ ਕਰਨੇ ਆ। ਮੇਰਾ ਵੈਦ ਗੁਰੂ ਗੋਬਿੰਦ ਆ, ਹੋਰ ਕੋਈ ਨਹੀਂ। ਮੇਰਾ ਵੈਦ ਕੋਈ ਹੋਰ ਨਹੀਂ ਹੈ। ਮੇਰੇ ਦੁੱਖ ਤੇ ਉਹਨੇ ਹੀ ਦੂਰ ਕਰਨੇ ਨੇ, ਹੋਰ ਦੁਨੀਆ ਦੇ ਕੋਈ ਦੁੱਖ ਦੂਰ ਕਰਨ ਵਾਲਾ ਨਹੀਂ। ਪਰ ਜਦੋਂ ਤੱਕ ਇਹਦੇ ਮਾਣ ਨੇ, ਜਦੋਂ ਤੱਕ ਇਹਦੇ ਅੰਦਰ ਹੰਕਾਰ ਹੈ, ਉਦੋਂ ਤੱਕ ਇਹਦੇ ਦੁੱਖ ਨਹੀਂ ਦੂਰ ਹੋ ਸਕਦੇ। ਤਾਂ ਉਹਨੇ ਫਰਮਾਇਆ ਕਿ ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਤੇ ਆਏ। ਫਿਰ ਸਤਿਗੁਰਾਂ ਨੇ ਇੱਕੋ ਹੀ ਨਾਮ ਜਿਹੜਾ ਸਾਡੇ ਕੋਲ ਜਪਾਉਣਾ ਹੈ, ਉਸ ਹਰੀ ਵਾਲੇ ਪਾਸੇ ਨੂੰ ਤੁਰਨਾ ਹੈ, ਤੇ ਫਿਰ ਬਾਕੀ ਭਾਰ ਜਿਹੜੇ ਇੱਥੇ ਲਾਉਣੇ ਪੈਣੇ, ਬਾਕੀ ਭਾਰ ਛੱਡ ਕੇ ਫਿਰ ਹੀ ਅਸੀਂ ਉਸ ਹਰੀ ਦਾ ਨਾਮ ਧਿਆ ਸਕਦੇ ਹਾਂ। ਹਾਂਜੀ। ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁਖ ਵੀ ਤੁਝੇ ਧਿਆਈ। ਹੁਣ ਕਹਿਣਾ ਬੜਾ ਸੌਖਾ ਹੈ, ਇਹ ਵਾਲਾ ਬੋਲ ਲੈਣਾ ਬੜਾ ਸੌਖਾ ਹੈ, ਸੁਣ ਲੈਣਾ ਬੜਾ ਸੌਖਾ ਹੈ, ਪਰ ਸਤਿਗੁਰਾਂ ਨੇ ਇਹਦੇ ਉੱਤੇ ਚੱਲ ਕੇ ਦਿਖਾਇਆ ਹੈ। ਸਤਿਗੁਰਾਂ ਦੇ ਸਿੱਖ ਜਿਨ੍ਹਾਂ ਨੇ ਭਗਤੀ ਕੀਤੀ ਹੈ, ਜਿਨ੍ਹਾਂ ਨੂੰ ਅਸੀਂ ਅੱਜ ਜਾਣਦੇ ਹਾਂ, ਜਿਨ੍ਹਾਂ ਦੇ ਅਸੀਂ ਸਾਖੀਆਂ ਸੁਣਦੇ ਹਾਂ, ਜਿਨ੍ਹਾਂ ਦੇ ਅਸੀਂ ਜਕਾਰੇ ਛੱਡਦੇ ਹਾਂ, ਉਹਨਾਂ ਨੇ ਇਸ ਅਵਸਥਾ ਨੂੰ ਹਾਸਲ ਕੀਤਾ ਹੈ। ਹੁਣ ਕਿਹਾ ਕਿ ਮਛਲੀ ਕੋ ਜੈਸੇ ਜਲਦਾਰਾ, ਗੁਰਮੁਖ ਕੋ ਅਸ ਸਤਿਗੁਰ ਪਿਆਰਾ। ਮਾਤਾ ਕੋ ਜੈਸੇ ਸੁਤ ਪਿਆਰਾ। ਜਦੋਂ ਤੱਕ ਇਹੋ ਜਿਹੀਆਂ ਜਿਹੜੀ ਉਹਨਾਂ ਨੇ ਸਾਨੂੰ ਵਚਨ ਦੱਸੇ, ਕਾਹਦੇ ਵਾਸਤੇ ਦੱਸੇ? ਪਿੱਛੇ ਵੀ ਸਤਿਗੁਰਾਂ ਦੇ ਵਚਨ ਸੁਣੇ ਸੀ ਕਿ ਜਸ ਕਾਮੀ
जस कामी को कामन प्यारी, अस गुरमुख को गुरु का गात। ये वचन ਜਦੋਂ तक ਉਹ ਰਹਿਣੀਦੇ ਆ ਉਸ ਚੀਜ਼ ਦੇ ਕਿ ਜਿਸ ਤਰ੍ਹਾਂ ਇੱਕ ਮਾਤਾ ਨੂੰ ਆਪਣੇ ਬੱਚੇ ਦੇ ਨਾਲ ਪਿਆਰ ਹੁੰਦਾ ਹੈ, ਕਾਮੀ ਨੂੰ ਆਪਣੇ ਕਾਮਨ ਦੇ ਨਾਲ ਹੁੰਦਾ ਹੈ, ਮਛਲੀ ਨੂੰ ਪਾਣੀ ਦੇ ਨਾਲ ਪਿਆਰ ਹੁੰਦਾ ਹੈ, ਉਸ ਤੋਂ ਵਿਛੋੜਾ ਨਹੀਂ ਸਹਿੰਦੇ। ਉਹਦੇ ਨਾਲ ਮੇਨ ਚੀਜ਼ ਚਾਹੀਦੀ ਹੈ, ਜਿਹੜਾ ਮੇਨ ਗੱਲ ਹੈ ਉਹ ਮੇਨ ਚੀਜ਼ ਚਾਹੀਦੀ ਹੈ, ਹੋਰ ਕੁਛ ਨਾ ਮਿਲੇ ਨਾ ਮਿਲੇ ਕੁਛ ਵੀ। ਹੁਣ ਜਦੋਂ ਅਸੀਂ ਤੇ ਗੁਰਸਿੱਖ ਬਣਾਂਗੇ ਤੇ ਫਿਰ ਤੇ ਸਾਨੂੰ ਗੁਰੂ ਹੀ ਚਾਹੀਦਾ ਹੈ, ਫਿਰ ਨਹੀਂ ਹੋਰ ਕੋਈ ਮੰਗ ਕਰਾਂਗੇ। ਜਿਸ ਨੇ ਫਰਮਾਇਆ ਜੇ ਸੁਖ ਦੇ ਤਾਂ ਤੁਝੇ ਅਰਾਧੇ, ਦੁੱਖ ਵੀ ਤੁਝੇ ਤੇ ਆਏ। ਕਹਿੰਦੇ ਸਤਿਗੁਰੂ ਜੀ ਮੈਂ ਸੁੱਖ ਦੁੱਖ ਲੈਣ ਨਹੀਂ ਆਇਆ, ਤੇ ਸੁੱਖ ਦੁੱਖਾਂ ਦੀ ਪ੍ਰਾਪਤੀ ਵਾਸਤੇ ਨਹੀਂ ਆਇਆ, ਮੈਂ ਤੇ ਤੁਹਾਡੇ ਵਾਸਤੇ ਆਇਆ, ਤੁਹਾਨੂੰ ਪਾਉਣ ਵਾਸਤੇ ਆਇਆ। ਸੁੱਖ ਦੁੱਖ ਦੇ ਇਹ ਰੁਕਾਵਟਾਂ ਨੇ ਰਸਤੇ ਦੇ ਵਿੱਚ, ਪਰ ਜੇ ਅਸੀਂ ਸੁੱਖਾਂ ਦੁੱਖਾਂ ਨੂੰ ਲੈ ਕੇ ਚੱਲ ਰਹੇ ਹਾਂ ਤੇ ਫਿਰ ਭਗਤੀ ਸਾਡੇ ਤੋਂ ਕੋਸਾਂ ਦੂਰ ਹੈ। ਇਤਿਹਾਸ ਦੇ ਵਿੱਚ ਅਸੀਂ ਘਟਨਾ ਸੁਣੀ, ਸ਼ਾਇਦ ਪੰਜਵੇਂ ਪਾਤਸ਼ਾਹੀ ਦੇ ਟਾਈਮ ਦੇ ਉੱਤੇ ਭਾਈ ਮਾਂਝੀ ਹੋਏ, ਦੱਸਦੇ ਨੇ ਅੱਛੇ ਆਪਣੇ ਜਿਸ ਤਰ੍ਹਾਂ ਕੋਈ ਸੇਠ ਸ਼ਾਹੂਕਾਰ ਹੁੰਦੇ ਨੇ ਜਾਂ ਕੁਛ ਵੀ ਪਿੰਡਾਂ ਦੇ ਵਿੱਚ ਹੁੰਦੇ ਨੇ, ਇਸੇ ਤਰ੍ਹਾਂ ਹੀ ਉਹ ਵੀ ਸੀ। ਤੇ ਜਿਸ ਵੀ ਆਪਣੇ ਕਿਸੇ ਜਗ੍ਹਾ ਤੇ ਉਹਨਾਂ ਦੀ ਮਨਾਓ ਸੀ, ਕਿਸੇ ਨੂੰ ਮੰਨਦੇ ਸੀ, ਜਿਸ ਤਰ੍ਹਾਂ ਆਪਾਂ ਕੋਈ ਦਰਗਾਹ ਕਹਿ ਲਈਏ, ਕੋਈ ਕਬਰ ਕਹਿ ਲਈਏ, ਜਾਂ ਕੋਈ ਇਸ ਤਰ੍ਹਾਂ ਕਿਸੇ ਵੀ ਕੋਈ ਉਹਨਾਂ ਦੇ ਕਿਸੇ ਥਾਂ ਤੇ ਜਾਂਦੇ ਸੀ, ਪਰ ਅੰਦਰ ਉਹ ਹੋਵੇ ਤੇ ਸਹੀ, ਖਿੱਚ ਹੋਵੇ ਤੇ ਸਹੀ, ਪਾਉਣ ਦੀ ਹੋਵੇ ਸਹੀ, ਕਲਾਸ ਪੜ੍ਹਾਈ ਦੀ, ਇਸ ਤਰ੍ਹਾਂ ਪਹਿਲੀ ਕਲਾਸ ਹੈ, ਦੂਜੀ ਕਲਾਸ ਹੈ, ਜੇ ਅੱਗੇ ਪੜ੍ਹਨ ਦੀ ਉਹ ਹੈਗੀ ਹੈ ਲਾਲਸਾ ਤੇ ਫਿਰ ਤੇ ਅੱਗੇ ਪੜ੍ਹ ਜਾਏਗਾ, ਫਿਰ ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਕਲਾਸਾਂ ਬਦਲ ਜਾਣੀਆਂ ਨੇ ਇਹਦੀਆਂ। ਪਰ ਜੇ ਇਹਨੂੰ ਪੜ੍ਹਨ ਦੀ ਲਾਲਸਾ ਹੈ ਹੀ ਨਹੀਂ ਅੰਦਰ ਮਨ ਦੇ ਵਿੱਚ, ਧੱਕੇ ਦੇ ਨਾਲ ਇਹਨੂੰ ਪੜ੍ਹਾਇਆ ਜਾ ਰਿਹਾ ਹੈ, ਤੇ ਫਿਰ ਇਹਨੇ ਕਿੱਥੋਂ ਪੜ੍ਹਨਾ? ਫਿਰ ਨਹੀਂ ਇਹਦੇ ਕੋਲ ਪੜ੍ਹਿਆ ਜਾਣਾ। ਤੇ ਉਹ ਭਾਈ ਮੰਝ ਜੀ ਦੱਸਦੇ ਨੇ ਕਿ ਅੱਛੇ ਉਹ ਮਤਲਬ ਹੈਗੇ ਸੀ, ਪਿੰਡ 'ਚ ਰਸੂਖ ਸੀ ਉਹਨਾਂ ਦਾ, ਆਪਣਾ ਮਨ ਦੇ ਵਿੱਚ ਦਇਆ ਭਾਵਨਾ ਵੀ ਸੀ, ਉਹ ਪਰਮਾਰਥ ਦੀ ਚਾਹ ਵੀ ਰੱਖਦੇ ਸੀ। ਤੇ ਜਦੋਂ ਦੱਸਦੇ ਆ ਕਿ ਉੱਥੇ ਗਏ ਆਪਣੇ ਜਿਹੜੀ ਉਹਨਾਂ ਦੀ ਜਗ੍ਹਾ ਸੀ ਜਿੱਥੇ ਆਪਣੇ ਸਤਿਗੁਰਾਂ ਦੇ ਪਾਸ ਜਾਂਦੇ ਸੀ, ਤੇ ਉਧਰ ਨੂੰ ਜਦੋਂ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੇ, ਜਿਸ ਤਰ੍ਹਾਂ ਪਹਿਲਾਂ ਪੈਦਲ ਹੀ ਯਾਤਰਾ ਹੁੰਦੀਆਂ ਸੀ ਜਾ ਰਹੀਆਂ, ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਜਦੋਂ ਠਹਿਰੇ ਕਿਤੇ, ਤੇ ਉੱਥੋਂ ਕਿਸੇ ਲਾਗਿਓਂ ਲੋਕੀ ਹੋਰ ਵੀ ਕਿਤੇ ਜਾ ਰਹੇ ਸੀ, ਉਹਨਾਂ ਨੂੰ ਪੁੱਛਿਆ ਕਿੱਥੇ ਜਾ ਰਹੇ ਹੋ? ਤੇ ਉਹਨਾਂ ਨੇ ਦੱਸਿਆ ਪੰਜਵੇਂ ਪਾਤਸ਼ਾਹ ਬਾਰੇ ਕਿ ਬਈ ਇੱਥੇ ਸਾਡੇ ਸਤਿਗੁਰ ਇੱਥੇ ਰਹਿੰਦੇ ਨੇ, ਬੜੇ ਦਿਆਲ ਨੇ, ਬੜੀ ਕਿਰਪਾ ਕਰਦੇ ਨੇ, ਬੜੀਆਂ ਉਹਨਾਂ ਦੀ ਸ਼ੋਭਾ ਕੀਤੀ, ਕੋਈ ਸ਼ੋਭਾ ਦੇ ਭਜਨ ਸੁਣਾਏ। ਮਨ 'ਚ ਹੋਰ ਉਹ ਜਿਹੜੀ ਸੀ ਪਿਆਸ ਤੜਫ ਜਿਹੜੀ ਵੱਧ ਗਈ, ਕਿਉਂਕਿ ਉਹ ਚੀਜ਼ਾਂ ਉੱਧਰੋਂ ਨਹੀਂ ਸੀ ਮਿਲਣੀਆਂ ਉਹਨਾਂ ਨੂੰ। ਜਾਂਦੇ ਸੀ ਮੱਥਾ ਟੇਕ ਕੇ ਦਰਗਾਹ 'ਤੇ ਆ ਜਾਂਦੇ ਸੀ, ਕਹਿੰਦੇ ਤੇ ਉਹਨੂੰ ਵੀ ਸਭ ਕੁਛ ਸੀ, ਸਤਿਗੁਰੂ ਹੀ ਕਹਿੰਦੇ ਸੀ, ਸਭ ਕੁਛ ਕਰਦੇ ਸੀ, ਪਰ ਉਹ ਚੀਜ਼ਾਂ ਨਹੀਂ ਸੀ ਪ੍ਰਾਪਤ ਹੋ ਰਹੀਆਂ। ਜਦੋਂ ਸਤਿਗੁਰਾਂ ਦੀ ਐਸੀ ਸ਼ੋਭਾ ਸੁਣੀ, ਐਸੀ ਉਹ ਜਿਹੜੀ ਖਿੱਚ ਪਈ, ਤੇ ਕਹਿਣ ਲੱਗੇ ਕਿ ਆਪਣੇ ਸਾਥੀਆਂ ਨੂੰ ਕਿ ਚਲੋ ਤੁਸੀਂ ਇੱਥੇ ਬੈਠੋ ਤੇ ਮੈਂ ਜਰਾ ਦੇਖ ਕੇ ਤੇ ਆਵਾਂ, ਉੱਥੇ ਮੈਂ ਹੋ ਕੇ ਆਇਆ ਇੱਧਰੋਂ। ਜਦੋਂ ਪੰਜਵੇਂ ਪਾਤਸ਼ਾਹ ਕੋਲ ਗਏ, ਜੋ ਵੀ ਉੱਥੇ ਕਹਿੰਦੇ ਦੱਸਦੇ ਸਤਸੰਗ ਹੋ ਰਿਹਾ ਸੀ, ਉਹਦੇ ਵਿੱਚ ਬੈਠੇ ਵਚਨ ਸਤਿਗੁਰਾਂ ਦੇ ਨਿਰਾਲੇ ਹੀ ਸੁਣੇ, ਉਹ ਕਦੀ ਸੁਣੇ ਨਹੀਂ ਸੀ ਕਦੀ। ਜਦੋਂ ਵਚਨ ਸੁਣੇ ਤੇ ਉਹ ਅੰਦਰ ਜਿਹੜੀ ਸੀ ਉਹ ਤੜਫ ਵਧੀ, ਉਹ ਗਏ ਨਹੀਂ ਵਾਪਸ, ਰਾਤ ਠਹਿਰ ਗਏ ਉੱਥੇ। ਅਗਲੇ ਦਿਨ ਫਿਰ ਕਹਿੰਦੇ ਕਿ ਵਚਨ ਸੁਣੇ, ਸਤਸੰਗ ਹੋਇਆ, ਫਿਰ ਸੁਣਿਆ। ਜਦੋਂ ਅਗਲੇ ਦਿਨ ਵੀ ਸ਼ਾਮ ਤੱਕ ਜਦੋਂ ਵਾਪਸ ਨਾ ਪਹੁੰਚੇ ਤੇ ਉਹਨਾਂ ਦੇ ਸਾਥੀ ਜਿਹੜੇ ਸੀ ਪੁੱਛਦੇ ਪਛਾਉਂਦੇ ਉੱਥੇ ਆ ਗਏ। ਹੁਣ ਉਹ ਸਾਥੀਆਂ ਦੀ ਉਹ ਜਿਹੜੀ ਗੱਤ ਹੈ ਨਹੀਂ ਸੀ ਉਹਨਾਂ ਦੀ। ਤੇ ਜਦੋਂ ਸਾਥੀ ਉੱਥੇ ਪਹੁੰਚੇ ਤੇ ਉਹਨਾਂ ਨੂੰ ਵੇਖ ਕੇ ਤੇ ਕਹਿਣ ਲੱਗੇ, ਤੂੰ ਤਾਂ ਕਹਿੰਦਾ ਕਿ ਮੈਂ ਹੁਣੇ ਆਇਆ ਬਸ ਹੋ ਕੇ ਆਇਆ, ਤੇ ਤੂੰ ਅਸੀਂ ਤੇਰੇ ਕੱਲ੍ਹ ਦੇ ਤੈਨੂੰ ਉਡੀਕਣ ਦੇ ਆ, ਹੁਣ ਅੱਗੇ ਸੰਗ ਜਿਹੜਾ ਅੱਗੇ ਵੱਧ ਜਾਣਾ ਆ, ਸਾਰੀ ਸੰਗਤ ਅੱਗੇ ਤੁਰ ਪੈਣੀ ਆ ਨਾਲ, ਤੇ ਤੂੰ ਫਿਰ ਵਿਛੜ ਜਾਏਗਾ, ਚੱਲ ਨਾਲ ਚੱਲ। ਉਹ ਕਹਿਣ ਲੱਗਾ ਨਹੀਂ ਹੁਣ ਨਹੀਂ ਮੈਂ ਕਿਤੇ ਜਾਣਾ। ਕਹਿੰਦਾ ਜੋ ਮੈਂ ਚਾਹੁੰਦਾ ਸੀ ਮੈਨੂੰ ਮਿਲ ਗਿਆ, ਮੈਨੂੰ ਮਿਲ ਗਿਆ, ਹੁਣ ਨਹੀਂ ਮੈਂ ਅੱਗੇ ਜਾਣਾ ਕਿਤੇ ਵੀ। ਹੁਣ ਸਤਿਗੁਰੂ ਵੀ ਬਈ ਜਿਹੜੀ ਉਹ ਦੌਲਤ ਦੇਣ ਆਉਂਦੇ ਨੇ ਬਈ, ਉਹ ਚੰਗੀ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਆ ਕਿ ਇਹਦੀ ਉਹ ਕਰਦੇ ਨੇ। ਪਹਿਲਾਂ ਦੱਸਦੇ ਆ ਕਿ ਉਹ ਭਾਈ ਮੰਝ ਕਹਿੰਦੇ ਉੱਥੇ ਹੀ ਰਹਿ ਗਿਆ, ਗਿਆ ਨਹੀਂ ਉੱਥੋਂ ਵਾਪਸ। ਹੌਲੀ ਹੌਲੀ ਦੱਸਿਆ ਉਹਨਾਂ ਨੇ ਕਿ ਜਿਸ ਤਰ੍ਹਾਂ ਉਹਦੇ ਨਾਲ ਉਹਦੀ ਘਰ ਦੇ ਵਿੱਚੋਂ ਜਿਸ ਤਰ੍ਹਾਂ ਉਹਦੇ ਨਾਲ ਆਏ ਸੀ, ਉਹ ਯਾਤਰਾ ਵਿੱਚ ਉਹਦੀ ਸ਼ਾਇਦ ਪਤਨੀ ਸੀ, ਨਾਲ ਇੱਕ ਬੱਚਾ ਸੀ, ਤੇ ਉਹ ਵੀ ਉਹਦੇ ਨਾਲ ਹੀ ਉੱਥੇ ਹੀ ਸੇਵਾ 'ਚ ਰਹਿ ਗਏ। ਫਿਰ ਉੱਥੋਂ ਹੋ ਕੇ ਫਿਰ ਸਤਿਗੁਰਾਂ ਦੇ ਉੱਥੇ ਸਤਸੰਗ ਦੇ ਵਿੱਚ ਗਏ,
ਫਿਰ ਉੱਥੋਂ ਉਹਨਾਂ ਨੂੰ ਮਿਲ ਕੇ ਅੱਛੀ ਤਰ੍ਹਾਂ ਜੋ ਵੀ ਉਹਨਾਂ ਦੀ ਦਇਆ ਕਿਰਪਾ ਪ੍ਰਾਪਤ ਕੀਤੀ, ਸਭ ਕੁਝ ਨਾਮ ਮਿਲ ਗਿਆ, ਤੇ ਫਿਰ ਵਾਪਸ ਆਪਣੇ ਘਰ ਵਾਪਸ ਚਲੇ ਗਏ। ਫਿਰ ਵਾਪਸ ਚਲੇ ਗਏ ਤੇ ਕਹਿਣ ਲੱਗੇ ਕਿ ਬਈ ਬੜੀ ਯਾਦ ਆਉਂਦੀ ਸੀ ਸਤਿਗੁਰਾਂ ਦੀ ਹਰ ਕੁਝ, ਪਰ ਹੁਣ ਸਤਿਗੁਰਾਂ ਨੇ ਜੋ ਵੀ ਕਰਦੇ ਨੇ, ਛੁੱਟੀ ਵੀ ਦਿੰਦੇ ਨੇ, ਕੋਲ ਰੱਖਦੇ ਨੇ, ਜੋ ਵੀ ਕਰਦੇ ਨੇ ਤੇ ਭਲੇ ਵਾਸਤੇ ਕਰਦੇ ਨੇ। ਤੇ ਦੱਸਦੇ ਨੇ ਕਿ ਜਦੋਂ ਉਹ ਵਾਪਸ ਚਲੇ ਗਏ ਤੇ ਸਤਿਗੁਰਾਂ ਨੇ ਕੋਈ ਮੌਜ ਦੇ ਨਾਲ ਹੀ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਉਧਰ ਜਦੋਂ ਘਰ ਗਏ, ਜਦੋਂ ਸਤਸੰਗ ਸੁਣਿਆ ਸੀ, ਵਚਨ ਸੁਣਿਆ ਸੀ, ਪਤਾ ਚੱਲ ਗਿਆ ਸੀ ਕਿ ਗੁਰੂ ਤੋਂ ਵੱਡਾ ਕੋਈ ਨਹੀਂ ਹੈ, ਤੇ ਘਰ ਦੇ ਵਿੱਚ ਵੀ ਉਹਨਾਂ ਨੇ ਕੋਈ ਕਬਰ ਤਿਆਰ ਕੀਤੀ ਸੀ ਕੋਈ ਇਸ ਤਰ੍ਹਾਂ ਦੀ, ਜਿੱਥੇ ਉਹ ਕਰਦੇ ਸੀ ਜਿਸ ਤਰ੍ਹਾਂ ਅਸੀਂ ਘਰਾਂ 'ਚ ਮੰਦਿਰ ਬਣਾ ਦਿੰਦੇ ਹਾਂ, ਕੋਈ ਤਸਵੀਰਾਂ ਰੱਖਦੇ ਨੇ, ਇਸ ਤਰ੍ਹਾਂ ਘਰ ਵੀ ਉਹਨਾਂ ਨੇ ਬਣਾਈ ਸੀ। ਜਦੋਂ ਘਰ ਪਹੁੰਚੇ ਤੇ ਉਹ ਖਿਆਲ ਗਿਆ ਤੇ ਫਿਰ ਮਨ ਥੋੜਾ ਜਿਹਾ ਧਿਆਨ ਗਿਆ ਉੱਧਰ। ਇੱਕ ਦਿਨ ਰਹਿਣ ਦਿੱਤੀ, ਦੂਸਰੇ ਦਿਨ ਫਿਰ ਉੱਠੇ, ਫਿਰ ਘਰ 'ਚ ਦੇਖਿਆ, ਫਿਰ ਧਿਆਨ ਗਿਆ। ਕਹਿਣ ਲੱਗੇ ਨਹੀਂ, ਇਹ ਗੱਲ ਨਹੀਂ ਬਣਨੀ। ਕਹਿੰਦੇ ਰੋਜ਼ ਰੋਜ਼ ਮੇਰਾ ਧਿਆਨ ਭਟਕਦਾ ਹੈ। ਅਗਲੇ ਦਿਨ ਕਈ ਕੋਈ ਫੜ ਲਈ, ਘਨਾਲੀ ਫੜ ਲਈ, ਕਹਿੰਦੇ ਕਿ ਹੁਣ ਮੈਂ ਢਾਹ ਦੇਣੀ। ਹੁਣ ਜਿਹੜੇ ਆਪ ਤੇ ਉਹ ਮੰਨਦੇ ਸੀ, ਲਾਗੇ ਹੋਰ ਵੀ ਤੇ ਲੋਕ ਮੰਨਦੇ ਸੀ, ਉਸ ਤੇ ਸ਼ਰਧਾ ਰੱਖਦੇ ਸੀ। ਲੋਕਾਂ ਨੇ ਵੀ ਆਣ ਕੇ ਜਦੋਂ ਪਤਾ ਲੱਗਾ, ਘਰ 'ਚ ਠੁੱਕ ਠੱਕ ਸ਼ੁਰੂ ਹੋਈ, ਤੇ ਲੋਕੀ ਵੀ ਆ ਕੇ ਕਹਿਣ ਲੱਗੇ ਕਿ ਇਹ ਤੂੰ ਬੜਾ ਮਾੜਾ ਕੰਮ ਕਰਦਾ ਪਿਆ। ਉਹ ਕਹਿਣ ਲੱਗੇ ਕਿ ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕਰਨ ਦਿਓ। ਦੱਸਦੇ ਸਭ ਉਹਨਾਂ ਨੇ ਉਹ ਜੋ ਵੀ ਸੀ ਘਰੋਂ ਉਹਨੂੰ ਕਬਰ ਜਿਹੜੀ ਢਾਹ ਦਿੱਤੀ ਸਾਰੀ। ਲੋਕੀ ਕਹਿਣ ਲੱਗੇ ਹੁਣ ਤੂੰ ਬੜਾ ਮਾੜਾ ਕੀਤਾ, ਤੂੰ ਤੇ ਇਸ ਤਰ੍ਹਾਂ ਕਰਤਾ, ਤੂੰ ਉਸ ਤਰ੍ਹਾਂ ਕਰਤਾ, ਤੇਰਾ ਇਸ ਤਰ੍ਹਾਂ। ਪਰ ਜਿਹੜਾ ਗੁਰਸਿੱਖ ਹੈ ਉਹ ਨਹੀਂ ਇਹਨਾਂ ਚੀਜ਼ਾਂ ਨੂੰ ਪਰਵਾਹ ਕਰਦਾ। ਤੇ ਦੱਸਦੇ ਨੇ ਕਿ ਹੌਲੀ ਹੌਲੀ ਹੁਣ ਜਦੋਂ ਸਮਾਜ ਜਿਹੜਾ ਨਾਲ ਜੁੜਿਆ ਸੀ, ਜਦੋਂ ਪੁਰਾਣੇ ਜਿਹੜੇ ਲੋਕ ਹੁੰਦੇ ਸੀ ਇਸੇ ਤਰ੍ਹਾਂ ਦੇ ਹੁੰਦੇ ਸੀ ਕਿ ਜਿੱਧਰ ਹੋ ਜਾਣਾ, ਲੋਕਾਂ ਨੇ ਵੀ ਉਹਦਾ ਬਹਿਸ਼ਕਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਤੇ ਇੱਦਾਂ ਹੋ ਗਿਆ ਜੀ, ਇਹਨੇ ਆਹ ਕਰ ਦਿੱਤਾ, ਉਹ ਕਰ ਦਿੱਤਾ, ਨਿੰਦਿਆ ਹੋ ਗਈ। ਕਰਦਿਆਂ ਉਹਨਾਂ ਦਾ ਜੋ ਵੀ ਕਾਰੋਬਾਰ ਸੀ ਉਹ ਘਟਣ ਲੱਗਾ। ਘਟਦਿਆਂ ਘਰ ਦੇ ਵਿੱਚ ਕਾਫੀ ਗਰੀਬੀ ਆ ਗਈ। ਲੋਕਾਂ ਨੇ ਹੋਰ ਵੀ ਕਹਿਣਾ ਸ਼ੁਰੂ ਕਰ ਦਿੱਤਾ, ਲੈ ਵੇਖਿਆ ਹੀ ਜਦੋਂ ਦਾ ਗੁਰੂ ਕੋਲ ਜਾਣ ਲੱਗਾ ਤੇਰਾ ਕੀ ਹਾਲ ਹੋ ਗਿਆ। ਪਹਿਲਾਂ ਕਿੱਡਾ ਵਧੀਆ ਤੇਰਾ ਕੰਮ ਚੱਲਦਾ ਸੀ, ਕਿੱਡਾ ਵਧੀਆ ਸਭ ਕੁਝ ਹੁੰਦਾ ਸੀ, ਪਰ ਆਸ਼ਕ ਜਿਹੜਾ ਆ ਉਹਨੂੰ ਤੇ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕੀਤੀ। ਕਹਿਣ ਲੱਗਾ ਕਿ ਨਹੀਂ, ਮੈਨੂੰ ਨਹੀਂ ਕੁਛ ਚਾਹੀਦਾ, ਤੁਸੀਂ ਆਪਣੇ ਰਸਤੇ ਤੇ ਚੱਲੋ, ਮੈਨੂੰ ਜੋ ਚਾਹੀਦਾ ਸੀ ਮੈਨੂੰ ਉਹ ਤੇ ਮਿਲ ਚੁੱਕਾ ਹੈ। ਮੈਨੂੰ ਇਹ ਨਹੀਂ ਕਿ ਮੈਨੂੰ ਅਜੇ ਚਾਹੀਦਾ ਹੈ ਕੁਛ, ਤੁਸੀਂ ਤੇ ਅਜੇ ਸਫ਼ਰ ਕਰਦੇ ਪਏ ਹੋ ਉਸ ਚੀਜ਼ ਵਾਸਤੇ ਕਿ ਮੈਨੂੰ ਆਹ ਚੀਜ਼ ਚਾਹੀਦਾ। ਮੈਨੂੰ ਚਾਹੀਦਾ ਨਹੀਂ, ਮੈਨੂੰ ਮਿਲ ਚੁੱਕਿਆ ਹੈ ਉਹ, ਇਸ ਲਈ ਮੈਨੂੰ ਹੋਰ ਕੁਛ ਚਾਹੀਦਾ ਨਹੀਂ। ਹੁਣ ਮੇਰੇ ਕੋਲ ਹੈ, ਸਭ ਕੁਛ ਹੈਗਾ। ਇਹ ਕੁਛ ਵੀ ਨਹੀਂ ਚੀਜ਼ਾਂ ਹੈਗੀਆਂ, ਕਿਉਂਕਿ ਮਨ ਦੇ ਵਿੱਚ ਪਿਆਸ ਸੀ, ਮਨ 'ਚ ਤੜਫ ਉਸ ਚੀਜ਼ ਦੀ ਸੀ ਸ਼ੁਰੂ ਤੋਂ। ਔਰ ਅਸੀਂ ਸਾਰਿਆਂ ਨੇ ਇਤਿਹਾਸ ਜਾਣਦੇ ਹਾਂ ਕਿਸ ਤਰ੍ਹਾਂ ਹੋਇਆ। ਦੱਸਦੇ ਨੇ, ਕਹਿੰਦੇ ਇੱਕ ਵਾਰੀ ਸਤਿਗੁਰ ਵੀ ਦੇਖਦੇ ਨੇ, ਗੱਲਾਂ ਤੇ ਬੜੀਆਂ ਕਰਦਾ ਏ, ਕੋਈ ਹੈਗਾ ਵੀ ਟਿਕਿਆ ਵੀ ਉਹਦੇ ਉੱਤੇ ਕਿ ਨਹੀਂ। ਘਰ ਦੀ ਹਾਲਤ ਇੰਨੀ ਹੋ ਗਈ, ਮਤਲਬ ਕਿ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ। ਰੋਟੀ ਖਾਣ ਵਾਸਤੇ ਵੀ ਕਰਜ਼ਾ ਕਿਸੇ ਕੋਲ ਲਿਆ, ਉੱਥੋਂ ਵੀ ਉਹ ਕਰਜ਼ਾ ਨਹੀਂ ਦਿੱਤਾ ਗਿਆ, ਪਿੰਡ ਛੱਡ ਕੇ ਤੇ ਕਿਤੇ ਹੋਰ ਨਿਕਲ ਗਏ, ਕਿਤੇ ਹੋਰ ਕੋਈ ਕੰਮ ਕੁੰਮ। ਉੱਥੇ ਕੋਈ ਕਹਿੰਦੇ ਆ ਕਿ ਟੋਕਰੀਆਂ ਟਾਕਰੀਆਂ ਬੰਨਣ ਦਾ ਸ਼ਾਇਦ ਕੰਮ ਇਤਿਹਾਸ 'ਚ ਦੱਸਿਆ, ਕੋਈ ਇਸ ਤਰ੍ਹਾਂ ਕਰਨ ਲੱਗ ਪਏ। ਤੇ ਦੱਸਦੇ ਆ ਕਿ ਉੱਥੇ ਸਤਿਗੁਰਾਂ ਨੇ ਆਪਣਾ ਇੱਕ ਸੇਵਾਦਾਰ ਭੇਜ ਦਿੱਤਾ। ਉੱਥੇ ਵੀ ਰੋਟੀ ਅੱਗੇ ਨਹੀਂ ਚੱਲੀ, ਗੁਜ਼ਾਰਾ ਨਹੀਂ ਚੱਲਿਆ, ਤੇ ਸਤਿਗੁਰਾਂ ਨੇ ਇੱਕ ਸੇਵਾਦਾਰ ਭੇਜ ਦਿੱਤਾ। ਕਹਿਣ ਲੱਗੇ ਕਿ ਬਈ ਇਸ ਤਰ੍ਹਾਂ ਸੇਵਾ ਦੇ ਵਿੱਚ ਆਹ ਸੇਵਾ ਚੱਲ ਰਹੀ ਹੈ ਕੋਈ, ਤੇ ਬਈ ਸਾਨੂੰ ਲੋੜ ਆ ਤੇ ਸੇਵਾ ਥੋੜ੍ਹੀ ਦਿਓ। ਕੋਈ ਵੀ ਉਸ ਹਿਸਾਬ ਦੇ ਹਿਸਾਬ ਨਾਲ 20 ਰੁਪਈਏ 25 ਰੁਪਈਏ 30 ਰੁਪਈਏ ਕੋਈ ਸੇਵਾ ਲਗਾ ਦਿੱਤੀ ਕਿ ਬਈ ਆਹ ਜਿਹੜੀ ਸੇਵਾ ਲੈ ਕੇ ਆਓ ਉਹਦੇ ਕੋਲੋਂ। ਜਦੋਂ ਉੱਥੇ ਆਇਆ ਤੇ ਬਈ ਉਹਨਾਂ ਕੋਲ ਤਾਂ ਰੋਟੀ ਨਹੀਂ ਸੀ ਅੱਗੇ ਚੱਲਣ ਦੀ, ਰੋਜ਼ ਦਾ ਰੋਜ਼ ਗੁਜ਼ਾਰਾ ਹੁੰਦਾ ਪਿਆ ਸੀ, ਪਰ ਗੁਰੂ ਦੇ ਸਿੱਖ ਸੀ, ਗੁਰਸਿੱਖ ਸੀ। ਘਰ ਦੇ ਵਿੱਚ ਉਹਨੂੰ ਸੇਵਾਦਾਰ ਨੂੰ ਖਿਲਾਰ ਲਿਆ ਤੇ ਕਹਿਣ ਲੱਗੇ, ਸਲਾਹ ਕੀਤੀ ਆਪਸ ਦੇ ਵਿੱਚ, ਮੀਆਂ ਬੀਵੀ, ਕਹਿੰਦੇ ਹੁਣ ਕਿਸ ਤਰ੍ਹਾਂ ਕਰੀਏ, ਬਈ ਸਤਿਗੁਰਾਂ ਦਾ ਹੁਕਮ ਆਇਆ ਹੈ ਤੇ ਕੀ ਕਰਨਾ ਹੁਣ। ਸੇਵਾਦਾਰ ਆਇਆ ਸਤਿਗੁਰਾਂ ਦਾ ਤੇ ਦੱਸਦੇ ਆ, ਕਹਿੰਦੇ ਘਰ ਦੀ ਕਹਿਣ ਲੱਗੀ ਕਿ ਬਈ ਮੈਂ ਇੱਕ ਬੱਚੇ ਵਾਸਤੇ, ਕੋਈ ਇਹਦੀ ਪਰਵਰਿਸ਼ ਵਾਸਤੇ ਕੋਈ ਇੱਕ ਹਾਰ ਜਾਂ ਸੋਨੇ ਦੀ ਕੋਈ ਚੀਜ਼ ਰੱਖੀਏ, ਤੇ ਇਸ ਤਰ੍ਹਾਂ ਵਾ ਕਿ ਇੰਨੇ ਕੁ ਦੀ ਤਾਂ ਹੋਏਗੀ, ਇਸ ਤਰ੍ਹਾਂ ਕਰੋ ਉਹਨੂੰ ਵੇਚ ਵੂਚ ਦਿਓ ਜਿੱਦਾਂ ਵੀ ਕਰਕੇ, ਤੇ ਬਈ ਇਹਨੂੰ ਜਿਹੜਾ ਗੁਰੂ ਦਾ ਹੁਕਮ ਹੈ ਉਹ ਜ਼ਰੂਰ ਮੰਨਣਾ ਹੈ। ਦੱਸਦੇ ਆ ਉਹ ਵੇਚ ਕੇ ਤੇ ਉਹ ਜਿਹੜੇ ਪੈਸੇ ਇਕੱਠੇ ਕਰਕੇ ਸੇਵਾਦਾਰ ਨੂੰ ਦਿੱਤੇ, ਤੇ ਬੜੀ ਖੁਸ਼ੀ ਹੋਈ ਕਿ ਸਤਿਗੁਰਾਂ ਦਾ ਹੁਕਮ ਮੰਨਿਆ ਗਿਆ। ਚਲਿਆ ਗਿਆ ਉਹ ਸੇਵਾਦਾਰ, ਕੋਈ ਉਹਨਾਂ ਦੀ ਮੌਜ। ਫਿਰ ਅਜੇ 15-20 ਦਿਨ ਨਿਕਲੇ ਤੇ ਸੇਵਾਦਾਰ ਫਿਰ ਆ ਗਿਆ। ਫਿਰ ਆ ਕੇ ਕਹਿਣ ਲੱਗਾ, ਆਣ ਕੇ ਉਹ ਜਿਹੜਾ ਸੀ ਗੁਰੂ ਮਹਾਰਾਜ ਜੀ ਦਾ ਜਿਹੜਾ ਸੀ ਉਹਨਾਂ ਦਾ ਰੁੱਕਾ ਫੜਾਇਆ ਕਿ ਬਈ ਆਹ ਸਤਿਗੁਰਾਂ ਨੇ ਸੰਦੇਸ਼ ਭੇਜਿਆ ਜਿਸ ਤਰ੍ਹਾਂ ਪਹਿਲਾਂ ਭੇਜਿਆ ਸੀ। ਬੜੇ ਖੁਸ਼ ਹੋਏ, ਇਸ ਤਰ੍ਹਾਂ ਸਤਿਗੁਰਾਂ ਦਾ ਬਈ ਅਸੀਂ ਜਿਸ ਤਰ੍ਹਾਂ ਕੋਈ ਪ੍ਰਸ਼ਾਦ ਮਿਲਦਾ, ਕੋਈ ਸਾਨੂੰ ਸੁਨਾਮ ਮਿਲਦਾ, ਇਸੇ ਤਰ੍ਹਾਂ ਉਹਨਾਂ ਨੇ ਉਹਨੂੰ ਮੱਥਾ ਟੇਕਿਆ, ਚੁੰਮਿਆ ਉਹਨੂੰ ਰੁੱਕੇ ਨੂੰ ਕਿ ਬਈ ਸਤਿਗੁਰਾਂ ਨੇ ਮੈਨੂੰ ਯਾਦ ਕੀਤਾ ਹੈ।
ਖੋਲ੍ਹ ਕੇ ਜਦੋਂ ਪੜ੍ਹਿਆ ਤੇ ਪੜ੍ਹਿਆ ਤੇ ਫਿਰ ਵਿੱਚ ਇਹੋ ਹੀ ਲਿਖਿਆ ਕਿ ਸਤਿਗੁਰਾਂ ਦੀ ਬਈ ਸੇਵਾ ਚੱਲ ਰਹੀ ਹੈ, ਕੋਈ ਲੋੜ ਹੈ ਕਿਸੇ ਤਰ੍ਹਾਂ ਦੀ, ਤੇ ਬਈ ਇਸ ਤਰ੍ਹਾਂ ਫਿਰ 30 ਰੁਪਈਏ ਜਾਂ ਉਹਨੇ ਸੇਵਾ ਦੇ ਵਿੱਚ ਭੇਜੋ। ਉਹਨੂੰ ਖਿਲਾਰ ਲਿਆ ਸੇਵਾਦਾਰ ਨੂੰ, ਬਾਹਰ ਅੰਦਰ ਗਏ, ਅੰਦਰ ਜਾ ਕੇ ਬੜਾ ਪਰੇਸ਼ਾਨ ਹੋਏ ਕਿ ਕਿਸ ਤਰ੍ਹਾਂ ਕਰੀਏ ਹੁਣ। ਕਹਿੰਦੇ ਆ ਕਿ ਉਦੋਂ ਉਹਨਾਂ ਦਾ ਕੋਈ ਉਸ ਪਿੰਡ ਦੇ ਵਿੱਚ ਜਾਂ ਉਸ ਲਾਗੇ ਕਿਤੇ ਇਲਾਕੇ ਦੇ ਵਿੱਚ ਕੋਈ ਸ਼ਾਹੂਕਾਰ ਸੀ, ਜਦੋਂ ਆਪ ਉਹ ਧਨਵਾਨ ਹੁੰਦਾ ਸੀ ਉਦੋਂ ਉਹ ਉਹਨਾਂ ਦੇ ਨਾਲ ਉਹ ਚੱਲਦਾ ਸੀ, ਮਤਲਬ ਉਦੋਂ ਥੋੜ੍ਹੇ ਤਾਲਮੇਲ ਹੈਗਾ ਸੀ। ਤੇ ਉਸ ਸ਼ਾਹੂਕਾਰ ਦਾ ਜਿਹੜਾ ਲੜਕਾ ਸੀ ਇਹਦੀ ਬੇਟੀ ਦੇ ਨਾਲ ਉਹਦਾ ਰਿਸ਼ਤਾ ਉਹ ਮੰਗਦਾ ਸੀ, ਤੇ ਉਦੋਂ ਇਹਨਾਂ ਨੇ ਰਿਸ਼ਤਾ ਲਿਆ ਨਹੀਂ ਸੀ। ਇਹੋ ਹੀ ਕਿ ਬਈ ਤੂੰ ਸਾਡੇ ਬਰਾਬਰ ਨਹੀਂ ਹੈ ਜਾਂ ਕੁਛ ਵੀ, ਉਦੋਂ ਕੁਛ ਕਹਿ ਦਿੱਤਾ, ਕੁਛ ਕੋਈ ਗੱਲ ਹੋਏਗੀ। ਉਹਦੇ ਕੋਲ ਉਹਨੇ ਪਤਨੀ ਨੇ ਕਿਹਾ ਕਿ ਤੁਸੀਂ ਉਹਦੇ ਕੋਲ ਜਾਓ ਤੇ ਉਹਦੇ ਕੋਲ ਮਦਦ ਵਾਸਤੇ ਕਰੋ, ਬਈ ਸਤਿਗੁਰਾਂ ਦਾ ਹੁਕਮ ਆਇਆ ਵਾ ਤੇ ਹੁਕਮ ਤੇ ਮੰਨਣਾ ਹੈ ਨਾ ਜਿੱਦਾਂ ਮਰਜ਼ੀ। ਇਤਿਹਾਸ 'ਚ ਦੱਸਦੇ ਨੇ ਉਹਨਾਂ ਕੋਲ ਗਏ, ਉੱਥੇ ਜਦੋਂ ਜਾ ਕੇ ਸ਼ਾਹੂਕਾਰ ਨੂੰ ਉੱਥੇ ਜਾ ਕੇ ਬੇਨਤੀ ਕੀਤੀ ਤੇ ਸ਼ਾਹੂਕਾਰ ਨੇ ਦੇਖਿਆ ਕਿ ਅੱਜ ਤੇ ਕਾਬੂ ਆਏ ਨੇ। ਕਹਿਣ ਲੱਗਾ ਇੱਦਾਂ ਤਾਂ ਨਹੀਂ ਗੱਲ ਬਣਨੀ ਬਈ, ਕੋਈ ਨਾ ਕੋਈ ਚੀਜ਼ ਗਿਰਵੀ ਚਾਹੀਦੀ ਹੈ ਫਿਰ ਮੈਂ ਤੁਹਾਨੂੰ ਪੈਸੇ ਦੇਵਾਂਗਾ। ਘਰ 'ਚ ਹੁਣ ਗਿਰਵੀ ਰੱਖਣ ਨੂੰ ਹੈ ਨਹੀਂ ਸੀ ਕੁਛ। ਕਹਿਣ ਲੱਗਾ ਮੇਰੇ ਕੋਲ ਤੇ ਘਰ 'ਚ ਕੁਛ ਹੈ ਨਹੀਂ, ਅਸੀਂ ਤੇ ਮਹਾਂ ਰੋਟੀ ਖਾਂਦੇ ਹਾਂ ਪਰਿਵਾਰ ਦੇ ਨਾਲ। ਤੇ ਉਹ ਕਹਿਣ ਲੱਗਾ ਕਿ ਫਿਰ ਬਈ ਤੇਰੇ ਕੋਲ ਘਰ 'ਚ ਜੋ ਹੈਗਾ ਉਹੀ ਦੇ ਦੇ, ਤੇਰੀ ਪਤਨੀ ਹੈ, ਤੇਰੀ ਬੇਟੀ, ਉਹਨੂੰ ਰੱਖ ਜਾ ਗਿਰਵੀ, ਮੇਰਾ ਘਰ ਦਾ ਕੰਮ ਕੁਮ ਕਰਨਗੀਆਂ, ਜਦੋਂ ਤੇਰੇ ਕੋਲ ਪੈਸੇ ਆਉਣਗੇ ਦੇ ਕੇ ਤੇ ਲੈ ਜੀ ਉਹਨਾਂ ਨੂੰ ਨਾਲ। ਭੇਜ ਦਿੱਤਾ। ਕਹਿੰਦੇ ਘਰ ਜਾ ਕੇ ਸਲਾਹ ਕਰ ਲਾ, ਜੇ ਮਨਜ਼ੂਰ ਹੈ ਤੇ ਦੱਸ ਦੇ। ਹੁਣ ਸਿੱਖ ਦੀ ਗੱਲ ਹੋ ਰਹੀ ਹੈ। ਸਿੱਖੀ ਕਹਿੰਦੇ ਬੜੀ ਮਹਿੰਗੀ ਹੈ, ਸਿੱਖੀ ਬਹੁਤ ਮਹਿੰਗੀ ਹੈ। ਜਦੋਂ ਉੱਥੇ ਗਏ, ਘਰ ਜਾ ਕੇ ਸਲਾਹ ਕੀਤੀ, ਉਹ ਪਤਨੀ ਕਹਿਣ ਲੱਗੀ ਕਿ ਬਈ ਗੁਰੂ ਦੀ ਸੇਵਾ ਹੈ, ਉਹ ਤੋਂ ਕਿੱਦਾਂ ਪਿੱਛੇ ਹਟ ਜਾਈਏ, ਕੋਈ ਗੱਲ ਨਹੀਂ ਹੈਗੀ, ਅਸੀਂ ਵੀ ਕੀ ਕਰਦੇ ਪਏ ਹਾਂ, ਕੋਈ ਗੱਲ ਨਹੀਂ, ਤੂੰ ਸਾਨੂੰ ਉੱਥੇ ਗਿਰਵੀ ਰੱਖ ਦੇ ਤੇ ਚੱਲ ਜਾ। ਤੇ ਦੱਸਦੇ ਆ ਕਿ ਉੱਥੇ ਉਹਦੇ ਕੋਲ ਗਏ। ਚਲੋ ਹੁਣ ਸਤਿਗੁਰੂ ਹੀ ਕੋਈ ਕਰ ਰਹੇ ਸੀ, ਦੇਖ ਰਹੇ ਸੀ ਗੱਲ, ਤੇ ਸਾਰੇ ਰੀਲਾ ਤੇ ਉਹਨਾਂ ਦੀ ਰਚਾਈ ਸੀ। ਜਦੋਂ ਉਹ ਜਾ ਕੇ ਮੰਨ ਗਏ ਕਿ ਠੀਕ ਹੈ ਵੀ ਆਹ ਦੋਵੇਂ ਤੇਰੇ ਸਪੁਰਦ ਆ, ਮੈਨੂੰ ਪੈਸੇ ਦੇ, ਮੈਂ ਇਸ ਤਰ੍ਹਾਂ ਕਰਕੇ ਆ ਜਾਣਾ ਵਾ, ਉਹਨੂੰ ਵੀ ਗੁਰੂ ਨੇ ਬੋਲਣਾ ਉਹਦੇ ਵਿੱਚ ਤਰਸ ਆ ਗਿਆ। ਕਹਿਣ ਲੱਗਾ ਕਿ ਨਹੀਂ, ਮੈਂ ਤਾਂ ਸਿਰਫ ਦੇਖਦਾ ਪਿਆ ਸੀ ਤੈਨੂੰ, ਤੇ ਬਈ ਤੂੰ ਇੰਨਾ ਟੁੱਟਿਆ ਪਿਆ, ਵਾਕਈ ਤੇਰੀ ਇਹ ਹਾਲਤ ਹੈ, ਕੋਈ ਗੱਲ ਨਹੀਂ, ਤੂੰ ਪੈਸੇ ਲੈ ਜਾ, ਜਦੋਂ ਹੋਣਗੇ ਮੈਨੂੰ ਮੋੜ ਦੇ। ਪੈਸੇ ਉਹਨੂੰ ਦੇ ਦਿੱਤੇ, ਜਾ ਕੇ ਫਿਰ ਸਿੱਖ ਨੂੰ ਦੇ ਦਿੱਤੇ। ਸਿੱਖ ਫਿਰ ਚਲਾ ਗਿਆ, ਸੇਵਾਦਾਰ ਚਲਾ ਗਿਆ। ਬਾਅਦ 'ਚ ਸਲਾਹ ਕੀਤੀ, ਮਨ 'ਚ ਆਇਆ, ਕਹਿੰਦੇ ਕਿ ਇਸ ਤਰ੍ਹਾਂ ਕਰੀਏ, ਇੱਦਾਂ ਤੇ ਬੜਾ ਕੰਮ ਔਖਾ ਵਾ, ਹੁਣ ਬਾਰ-ਬਾਰ ਇਸ ਤਰ੍ਹਾਂ ਸਤਿਗੁਰ ਭੇਜੀ ਜਾ ਰਹੇ, ਉਹਨਾਂ ਨੂੰ ਤਾਂ ਇਹੋ ਹੀ ਹੋਣਾ ਵਾ ਕਿ ਅਜੇ ਵੀ ਭਾਈ ਮੰਝ ਜਿਹੜਾ ਵਾ ਸ਼ਾਹੂਕਾਰੀ ਆ ਉਸੇ ਤਰ੍ਹਾਂ ਹੀ, ਤੇ ਉਹ ਤਾਂ ਕਰਕੇ ਸੇਵਾ ਵਾਸਤੇ ਭੇਜੀ ਜਾ ਰਹੇ ਆ। ਤੇ ਉਹਨਾਂ ਨੂੰ ਸਾਡੇ ਦੇ ਦਰਵਾਜ਼ੇ ਵੱਲ ਚੁੱਕੇ ਨੇ, ਤੇ ਹੁਣ ਕਿੰਨਾ ਕੁ ਚਿਰ ਇੱਦਾਂ ਚੱਲੇਗਾ। ਘਰ 'ਚ ਸਲਾਹ ਕੀਤੀ, ਕਹਿੰਦੇ ਚੱਲ ਇਸ ਤਰ੍ਹਾਂ ਕਰਦੇ ਹਾਂ, ਗੁਰੂ ਦੇ ਚਰਨਾਂ 'ਚ ਹੀ ਚੱਲਦੇ ਹਾਂ, ਉੱਥੇ ਜਾ ਕੇ ਅਰਦਾਸ ਕਰਦੇ ਹਾਂ। ਸਾਰਾ ਪਰਿਵਾਰ ਲੈ ਕੇ ਉੱਥੇ ਪਹੁੰਚ ਗਏ, ਔਰ ਜੋ ਵੀ ਅਗਲੀ ਘਟਨਾ ਸੀ ਸਾਰੀ ਅੱਗੇ ਵੀ ਸੁਣੀਏ, ਕਿਸ ਤਰ੍ਹਾਂ ਉਹਨਾਂ ਦੇ ਦਰਬਾਰ ਦੇ ਵਿੱਚ ਸੇਵਾ ਮਿਲੀ। ਉੱਥੇ ਰਹਿਣ ਲੱਗ ਪਿਆ ਸਾਰਾ ਪਰਿਵਾਰ, ਸੇਵਾ ਲੱਗ ਗਈ ਕਿ ਸੰਗਤ ਵਾਸਤੇ, ਸੰਗਤ ਦੇ ਲੰਗਰ ਜਿੱਥੇ ਬਣਦਾ ਸੀ, ਲੋਹ ਵਾਸਤੇ ਬਾਲਣ ਇਕੱਠਾ ਲਿਆਓ, ਕਰਕੇ ਲਿਆਉਣਾ। ਉਹਨਾਂ ਨੇ ਰੋਜ਼ ਜੰਗਲ 'ਚ ਜਾਣਾ ਤੇ ਰੋਜ਼ ਸੁੱਕੀਆਂ ਲੱਕੜਾਂ ਟਹਿਣੀਆਂ ਤੋੜ ਕੇ, ਲੱਭ ਲੁੱਭ ਕੇ, ਜੋ ਵੀ ਪੰਡ ਬਣ ਕੇ ਤੇ ਉਹਨਾਂ ਨੇ ਲਿਆਉਣੀ। ਹੁਣ ਸਤਿਗੁਰ ਤੇ ਨਜ਼ਰ ਰੱਖੀ ਬੈਠੇ ਹੁੰਦੇ ਨੇ, ਉਹਨਾਂ ਨੇ ਵੀ ਤੇ ਜਿਹੜੀ ਦਇਆ ਕਰਨੀ ਹੁੰਦੀ ਹੈ ਕਿ ਬਈ ਕਿੱਥੇ ਇਹਦੀ ਰੁਕੀ। ਮੈਂ ਗੱਲ ਕਰਨ ਲੱਗਾ, ਮੈਂ ਪਹਿਲਾਂ ਕਿਹਾ ਸੀ ਕਿ ਹਰ ਇੱਕ ਵਚਨ ਜਿਹੜਾ ਆਪਣੇ ਉੱਤੇ ਘਟਾ ਕੇ ਦੇਖੀਏ ਕਿ ਅਸੀਂ ਉਸ ਸੇਵਾਦਾਰ, ਅਸੀਂ ਕਹਿੰਦੇ ਹਾਂ ਅਸੀਂ ਸੇਵਾਦਾਰ ਬਾਕੀ ਬਣ ਸਕਦੇ ਹਾਂ। ਜਦੋਂ ਸਤਿਗੁਰ ਇੱਕ ਵਾਰ ਨੂੰ ਆਏ ਮੌਜ 'ਚ ਫੇਰਾ ਮਾਰਨ, ਤੇ ਕਿਸੇ ਸੇਵਾਦਾਰ ਨੂੰ ਪੁੱਛਣ ਲੱਗੇ ਕਿ ਬਈ ਉਹ ਭਾਈ ਮੰਝ ਕਿੱਥੇ ਹੁੰਦਾ ਹੈ, ਉਹਨੂੰ ਨਹੀਂ ਵੇਖਿਆ। ਉਹ ਕਹਿਣ ਲੱਗੇ ਉਹ ਤੇ ਮਹਾਰਾਜ ਜੀ ਰੋਜ਼ ਉਹ ਜਾਂਦਾ ਆ ਇਸ ਤਰ੍ਹਾਂ ਕਰਕੇ ਜੰਗਲ 'ਚ ਬਾਲਣ ਬੁਲਣ ਲੈਣ ਵਾਸਤੇ, ਲੋਹ ਵਾਸਤੇ, ਬੜੀ ਸੇਵਾ ਕਰਦਾ, ਬੜੀ ਸੇਵਾ ਕਰਦਾ ਹੈ। ਕਹਿਣ ਲੱਗੇ ਅੱਛਾ, ਤੇ ਬਾਕੀ ਪਰਿਵਾਰ ਉਹਦਾ? ਕਹਿੰਦੇ ਪਰਿਵਾਰ ਤੇ ਮਹਾਰਾਜ ਇੱਥੇ ਹੀ ਹੁੰਦਾ ਵਾ, ਦਰਬਾਰ 'ਚ ਹੀ ਹੁੰਦਾ ਆ, ਉਹ ਤੇ ਇਸ ਤਰ੍ਹਾਂ ਇੱਥੇ ਹੀ ਹੈ, ਇੱਥੋਂ ਹੀ ਖਾਂਦੇ ਪੀਂਦੇ ਨੇ, ਲੰਗਰ ਲੰਗਰ ਇੱਥੋਂ ਹੀ ਚੱਲਦਾ ਹੈ। ਕਹਿੰਦੇ ਹਾਂਜੀ ਮਹਾਰਾਜ ਜੀ ਇੱਥੋਂ ਹੀ ਚੱਲਦਾ ਹੈ। ਕਹਿਣ ਲੱਗੇ ਫਿਰ ਕਾਹਦੀ ਸੇਵਾ ਕਰਦਾ ਹੈ ਉਹ? ਬਈ ਬਾਹਰ ਵੀ ਤੇ ਇਹੋ ਹੀ ਕੰਮ ਕਰਦਾ ਸੀ, ਮਿਹਨਤ ਕਰਕੇ ਰੋਟੀ ਖਾਂਦਾ ਸੀ, ਟੱਬਰ ਪਾਲਦਾ ਸੀ, ਤੇ ਸਾਰਾ ਟੱਬਰ ਤੇ ਇੱਥੇ ਬੈਠਾ ਵਾ, ਤੇ ਬਈ ਰੋਟੀ ਪਾਣੀ ਨਹੀਂ ਖਾਂਦੇ ਲੰਗਰ, ਤੇ ਫਿਰ ਕਾਹਦੀ ਉਹਦੀ ਸੇਵਾ ਹੈ? ਹੁਣ ਦੇਖੋ ਕਿੰਨੀ ਕਠੋਰਤਾ। ਅਸੀਂ ਸਾਨੂੰ ਇਹੋ ਜਿਹਾ ਪਤਾ ਲੱਗੇ, ਕੋਈ ਐਸਾ ਬਚਨ ਹੋਵੇ ਤਾਂ ਦੇਖੋ ਸਾਡੇ ਮਨ ਤੇ ਕੀ ਬੀਤਦੀ ਹੈ। ਪਿੱਛੇ ਵੀ ਦੱਸਿਆ ਸੀ ਕਿ ਸੇਵਾਦਾਰ ਤੇ ਇਸੇ ਚੀਜ਼ 'ਚੋਂ ਖੜੇ ਹੋ ਜਾਂਦੇ ਨੇ, ਆਪਾਂ ਖੜੇ ਹੋ ਜਾਂਦੇ ਜਦੋਂ ਕਿਤੇ ਲਾਈਨ ਲੱਗੀ ਹੋਵੇ ਪ੍ਰਸ਼ਾਦ ਵਾਸਤੇ, ਕਿਸੇ ਨੂੰ ਆਵਾਜ਼ ਨਾ ਮਾਰੀਏ, ਦੂਜੇ ਦੇ ਮਨ 'ਚ ਗੁੱਸਾ ਆ ਜਾਂਦਾ, ਲੈ ਜੀ ਉਹਨੂੰ ਬੁਲਾ ਲਿਆ, ਮੈਨੂੰ ਨਹੀਂ ਬੁਲਾਇਆ, ਫਲਾਣੇ ਨੂੰ ਆਹ ਸੇਵਾ ਦੇ ਦਿੱਤੀ, ਮੈਨੂੰ ਨਹੀਂ ਆਹ ਦਿੱਤੀ, ਉਹਨੂੰ ਲਾਗੇ ਖਿਲਾਰ ਲਿਆ, ਮੈਨੂੰ ਨਹੀਂ ਲਾਗੇ ਖਿਲਾਰਿਆ, ਤੇ ਅਸੀਂ ਕਹਿ ਦਿੰਦੇ ਹਾਂ ਲਓ ਛੁੱਟੀ ਚੱਲੀਏ ਆਪਾਂ ਘਰਾਂ ਨੂੰ।
ਸੇਵਾਦਾਰ ਦੀ ਗੱਲ ਹੋ ਰਹੀ ਹੈ। ਕਹਿੰਦੇ ਅਬ ਜਦੋਂ ਭਾਈ ਮੰਝ ਨੇ ਸੁਣਿਆ, ਜਦੋਂ ਉਹਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਇਹ ਫਰਮਾਇਆ ਹੈ, ਤੇ ਇਹ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਨਾ-ਕਾਨੀ ਕੀਤੀ। ਕਹਿਣ ਲੱਗੇ ਬਈ ਸਤਿਗੁਰ ਠੀਕ ਕਹਿੰਦੇ ਨੇ, ਮੇਰੀ ਗਲਤੀ। ਉਸ ਦਿਨ ਤੋਂ ਉਹਨਾਂ ਨੇ ਦੱਸਦੇ ਆ ਕਿ ਪਹਿਲਾਂ ਸਵੇਰੇ ਤੜਕੇ ਉੱਠ ਕੇ ਜਾਣਾ, ਪਹਿਲਾਂ ਇੱਕ ਬਾਲਣ ਦੀ ਪੰਡ ਜਿਹੜੀ ਆ ਵੱਢ ਕੇ ਉਹ ਬਾਜ਼ਾਰ ਵੇਚ ਕੇ ਆਉਣੀ, ਦੂਸਰੀ ਪੰਡ ਜਿਹੜੀ ਸੀ ਉਹ ਲੰਗਰ ਦੇ ਵਿੱਚ ਪਾਉਣੀ, ਤੇ ਜਿਹੜੀ ਪਹਿਲੀ ਵੇਚੀ ਪੰਡ 'ਚ ਜੋ ਉਹਦੇ 'ਚੋਂ ਪੈਸੇ ਆਉਣੇ, ਉਹਦੇ ਨਾਲ ਆਪਣਾ ਰਾਸ਼ਨ ਜਿਹੜਾ ਸੀ ਉਹਨਾਂ ਨੇ ਆਪਣਾ ਫੁਲਕਾ ਜੋ ਵੀ ਉਹਦਾ ਨਿਰਵਾਹ ਕਰਨਾ ਸ਼ੁਰੂ ਕੀਤਾ। ਤੇ ਕੀ ਇਹ ਸਤਿਗੁਰਾਂ ਤੋਂ ਸਭ ਕੁਛ ਵੱਖਰਾ ਹੁੰਦਾ? ਉਹਨਾਂ ਨੂੰ ਦੇਖਦੇ ਨਹੀਂ ਪਏ। ਔਰ ਇੱਕ ਦਿਨ ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਜੰਗਲ ਦੇ ਵਿੱਚ ਉਹ ਲੈਣ ਗਏ, ਤੇ ਉੱਥੇ ਰਸਤੇ ਦੇ ਵਿੱਚ ਜਦੋਂ ਲੈ ਕੇ ਆ ਰਹੇ ਸੀ ਉਹ, ਤੇ ਹਨੇਰਾ ਹੋ ਗਿਆ ਸ਼ਾਮ ਨੂੰ, ਤੇ ਕਹਿੰਦੇ ਬੜਾ ਤੂਫਾਨ, ਬੜਾ ਜਿਹੜਾ ਹਨੇਰੀ ਆਵੇ, ਤੇ ਉਹ ਜਿਸ ਤਰ੍ਹਾਂ ਹਨੇਰੀ ਦੇ ਵਿੱਚ ਬੰਦਾ ਧੱਕਿਆ ਹੀ ਜਾਂਦਾ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਬਾਲਣ ਦੀ ਪੰਡ ਚੁੱਕੀ ਸੀ, ਉਹ ਪਤਾ ਨਹੀਂ ਲੱਗਾ, ਕਿਤੇ ਪੈਰ ਕਿਤੇ ਇੱਧਰ ਉੱਧਰ, ਤੇ ਉਹ ਕਿਤੇ ਖੂਹ ਸੀ ਕੋਈ ਜਿਹੜਾ ਜਿਸ ਤਰ੍ਹਾਂ ਹੁੰਦਾ, ਕਹਿੰਦੇ ਉਸ ਖੂਹ ਦੇ ਵਿੱਚ ਕਹਿੰਦੇ ਜਾ ਪਏ। ਪੁਰਾਣਾ ਕੋਈ ਖੂਹ ਪਿਆ ਸੀ, ਥੋੜ੍ਹਾ ਬਹੁਤਾ ਕੋਈ ਪਾਣੀ ਸੀ, ਜ਼ਿਆਦਾ ਪਾਣੀ ਨਹੀਂ ਸੀ ਉਹਦੇ ਵਿੱਚ, ਪਰ ਖੂਹ ਡੂੰਘਾ ਸੀ, ਉਹਦੇ ਵਿੱਚ ਡਿੱਗ ਪਏ। ਕਹਿੰਦੇ ਉੱਧਰ ਸਤਿਗੁਰ ਬੈਠੇ, ਉੱਧਰ ਉਹਨਾਂ ਨੂੰ ਵੀ ਕਿਹੜੀ ਖਬਰ, ਉਸੇ ਵੇਲੇ ਇਤਿਹਾਸ ਇਸ ਤਰ੍ਹਾਂ ਦੱਸਿਆ ਕਿ ਖਬਰ ਪਹੁੰਚ ਗਈ, ਪਤਾ ਪੁੱਛ ਲਿਆ, ਕਰ ਲਿਆ, ਜਿਸ ਤਰ੍ਹਾਂ ਵੀ ਸੀ। ਭੱਜੇ ਆਏ ਉੱਥੋਂ ਸਾਰੇ ਸੇਵਾਦਾਰ, ਜਦੋਂ ਪਤਾ ਚੱਲਿਆ, ਤੇ ਕਹਿੰਦੇ ਸਤਿਗੁਰ ਵੀ ਨਾਲ ਹੀ ਆ ਗਏ। ਰੱਸਾ ਨਾਲ ਫੜਿਆ ਕਿਸ ਤਰ੍ਹਾਂ, ਤੇ ਕਹਿੰਦੇ ਆ ਕਿ ਆਣ ਕੇ ਜਦੋਂ ਰੱਸਾ ਲਮਕਾਇਆ ਵਿੱਚ, ਪਤਾ ਆਵਾਜ਼ ਮਾਰੀ ਹੈ ਪਹਿਲਾਂ ਮੰਝ, ਕਹਿੰਦਾ ਹਾਂਜੀ, ਪੁੱਛਿਆ ਠੀਕ ਠਾਕ ਹੀ ਹੈ, ਕਹਿੰਦੇ ਹਾਂਜੀ। ਕਹਿਣ ਲੱਗਿਆ ਰੱਸਾ ਲਮਕਾਉਣ ਲੱਗਿਆ ਤੇ ਬਾਹਰ ਆਇਆ। ਜਦੋਂ ਕਹਿੰਦੇ ਰੱਸਾ ਲਮਕਾਇਆ ਉਹਨਾਂ ਨੇ, ਤੇ ਉਹਨੇ ਇਹ ਨਹੀਂ ਕਿਹਾ, ਕਹਿਣ ਲੱਗਾ ਮਹਾਰਾਜ ਪਹਿਲਾਂ ਜਿਹੜੀ ਸੇਵਾ ਜਿਹੜੀ ਹੈ, ਪਹਿਲਾਂ ਇਹਨੂੰ ਮਨਜ਼ੂਰ ਕਰੋ, ਮੇਰੀ ਸੇਵਾ, ਪਹਿਲਾਂ ਜਿਹੜਾ ਬਾਲਣ ਹੈ ਇਹਨੂੰ ਬਾਹਰ ਕੱਢੋ, ਫਿਰ ਮੈਂ ਆਵਾਂਗਾ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਆ ਜਾ ਬਾਹਰ। ਕਹਿੰਦੇ ਨਹੀਂ, ਮੇਰੀ ਸੇਵਾ ਜਿਹੜੀ ਨਾ ਕਿਤੇ ਰਹਿ ਜਾਵੇ, ਇਹ ਬਾਲਣ ਪਹਿਲਾਂ ਜਿਹੜਾ ਬਾਹਰ ਕੱਢ ਲਓ, ਕਿ ਸੰਗਤ ਨੇ ਫੁਲਕਾ ਖਾਣਾ, ਇਹ ਭਿੱਜ ਗਿਆ, ਤੇ ਬਈ ਫਿਰ ਕਿਸ ਤਰ੍ਹਾਂ ਗੱਲ ਬਣੇਗੀ। ਕਹਿੰਦੇ ਪਹਿਲਾਂ ਉਹਨੂੰ ਕੱਢਿਆ, ਤੇ ਉਸ ਚਿੱਕੜ ਦੇ ਵਿੱਚ ਆਪ, ਜਿੱਥੇ ਥੱਲੇ ਖੂਹ ਦੇ ਵਿੱਚ ਪੁਰਾਣਾ ਹੈਗਾ ਸੀ, ਚਿੱਕੜੀ ਹੋਇਆ ਪਿਆ ਸੀ, ਤੇ ਬਾਅਦ ਦੇ ਵਿੱਚ ਕਹਿੰਦੇ ਜਦੋਂ ਰੱਸਾ ਲਮਕਾ ਕੇ ਉਹਨੂੰ ਬਾਹਰ ਕੱਢਿਆ, ਤੇ ਸਾਰੇ ਕੱਪੜੇ ਆ, ਮੂੰਹ ਸਿਰ ਲਿਬੜਿਆ ਪਿਆ, ਉਸ ਚਿੱਕੜ ਦੇ ਨਾਲ ਲਿਬੜਿਆ ਪਿਆ, ਚਿੱਕੜ ਦੇ ਨਾਲ ਲਿਬੜਿਆ ਪਿਆ। ਤੇ ਸਤਿਗੁਰਾਂ ਨੇ ਉਹਨੂੰ, ਕਿਉਂਕਿ ਇਹ ਜਿਹੜਾ ਚਿੱਕੜ ਹੈ ਜਿਹੜਾ ਬਾਹਰ ਦਾ, ਅਸੀਂ ਕਹਿੰਦੇ ਹਾਂ ਸੇਵਾ ਕਰਦੇ ਹਾਂ ਇਸ ਤਰ੍ਹਾਂ, ਪਰ ਬਈ ਸਤਿਗੁਰ ਤੇ ਜਿਹੜਾ ਸਾਡੇ ਅੰਦਰ ਮਨ ਦਾ ਚਿੱਕੜ ਆ, ਉਹਦੇ ਕਰਕੇ ਨਹੀਂ ਸਾਡੇ ਲਾਗੇ ਆਉਂਦੇ, ਜਿਹੜਾ ਮਨ ਚਿੱਕੜ ਨਾਲ ਭਰਿਆ ਹੈ। ਇਸ ਚਿੱਕੜ ਦੀ ਨਹੀਂ ਉਹਨਾਂ ਨੂੰ, ਇਹ ਕਿਹੜੀ ਕੋਈ ਗੱਲ ਹੈ। ਕਹਿੰਦੇ ਉਸੇ ਵੇਲੇ ਉਹਦੀ ਬਾਂਹ ਫੜ ਕੇ ਖਿੱਚ ਕੇ ਆਪਣੇ ਗਲੇ ਨਾਲ ਲਾ ਲਿਆ, ਗਲੇ ਨਾਲ ਲਾ ਕੇ ਉਹਨਾਂ ਘੁੱਟ ਕੇ, ਜਿਸ ਤਰ੍ਹਾਂ ਗਲਵੱਕੜੀ ਨਹੀਂ ਪਾ ਲਈ ਦੀ, ਇਸ ਤਰ੍ਹਾਂ ਗਲਵੱਕੜੀ ਪਾ ਲਈ, ਤੇ ਉਸੇ ਵੇਲੇ ਬਚਨ ਛੱਡ ਦਿੱਤੇ। ਬਚਨ ਛੱਡਣੇ ਜਿਸ ਤਰ੍ਹਾਂ ਵਰ ਦੇਈਦੇ, ਵਰ ਦੇਣੇ ਉਹਨੂੰ ਸਟਾਰਟ ਕਰ ਦਿੱਤੇ। ਉੱਥੇ ਸਤਿਗੁਰਾਂ ਨੇ ਫਰਮਾਇਆ ਕਿ ਗੁਰੂ ਪਿਆਰਾ ਮੰਝ ਕੋ, ਗੁਰੂ ਪਿਆਰਾ ਮੰਝ ਕੋ, ਮੰਝ ਗੁਰੂ ਪਿਆਰਾ, ਮੰਝ ਗੁਰੂ ਕਾ ਬਹੁਤਾ, ਜਗ ਲੰਘਣ ਹਾਰਾ। ਕਿੱਡੀ ਵੱਡੀ ਦਇਆ ਕਰ ਦਿੱਤੀ, ਕਿੱਡਾ ਵੱਡਾ ਵਚਨ ਛੱਡ ਦਿੱਤਾ। ਅੱਜ ਵੀ ਜੇ ਅਸੀਂ ਉਹਨਾਂ ਦੇ ਵਚਨਾਂ ਨੂੰ, ਉਸ ਜਿਸ ਤਰ੍ਹਾਂ ਉਹਨਾਂ ਦੀ ਉਹ ਸ਼ੋਭਾ ਸੁਣ ਕੇ, ਜੋ ਵੀ ਕਿਸ ਤਰ੍ਹਾਂ ਉਹਨਾਂ ਨੇ ਸਤਿਗੁਰਾਂ ਨੂੰ ਪਾਇਆ, ਜੇ ਅਸੀਂ ਉਸ ਚੀਜ਼ ਨੂੰ ਸਮਝ ਜਾਂਦੇ ਹਾਂ, ਤੇ ਅਸੀਂ ਵੀ ਇਸ ਭਵ ਸਾਗਰ ਤੋਂ ਲੰਘ ਜਾਵਾਂਗੇ। ਪਤਾ ਚੱਲ ਜਾਏਗਾ ਕਿ ਸੇਵਾਦਾਰ ਦੀ ਰਹਿਣੀ, ਇੱਕ ਨਮੂਨਾ ਪੇਸ਼ ਕਰ ਦਿੱਤਾ ਕਿ ਸੇਵਾ ਹੁੰਦੀ ਕੀ ਹੈ, ਸੇਵਾਦਾਰ ਹੁੰਦਾ ਕੀ ਹੈ। ਕਹਿੰਦੇ ਸੇਵਾ ਬਿਨ ਸੇਵਕ ਨਾ ਹੋਈ, ਜੇ ਸੇਵਾ ਨਹੀਂ ਹੈਗੀ ਤੇ ਇਹ ਸੇਵਾਦਾਰ ਕਿਸ ਤਰ੍ਹਾਂ ਹੈ, ਇਹ ਸੇਵਕ ਕਿਸ ਤਰ੍ਹਾਂ ਹੈ। ਆਪਣੇ ਆਪ ਨੂੰ ਕੋਈ ਬਾਹਾਂ ਤਾਂ ਉੱਚੀਆਂ ਕਰਨ ਨਾਲ ਕੋਈ ਹੋਣਾ ਕਿ ਮੈਂ ਸੇਵਾਦਾਰ, ਮੈਂ ਸੇਵਾਦਾਰ, ਇਸ ਤਰ੍ਹਾਂ ਕੋਈ ਸੇਵਾਦਾਰ ਥੋੜ੍ਹਾ ਬਣ ਜਾਣਾ। ਵਚਨ ਛੱਡ ਦਿੱਤੇ ਉਸੇ ਵੇਲੇ ਨਾਲ। ਸਤਿਗੁਰ ਦਇਆ ਕਿਰਪਾ ਕਰਨ, ਐਸੀ ਸੇਵਾਦਾਰੀ ਬਖਸ਼ ਦੇਣ। ਬਾਹਰ ਦੀਆਂ ਦੌਲਤਾਂ ਚੌਲਤਾਂ ਇਹ ਕੀ ਚੀਜ਼ਾਂ ਨੇ, ਇਹ ਤੇ ਬੰਧਨ ਨੇ ਬਾਹਰ ਦੇ, ਠੀਕ ਹੈ ਚੱਲਦੇ ਨੇ, ਪਰ ਸਤਿਗੁਰ ਇਹ ਨਹੀਂ ਕਿ ਕੋਈ ਕਿਸੇ ਤਰ੍ਹਾਂ ਦੇ ਐਡੀ ਕੋਈ ਕਰਦੇ, ਕਿਸੇ ਤਰ੍ਹਾਂ ਇੰਨੇ ਨਿਰਦਈ ਨਹੀਂ ਹੈ। ਉਹ ਦਇਆ ਕਰਦੇ ਨੇ, ਕਿਰਪਾ ਕਰਦੇ ਨੇ, ਪਰ ਆਪਾਂ ਹੀ ਜਿੱਦਾਂ ਕਹਿੰਦੇ ਆ ਕਿ ਬੈਠੇ ਆ ਪਹਿਲਾਂ ਹੀ ਧੱਕੇ ਖਾਣ ਨੂੰ, ਜਿਸ ਤਰ੍ਹਾਂ ਬੈਠੇ ਹੁੰਦੇ ਆ, ਉਸੇ ਤਰ੍ਹਾਂ ਹੀ ਸਾਡੀ ਰਹਿਣੀ ਹੋ ਗਈ ਹੈ। ਮਨ 'ਚ ਪਹਿਲਾਂ ਸੱਚੀ ਚਾਹ ਹੋਵੇ, ਚਾਹ ਤਾਂ ਹੋਵੇ ਪਹਿਲਾਂ ਉਸ ਚੀਜ਼ ਦੀ। ਅਸੀਂ ਤੇ ਕਦੀ ਸਮਝਿਆ ਨਹੀਂ। ਉਹਨਾਂ ਨੇ ਆਪ ਸਤਿਗੁਰਾਂ ਨੇ ਕਿੱਡੀ ਮਤਲਬ ਤਾਕਤ ਹੁੰਦੇ ਹੋਇਆ ਬਾਣੀ ਲਿਖੀ ਹੈ, ਕਿਹਾ ਕੋਈ ਆਣ ਮਿਲਾਵੇ ਸਾਨੂੰ ਸਮਝਾਉਣ ਵਾਲਾ। ਅਸੀਂ ਤਾਂ ਕਹਿੰਦੇ ਅਸੀਂ ਤਾਂ ਮਿਲੇ ਪਏ ਹਾਂ, ਸਾਨੂੰ ਕੀ ਲੋੜ ਹੈ, ਅਸੀਂ ਤਾਂ ਮਿਲੇ ਪਏ ਹਾਂ। ਪਰ ਇਸ ਤਰ੍ਹਾਂ ਸਤਿਗੁਰਾਂ ਦੇ ਵਚਨ ਸੀ,
ਉੱਠਦਾ ਨਹੀਂ ਹੈ, ਰੋਂਦਾ ਨਹੀਂ, ਅਰਦਾਸ ਨਹੀਂ ਕਰਦਾ ਕਿ ਮੈਂ ਲੁੱਟਿਆ ਜਾ ਰਿਹਾ, ਮੇਰਾ ਮਨ ਮੇਰਾ ਧੋਖਾ ਦਿੰਦਾ ਪਿਆ ਮੈਨੂੰ, ਮੇਰਾ ਮਨ ਮੇਰੇ ਕੰਟਰੋਲ 'ਚ ਨਹੀਂ ਹੈ, ਮੇਰੇ ਕਹਿਣੇ 'ਚ ਨਹੀਂ ਹੈ, ਮੇਰੇ 'ਤੇ ਕਿਰਪਾ ਕਰੋ। ਸਗੋਂ ਕਹਿੰਦਾ ਬੜੀ ਕਿਰਪਾ ਮੇਰੇ 'ਤੇ, ਮੇਰੇ ਵਰਗਾ ਤਾਂ ਸਿੱਖ ਹੀ ਕੋਈ ਨਹੀਂ ਹੈਗਾ ਹੋਰ ਕੋਈ। ਪਰ ਉਹ ਐਡੀ ਤਾਕਤ ਹੁੰਦਿਆਂ ਹੋਇਆਂ ਵੀ ਕਿਸ ਤਰ੍ਹਾਂ ਬੇਨਤੀਆਂ ਕਰ ਰਹੇ ਨੇ। ਔਰ ਦੱਸਿਆ ਉਹਨਾਂ ਨੇ ਕਿਹਾ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਕਿ ਸਤਿਗੁਰੂ ਜੀ ਜੇ ਸੁੱਖ ਬਖਸ਼ਦੇ ਹੋ ਤਾਂ ਤੁਹਾਡੀ ਕਿਰਪਾ ਹੈ, ਤੁਹਾਡਾ ਹੀ ਬਖਸ਼ਿਆ ਸਭ ਕੁਛ ਹੈ। ਤੇ ਜੇ ਕੋਈ ਦੁੱਖ ਵੀ ਆ ਜਾਂਦਾ ਹੈ ਤੇ ਸਤਿਗੁਰੂ ਜੀ ਫਿਰ ਵੀ ਮੈਂ ਉਸ ਤੋਂ ਪਿੱਛੇ ਨਹੀਂ ਹਟਾਂਗਾ ਕਦੀ। ਤੁਸੀਂ ਇੱਕ ਵਾਰੀ ਮੈਨੂੰ ਦਰਸ਼ਨ ਦਿਓ, ਮੈਨੂੰ ਮੇਰੀ ਦਇਆ ਕਰੋ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣਾ ਸੇਵਾਦਾਰ ਬਣਾ ਲਓ। ਕੋਈ ਸੁੱਖ ਦੁੱਖ ਮੈਂ ਨਹੀਂ ਮੰਗਦਾ ਤੁਹਾਡੇ ਕੋਲੋਂ, ਜੋ ਤੁਸੀਂ ਬਖਸ਼ੋਗੇ ਮੈਨੂੰ ਸਭ ਕੁਛ ਹੀ ਮਨਜ਼ੂਰ ਹੀ ਮਨਜ਼ੂਰ ਹੈ। ਹਾਂਜੀ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾਈ। ਕਿਉਂਕਿ ਸੁੱਖ ਕਾਹਦੇ ਵਿੱਚ ਹੋਣਾ ਹੈ? ਹੁਕਮ ਮੰਨਣ ਦੇ ਵਿੱਚ। ਸਿੱਖ ਵਾਸਤੇ ਉਹ ਜਿਹੜਾ ਵੱਡਾ ਉਹਦਾ ਜਿਹੜਾ ਪ੍ਰਸ਼ਾਦ ਹੈ ਉਹ ਕੀ ਹੈ? ਗੁਰੂ ਦੀ ਆਗਿਆ। ਜੋ ਗੁਰੂ ਦੀ ਆਗਿਆ ਹੈ ਜਿੱਥੇ ਰੱਖਦੇ ਨੇ ਉਹਦੇ ਵਿੱਚ ਹੀ ਉਹ ਰਾਜੀ ਹੈ। ਤੇ ਕੀ ਕਿਹਾ ਕਿ ਜੇ ਭੁੱਖ ਦੇ ਤੇ ਇਤ ਹੀ ਰਾਜਾ। ਕਹਿੰਦੇ ਕਿ ਜੇ ਤੁਸੀਂ ਮੈਨੂੰ ਸੱਚੇ ਪਾਤਸ਼ਾਹ ਭੁੱਖ ਵੀ ਬਖਸ਼ ਦਿੰਦੇ ਹੋ ਤੇ ਮੈਂ ਉਹਨੂੰ ਵੀ ਤੁਹਾਡਾ ਪ੍ਰਸ਼ਾਦ ਸਮਝ ਕੇ ਕਿ ਤੁਹਾਡਾ ਦਿੱਤਾ ਪ੍ਰਸ਼ਾਦ ਭੁੱਖ ਵੀ ਉਹਦੇ ਨਾਲ ਹੀ ਮੈਂ ਰੱਜ ਜਾਵਾਂਗਾ। ਮੈਂ ਇਹ ਨਹੀਂ ਕਿ ਮੈਨੂੰ ਭੁੱਖ ਦਿੱਤੀ ਹੈ ਤੇ ਮੈਂ ਕੋਈ ਲਾਲ ਕਰਦਾ ਪਿਆ, ਉਹ ਵੀ ਤਾਂ ਤੁਹਾਡਾ ਪ੍ਰਸ਼ਾਦ ਹੈ, ਤੁਸੀਂ ਦਿੱਤਾ ਹੈ ਨਾ ਮੈਨੂੰ। ਜੇ ਤੁਸੀਂ ਦਿੱਤਾ ਹੈ ਤੇ ਮੈਂ ਉਹਦੇ ਵਿੱਚ ਹੀ ਮੈਂ ਰੱਜ ਜਾਣਾ ਹੈ ਤੇ ਦੁੱਖ ਵਿੱਚ ਸੁੱਖ ਮਨਾਈ। ਉਹਦੇ ਵਿੱਚ ਵੀ ਮੈਂ ਹਮੇਸ਼ਾ ਹੀ ਸੁਖੀ ਆਪਣੇ ਆਪ ਨੂੰ ਜਾਣਾਂਗਾ। ਉਹੀ ਮੇਰੇ ਵਾਸਤੇ ਸੁੱਖ ਹੈ ਕਿ ਜੇ ਤੁਹਾਡਾ ਵਚਨ ਮੰਨਿਆ ਜਾਵੇ, ਚਾਹੇ ਉਹ ਬਾਹਰਲੇ ਤੌਰ 'ਤੇ ਭਾਵੇਂ ਉਹਨੂੰ ਲੱਗ ਵੀ ਰਿਹਾ, ਦੁੱਖ ਲੱਗ ਰਿਹਾ, ਕੁਛ ਵੀ ਹੈ, ਪਰ ਸਤਿਗੁਰੂ ਜੀ ਤੁਹਾਡੀ ਕਿਰਪਾ ਜੋ ਵੀ ਤੁਸੀਂ ਮੈਨੂੰ ਬਖਸ਼ੋਗੇ। ਕਿਉਂਕਿ ਪਹਿਲਾਂ ਜਿਸ ਤਰ੍ਹਾਂ ਵਚਨ ਫਰਮਾਇਆ ਸੀ ਦਰਸ਼ਨ ਹਰ ਦੇਖਣ ਕੇ ਤਾਈਂ, ਉਹਦੇ ਵਾਸਤੇ ਇਹ ਚੀਜ਼ਾਂ ਕੁਛ ਵੀ ਨਹੀਂ ਹੈਗੀਆਂ। ਜੇ ਮੇਰੀ ਚਾਹ ਐਡੀ ਵੱਡੀ ਮੈਂ ਰੱਖੀ ਪਿਆ ਹੈ ਤੇ ਮੈਨੂੰ ਪਤਾ ਹੈ ਉਹਦੇ ਵਾਸਤੇ ਕੀ ਕੁਰਬਾਨੀ ਹੈ। ਜੇ ਜਿਸ ਤਰ੍ਹਾਂ ਵੀ ਤੁਸੀਂ ਮੈਨੂੰ ਰੱਖੋਗੇ, ਮੈਨੂੰ ਭੁੱਖਿਆਂ ਵੀ ਰੱਖੋਗੇ ਤੇ ਮੈਂ ਰਾਜੀ ਹਾਂ। ਮੈਂ ਕੋਈ ਵੀ ਤੁਹਾਡੇ ਅੱਗੇ ਕਦੀ ਸ਼ਿਕਾਇਤ ਨਹੀਂ ਕਰਾਂਗਾ ਕਿ ਮੈਨੂੰ ਕੋਈ ਆਹ ਦੁਖੀ ਆ, ਮੈਂ ਆਹ ਦੁੱਖ ਆ ਮੈਨੂੰ। ਮੈਂ ਹਰ ਇੱਕ ਦੁੱਖ ਜਿਹੜਾ ਸਹਿਣ ਨੂੰ ਤਿਆਰ ਆ, ਉਹ ਮੇਰੇ ਵਾਸਤੇ ਸੁੱਖ ਹੀ ਹੈ। ਹਾਂਜੀ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੁਣ ਵਚਨ ਫਰਮਾਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ। ਹੁਣ ਅਸੀਂ ਉਹਨਾਂ ਨੇ ਕਿਹਾ ਕਿ ਤਨ ਮਨ ਕਾਟ, ਤੇ ਕੀ ਕਰਾਂਗੇ ਕਿ ਬਾਹਾਂ ਵੱਢ ਕੇ ਉੱਥੇ ਸੁੱਟ ਦੇਵਾਂਗੇ ਜਾਂ ਲੱਤਾਂ ਵੱਢ ਕੇ ਸੁੱਟ ਦੇਵਾਂਗੇ? ਜਾਂ ਮਨ ਉਹਨਾਂ ਨੇ ਕਿਹਾ ਤੇ ਮਨ ਕੋਈ ਕਿ ਅੰਦਰੋਂ ਕੋਈ ਦਿਲ ਕੱਢ ਕੇ ਹਿਰਦਾ ਕੱਢ ਕੇ ਬਾਹਰ ਰੱਖ ਦੇਵਾਂਗੇ ਕਿ ਆ ਲਓ ਫੜੋ ਜੀ। ਕਿਉਂਕਿ ਇਹ ਬੜਾ ਸੌਖਾ ਹੈ। ਆਮ ਅਸੀਂ ਕਹਿ ਦਿੰਦੇ ਹਾਂ ਮਹਾਰਾਜ ਜੀ ਹੁਕਮ ਕਰੋ, ਮੈਂ ਤਾਂ ਗਰਦਨ ਵੱਢ ਕੇ ਤੁਹਾਡੇ ਚਰਨਾਂ 'ਚ ਸੁੱਟ ਦਿੰਦਾ। ਮਰਨ ਮਰਾਉਣ ਨੂੰ ਤਾਂ ਜਿੱਦਾਂ ਦੁਨੀਆਦਾਰਾਂ 'ਚ ਤਿਆਰ ਰਹਿੰਦੇ ਨੇ ਨਿੱਕੀ ਨਿੱਕੀ, ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਬੜੀ ਵੱਡੀ ਚੀਜ਼ ਹੈ, ਪਰ ਨਹੀਂ, ਉਹ ਇਸ ਚੀਜ਼ ਦੀ ਨਹੀਂ ਗੱਲ ਕਰ ਰਹੇ। ਜਿਹੜਾ ਸਤਿਗੁਰਾਂ ਦੀ ਸੇਵਾ ਦੇ ਵਿੱਚ ਮਰਨਾ ਜਿਹੜਾ ਉਹ ਬੜਾ ਔਖਾ ਹੈ। ਹੁਣ ਕਿਹਾ ਕਿ ਤਨ ਮਨ ਕਾਟ ਕਾਟ ਸਭ ਅਰਪੀ। ਜਿਸ ਤਰ੍ਹਾਂ ਅਸੀਂ ਸੇਵਾ ਕਰਦੇ ਹਾਂ, ਸੇਵਾ ਕਰਦਿਆਂ ਤਨ ਜਿਹੜਾ ਦੁਖਦਾ, ਬਾਹਾਂ ਦੁਖਦੀਆਂ ਨੇ, ਲੱਤਾਂ ਦੁਖਦੀਆਂ ਨੇ, ਸਿਰ ਦੁਖਦਾ ਹੈ, ਇਹ ਸਭ ਮਨਜ਼ੂਰ ਸਾਡੇ ਸੇਵਾ ਦੇ ਵਿੱਚ ਕੱਟ ਕੇ ਜਦੋਂ ਉਹਨਾਂ ਦਾ ਹੀ ਬਖਸ਼ਿਆ ਸਭ ਕੁਛ ਹੈ, ਤੇ ਜਦੋਂ ਉਹਨਾਂ ਦੀ ਸੇਵਾ ਦੇ ਵਿੱਚ ਹੀ ਲੱਗ ਰਿਹਾ ਹੈ ਤੇ ਫਿਰ ਕਾਹਦੀ ਤੜਫਣਾ ਹੈ? ਫਿਰ ਕਾਹਦੇ ਵਾਸਤੇ ਉਹ ਚੀਜ਼ਾਂ? ਜਦੋਂ ਅਸੀਂ ਇੱਕ ਕਹਿ ਦਿੰਦੇ ਹਾਂ ਕਿ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਪਰ ਜੇ ਤੇ ਦਿਲੋਂ ਕਿਹਾ ਹੈ, ਜੇ ਤੇ ਵਾਕਈ ਹੀ ਇਹ ਭੇਟ ਕਰ ਦਿੱਤਾ ਹੈ
तो फिर कभी ये नहीं कहेगा। मैं कई बार दसिया है कि हुण तो बड़ा समा चेंज होंदा जा रहा है। सतगुर जिद्दां जिद्दां दा समा हुंदा है उहो जी साडे ते दया करदे पए ने, उदां ही उहो जिहे ढिले ढिले हो गए ने। हुण सेवा भी उहो जिहियां ढिलियां। पिछे देखिए इतिहास देखिए किन्नियां किन्नियां सिखां ने कुर्बानियां दित्तियां। कोई छोटियां कुर्बानियां सी कि अखां दे सामने उन्हां दे जिहड़े पुੱਤ सी बच्चे सी उन्हां जिहड़े वड्डे जिगरे मावां दे कि उन्हां दे वढ के अंग ते माला परो के उन्हां दे गलां च पा दिंदे सी। बंद बंद उन्होंने ऐ कट 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 के सुट दिते, रखड़ियां ते चढ़ा दिता। कोई सौखी गल नहीं सी। मैं थोड़े दिन पहला किसी ना गुरमत सिख ने उन्होंने फोन गल कर रहा सी कि सतगुरां दी सेवा दे विच भी असीं देखीए कि किन्नी गुरु महाराज जी ने सहूलतां सानूं दे दित्तियां ने। अज देखो बैठे हैं आराम दे नाल बैठे हैं, AC चल रहे हैं, ठंडी थां दे उत्ते कोई गल नहीं बात नहीं आ कि पहला सत्संग होने बाहर किते होने, इन्नी गर्मी होनी, कोई कभी कुछ कोई चाहिए कभी कुछ किसी चीज़ का बैठन नूं भुंजे बैठे हैं। असीं आप मैनूं पता मैं आप कई बार देखदा सोचदा है किस तरह का हुंदा सी। मैं कल ही दस रहा सी कि गुरु महाराज दी सेवा दे विच असीं इत्थे बाहर किते भंडारे ते होना, कई वारी दरियां ना पूरियां होणीਆਂ, संगत ज़्यादा होनी ते उस तरह जिथे होना पराली विछी होनी उत्ते उहदे उत्ते सौ जाना, सराहने ना मिलने, इट थले रखनी, बांह थले रख लैनी, उदां ही सौ जाना, कोई मच्छर नहीं, कोई गल नहीं बात नहीं। सेवादार बाकी सारे भी इस तरह करते सी। पर ज्यों ज्यों सतगुर दया करते हैं साडे ते साडा मन होर चौड़ा हुंदा जांदा है। गुरु महाराज जी ने एक सब तो पहला एक कुल्ली पाई सी इत्थे, उस कुल्ली दे विच ही सतगुरां ने बड़िया खुशी दे नाल उत्थे रहना। थोड़े दिन पहले गल कर रहे थे ना आप उसमें, जिस दिन कह रहे थे कि कौन आया सी, कोई सेवा का जिहड़ा मस्ताना है कि कौन सी, तो कहते कि गुरु महाराज जी बड़े उत्थे उच्ची उच्ची शब्द बोलते, कुल्ली दे विच बैठे हैं, चेहरे ते लालियां भखदियां पईयां ने, इधरों कोई बदल चढ़े, तूफान आया इन्नी जोर की, कहते शानी सारी उपरों उड गई। पर सतगुर फिर भी उस तरह ही, वो ये नहीं कि छन उड गई उपरों तो जां कोई बड़ा कोई उत्थे रौला पा दिता जां कोई लामे देने शुरू कर दे। सतगुरां दी दया देखिए, असीं भी तो सारिਆਂ ने देखिए समय। अज गुरु महाराज की दया कोई किसी चीज़ की कोई घाट नहीं, कमी नहीं। साडा मन आ हाथी वांगू खिलरदा जांदा, जिन्ना कि जिस तरह होर वधदा जांदा, होर वधदा जांदा, पूरा ही नहीं आउण च करदा उहदे ते। फिर असीं अपने आप नूं कहने भी सेवादार आ, अपने आप नूं सिख कहने, अपने आप नूं सेवक कहने आ। कोई कहंदा मैं फलाणे गुरु दा सिख आ, कोई कहंदा मैं फलाणे गुरु दा सिख आ, साडे गुरु महाराज जी इदां, साडे गुरु महाराज जी इदां। वो बई गुरु तो साडे ही आ सारे, साडा तुहाडा कित्थों आ गया? सारी दुनिया का। थोड़े दिन पहला आप सतगुरां दे वचन सुने, सतगुरु शरण गहो मेरे प्यारे, आदि कर्म जुगाद चुकाए। वो जो उन्होंने फरमाया कोई गुरु 2 4 5 6 नहीं है, एक ही गुरु, सारी दुनिया का एको ही गुरु है। फिर भी असीं अपने मन दे विच सोचीए कि असीं किन्ने सिक्ख्या और साडे हालात की ने। साडे ते सतगुरां दे चरनां दे विच अपने आप नूं भेंट कर देना। कहा कि तन मन काट काट सब अर्पी, विच अग्नि आप आप जलाई। आप जलाई किहड़ी है? अपने आप नूं। ये नहीं कि अग बाल के दे विच छाल मार दी, लो जी मैं जला लिता अपने आप नूं। आप कहंदे ने आपा भाव हौमे, जिहड़ी मैं साडे अंदर मैं जिस तरह चलती रहिंदी है। क्या कि विच अग्नि आप जलाई, कि सतगुर जी अपना तन मन मैं सारा कुछ ये भी सब कुछ जला दा, अपने उस सेवा दे विच मैं कट के अपने दे देवां, ते विच आपा भाव जिहड़ा मेरी हौमे आ उन्होंने मैं जला के राख कर देवां। जिहड़ी चीज़ जल गई मुक गई, फिर तो कई कह देने खत्म हो गई, हुण ते जल गई है जी। किते दबी होवे, किते रखी होवे, तो कढ लवांगे बाहर। जो जला ही दिती तो फिर तो खत्म हो गई वो चीज़। देखो किन्ने प्यारे वचन ने, किड्डे कीमती वचन ने, कित्थों चुन चुन के सतगुरां ने वो वचन जिहड़े ने वरते ने। है कि तन मन काट काट सब अर्पी, विच अग्नि आप जलाई। जिहड़ा अपना हौमे है, जिहड़ा अपना आपा भाव है, सतगुर जी मैं जला के इनू नष्ट कर देवां। हाँ जी।
ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ। ਹੁਣ ਜਿਸ ਤਰ੍ਹਾਂ ਮੈਂ ਪੁਰਾਣੀ ਗੱਲ ਕਰ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕੋਈ ਉਦੋਂ ਹੁਣ ਤੇ ਇੰਤਜ਼ਾਮ ਨੇ ਉਹਨਾਂ ਚੀਜ਼ਾਂ ਦੇ ਨੇ। ਪੁਰਾਣੇ ਜਿਸ ਤਰ੍ਹਾਂ ਸੇਵਾ ਜੋ ਸੇਵਾ ਹੁੰਦੀਆਂ ਸੀ, ਸੇਵਾ ਤਾਂ ਹਮੇਸ਼ਾ ਹੀ ਰਹਿੰਦੀਆਂ ਨੇ, ਕੋਈ ਸੇਵਾ ਬਦਲਦੀਆਂ ਨਹੀਂ। ਉਹ ਜਿਹੜੇ ਤਰੀਕੇ ਜਿਹੜੇ ਬਦਲ ਜਾਂਦੇ ਨੇ, ਸੇਵਾ ਤਾਂ ਹਮੇਸ਼ਾ ਚੱਲਦੀ ਰਹਿੰਦੀ ਹੈ। ਪਰ ਆਪਣੇ ਆਪ ਨੂੰ ਜੋ ਵੀ ਉਸ ਟਾਈਮ ਦੀ ਸੇਵਾ ਹੈ ਉਹਦੇ ਵਿੱਚ ਉਹਨਾਂ ਨੂੰ ਇੱਕ ਇੱਕ ਸੇਵਾ ਗਿਣ ਕੇ ਦੱਸ ਰਹੇ ਨੇ। ਪਹਿਲਾਂ ਉਹਨਾਂ ਨੇ ਕਿਹਾ ਕਿ ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੁਣ ਕਹਿੰਦੇ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਕਿ ਸਤਿਗੁਰੂ ਜੀ ਮੈਂ ਤੁਹਾਡੀ ਸੰਗਤ ਦੇ ਵਿੱਚ ਦੀ ਸੇਵਾ ਕਰਾਂ, ਉਹਨਾਂ ਦੇ ਵਾਸਤੇ ਪੱਖਾ ਫੇਰਾਂ। ਜਿਸ ਤਰ੍ਹਾਂ ਸੰਗਤ ਨੂੰ ਗਰਮੀ ਲੱਗਦੀ ਹੈ, ਕੋਈ ਲਾਈਟ ਨਹੀਂ ਹੁੰਦੀ, ਪਹਿਲਾਂ ਉਹੋ ਜਿਹੇ ਉਪਕਰਨ ਨਹੀਂ ਸੀ ਇਸ ਤਰ੍ਹਾਂ ਦੇ, ਤੇ ਮੈਂ ਉਹਨਾਂ ਦੀ ਵੀ ਸੇਵਾ ਕਰਾਂ, ਪੱਖਾ ਝੱਲਾਂ, ਉਹਨਾਂ ਨੂੰ ਪਾਣੀ ਢੋਵਾਂ। ਬਾਹਰੋਂ ਪਤਾ ਹੀ ਹੈ ਹੁਣ ਤੇ ਮਾੜੀ ਜਿਹੀ ਸੋਚਣ ਨੱਪੀ ਦਾ ਬੰਬੀਆਂ ਐਂ ਚੱਲਦੀਆਂ ਨੇ, ਪਾਣੀ ਕੱਢਦੀਆਂ ਨੇ। ਪਹਿਲਾਂ ਕਿਤੇ ਨਹਿਰਾਂ ਤੋਂ ਕੋਈ ਤਲਾਬਾਂ ਤੋਂ ਪਾਣੀ ਢੋ ਕੇ ਤੇ ਸਾਰੇ ਕੰਮ ਕਰਨੇ ਹਰ ਚੀਜ਼ ਨੂੰ। ਤੇ ਉਹਦੇ ਵਾਸਤੇ ਦੱਸਿਆ ਕਿ ਸਤਿਗੁਰੂ ਜੀ ਪੱਖਾ ਫੇਰਾਂ ਪਾਣੀ ਢੋਵਾਂ, ਸਾਰੀ ਸੇਵਾ ਕਰਾਂ। ਤੀਸਰੇ ਪਾਤਸ਼ਾਹੀ ਦਾ ਹੀ ਦੇਖਿਆ ਕਿ ਕਿੱਡਾ ਕਿ 72 ਸਾਲ ਦੀ ਏਜ ਆਯੂ ਦੇ ਵਿੱਚ ਵੀ ਕਿਸ ਤਰ੍ਹਾਂ ਐਡੀ ਦੂਰੋਂ ਪਾਣੀ ਲਿਆ ਕੇ ਆਪਣੇ ਸਤਿਗੁਰਾਂ ਨੂੰ ਇਸ਼ਨਾਨ ਕਰਾਉਂਦੇ ਸੀ ਸਵੇਰੇ ਰੋਜ਼। ਕੋਈ ਇੱਕ ਦਿਨ ਦੀ ਨਹੀਂ ਗੱਲ। ਸਵੇਰੇ ਉਹ ਅੰਮ੍ਰਿਤ ਵੇਲੇ ਤੋਂ ਪਹਿਲਾਂ ਪਤਾ ਨਹੀਂ ਕਿਹੜੇ ਰਾਤ ਹੀ ਉੱਠ ਕੇ ਚੱਲ ਪੈਣਾ, ਤੇ ਕਿੰਨੇ ਮੀਲ ਜਾਣਾ, ਕਿੰਨੇ ਮੀਲ ਆਉਣਾ, ਸਿਰ ਤੇ ਉਹ ਚੁੱਕ ਕੇ ਗਾਗਰ। ਸੇਵਾ ਤੇ ਸੇਵਾ ਹੀ ਹੈ ਨਾ। ਸੇਵਾ ਤੇ ਕੋਈ ਇਹ ਥੋੜਾ ਕਿ ਕੋਈ ਵੱਡੀ ਛੋਟੀ ਸੇਵਾ ਸੀ। ਜਿਹੜੀ ਆਪਣੇ ਆਪ ਨੂੰ ਮਿਲ ਗਈ, ਸਾਨੂੰ ਮਿਲ ਗਈ ਸੇਵਾ, ਉਹ ਸਾਡੇ ਵਾਸਤੇ ਜਿਹੜੀ ਵਧੀਆ ਹੈ। ਤੈਨੂੰ ਸੁਣਾਇਆ ਕਿ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਦੇਖੋ ਫਿਰ ਨਿਮਰਤਾ ਉਸ ਚੀਜ਼ ਦੇ ਵਿੱਚ। ਕਹਿੰਦੇ ਸੇਵਾ ਸਤਿਗੁਰੂ ਜੀ ਮੈਂ ਤੁਹਾਡੀਆਂ ਸਾਰੀਆਂ ਕਰਾਂਗਾ, ਪਰ ਮੰਗ ਨਹੀਂ ਕਰਾਂਗਾ ਕਿ ਮੈਨੂੰ ਆਹ ਨਹੀਂ ਦਿੱਤਾ ਜਾਂ ਆਹ ਨਹੀਂ ਦਿੱਤਾ। ਜੋ ਦੇਵੇ ਤੁਸੀਂ ਸੋ ਖਾਈ। ਜੋ ਵੀ ਕਿਸੇ ਤਰ੍ਹਾਂ ਦਾ ਮੈਨੂੰ ਮਿਲੇਗਾ ਲੰਗਰ ਦੇ ਵਿੱਚ, ਜੋ ਵੀ ਹੋਏਗਾ ਉਹ ਸਭ ਕੁਛ ਮੈਨੂੰ ਮਨਜ਼ੂਰ ਹੈ। ਮੈਂ ਪਹਿਲਾਂ ਵੀ ਅੱਜ ਕਰ ਰਿਹਾ ਸੀ ਥੋੜ੍ਹੇ ਦਿਨ ਪਹਿਲਾਂ ਵੀ ਕਿ ਕੀ ਸਾਡੇ ਅੰਦਰ ਅਸੀਂ ਆਪਣੇ ਆਪ ਨੂੰ ਸਮਝਦੇ ਕੀ ਹਾਂ। ਕਹਿੰਦੇ ਅਸੀਂ ਪੁਸ਼ਾਕ ਅਸੀਂ ਕੁਝ ਹੋਰ ਪਾਈ, ਅੰਦਰੋਂ ਕੁਝ ਹੋਰ ਆ। ਭੇਖ ਬਣਾਏ ਪਏ ਨੇ, ਕੱਪੜੇ ਕੋਈ ਹੋਰ ਰੰਗੇ ਪਾਏ ਨੇ, ਅੰਦਰ ਕੁਝ ਹੋਰ ਏ। ਉਹ ਗੱਲ ਕਿੱਦਾਂ ਬਣੇਗੀ? ਹੁਣ ਗਿੱਦੜ ਨੂੰ ਕੋਈ ਸ਼ੇਰ ਦੀ ਖਲ ਚ ਲਪੇਟ ਦੇਵਾਂਗੇ ਤੇ ਉਹ ਸ਼ੇਰ ਬਣ ਜਾਏਗਾ? ਉਹ ਗੱਲ ਨਹੀਂ ਬਣਨੀ। ਬਣਿਆ ਰਹੂਗਾ ਉਨੀ ਦੇਰ ਵਾਸਤੇ, ਪਰ ਜਦੋਂ ਕੋਈ ਚੀਜ਼ ਸਾਹਮਣੇ ਆ ਗਈ ਉਦੋਂ ਮਿੰਕਣੇ ਨਿਕਲ ਜਾਣੇ ਨੇ ਉਸ ਵੇਲੇ, ਉਦੋਂ ਨਹੀਂ ਗੱਲ ਬਣਨੀ ਹੈਗੀ। ਪਰ ਜੇ ਵਾਕਿਆ ਹੀ ਅਸਲ ਹੋਏਗਾ ਤੇ ਫਿਰ ਨਹੀਂ ਇਹਨੂੰ ਕੋਈ ਡਰ ਹੋਏਗਾ ਉਸ ਚੀਜ਼ ਦਾ। ਹੁਣ ਜਦੋਂ ਅਸੀਂ ਕਹਿੰਦੇ ਆਪਣੇ ਆਪ ਨੂੰ, ਮੈਂ ਪਹਿਲਾਂ ਵੀ ਕਈ ਵਾਰੀ ਪੁੱਛਿਆ ਕਿ ਅਸੀਂ ਦੇਖੀ ਆਪਣੇ ਵੱਲ ਨਜ਼ਰ ਮਾਰਨੀ ਸੀ, ਸਾਰੇ ਹੀ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਹੈ ਕੀ ਹਾਂ। ਅਸੀਂ ਬੜੇ ਰਾਜੇ ਮਹਾਰਾਜੇ ਹਾਂ, ਬੜੇ ਕੋਈ ਜੈਲਦਾਰ ਆ, ਕੋਈ ਵੱਡੇ ਕੋਈ ਸ਼ਾਹੂਕਾਰ ਆ, ਕਿ ਜਿਹੜੇ ਬਈ ਅਸੀਂ ਕਹਿੰਦੇ ਕੀ ਅਸੀਂ ਸੇਵਾਦਾਰ ਹਾਂ। ਜੇ ਅਸੀਂ ਤਾਂ ਨਹੀਂ ਕਦੇ ਆਪਣੇ ਆਪ ਨੂੰ ਕਦੀ ਕਿਸੇ ਨੇ ਨਹੀਂ ਆਣ ਕਿਹਾ ਕਿ ਮੈਂ ਜੈਲਦਾਰ ਆ, ਮੈਂ ਕੋਈ ਸ਼ਾਹੂਕਾਰ ਆ, ਮੈਂ ਕੋਈ ਬੜਾ ਵੱਡਾ ਕੋਈ ਹੈਗਾ ਹੈ। ਕੋਈ ਕਹਿੰਦੇ ਅਸੀਂ ਸੇਵਾਦਾਰ ਹਾਂ, ਪਰ ਉਹ ਗੱਲ ਉਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ੇਰ ਦੀ ਖਲ ਤੇ ਪਾਈ ਹੈ। ਜਦੋਂ ਸਾਹਮਣੇ ਕੋਈ ਆਉਂਦਾ ਫਿਰ ਸਾਡੀਆਂ ਚੀਕਾਂ ਨਿਕਲਦੀਆਂ। ਕਹਿੰਦੇ ਆਪਣੇ ਨੂੰ ਸੇਵਾਦਾਰ ਆ, ਜਦੋਂ ਕੋਈ ਐਸੀ ਸੇਵਾ ਲੱਗਦੀ ਹੈ, ਉਹ ਮੌਕਾ ਆਉਂਦਾ ਹੈ, ਫਿਰ ਅਸੀਂ ਰੋਣੇ ਪਿੱਟਦੇ ਹਾਂ। ਅਸੀਂ ਉਸ ਵੇਲੇ ਸਤਿਗੁਰ ਤੇ ਦੇਖਦੇ ਪਏ ਨੇ, 24 ਘੰਟੇ ਸਾਨੂੰ ਦੇਖਦੇ ਪਏ ਨੇ। ਸੇਵਾ ਕਿਹੜੀ ਸੇਵਾ ਹੈ ਜਿਹੜੀ ਉਹਨਾਂ ਦੀ ਦਇਆ ਤੋਂ ਬਗੈਰ ਹੋ ਰਹੀ ਹੈ? ਜਿੱਥੇ ਮਰਜ਼ੀ ਹੋਈਏ, ਜਿੱਥੇ ਮਰਜ਼ੀ ਕਰਦੇ ਹੋਈਏ, ਭਾਵੇਂ ਬਾਹਰੋਂ, ਭਾਵੇਂ ਕਿ ਆਪਾਂ ਦੂਸਰੇ ਦੇਸ਼ ਦੇ ਵਿੱਚ ਵੀ ਉਹ ਸੇਵਾ ਭਾਵਨਾ ਕਰ ਰਹੇ ਹਾਂ, ਤੇ ਬਈ ਉਹ ਜਾਣਦੇ ਨੇ, ਦਇਆ ਕਰਦੇ ਨੇ ਉਸ ਵੇਲੇ। ਪਰ ਅਸੀਂ ਆਪਣੇ ਆਪ ਨੂੰ ਜਦੋਂ ਫਿਰ ਕੁਛ ਗਿਣਦੇ ਹਾਂ ਤੇ ਫਿਰ ਹੀ ਅਸੀਂ ਉਹ ਚੀਜ਼ਾਂ ਕਰਦੇ ਹਾਂ। ਵੈਸੇ ਤਾਂ ਸਤਿਗੁਰਾਂ ਦੀ ਧਿਆਨ ਉਹ ਦੇਖੀਏ ਕਿ ਬਈ ਰਾਜੇ ਮਹਾਰਾਜੇ ਵੀ ਆ ਕੇ ਸਤਿਗੁਰਾਂ ਦੇ ਉਸ ਲੰਗਰਾਂ ਦੇ ਵਿੱਚ ਆਣ ਕੇ ਥੱਲੇ ਨਿਮਰਤਾ ਸਾਥ ਬੈਠ ਕੇ ਤੇ ਉਹ ਬਈ
फुलका प्रशादा जो भी खाते हैं, कहते ने प्रशाद है सब कुछ। ये वड्डा प्रशाद जिहड़ा है ये किसी कीमत ते नहीं मिलता। बाहरलियां चीज़ां लंगर लगते हैं, कह दें ना लंगर की एक रोटी दे दो जी, घर च वंड के, तो की घर रोटियां नहीं पकदियां। थोड़ा थोड़ा प्रशाद लैके जाने घर, कहने कि बई इन्ने जने घर भी एक रोटी दो रोटियां लैके तो जाके आपस च वंडते हैं। सुक्कियां भावें कोई चीज़ हो भी वंडते, कहदे वास्ते असीं कहने प्रशाद है, गुरु का लंगर है। पर जदों तक तो भाव है उदों तक तो लंगर है, उदों तक ठीक है। तो नहीं है तो कई बार असीं कह दिंदे खा लांगे रुक्खी सुक्खी जो भी हैगी है। अपने अंदर झाती मार के, जिस तरह मैं पहला बेनती की, देखिए कि असी किस चीज़ के लायक है। सतगुरुओं ने दया की, सानू कहते जैसे हम रुलते फिरते कोई बात ना पूछता, थोड़ा जो उस दायरे जो बाहर निकल जी, हो सकता है ये तो सतगुरुओं ने पर्दे ढके ने ना सारे। सतगुरुओं का दया वाला हथ हट जाए पिछे, तो जिस तरह बाजियां पै जांदियां ने फड़ के, उन्होंने दया कृपा के नाल ही सब कुछ हर पासे पूजा हो रही है। मैं कई बार अपनी गल कई करी दी है, कौन जानता कौन है सानू की है असी। पर उन्होंने हथ रखा है तो बई सारे पासे वो जी है जय जयकार होती है, ये उन्होंने दया कृपा है। तो इस चीज़ का हंकार ना करिए, मन के मैं ना लियाइए और कहिए कि आ चीज़ और मंगां जड़ियां ने, खास करके सतगुरां दी सेवा दे विच वो जड़ियां चीज़ां ने उन्होंने जिला उन्होंने कहा ना कि तन मन काट काट सब अरपी विच अग्नि आप जलाई। आपा जिहड़ा वही जलाउणा है। आपा की है जिहड़ियां ये आपा ही है, सारा ये सारा कुछ आपा भावें जिन्ना भी असीं वो चीज़ां करते हैं। जिहड़ा सिख है वो तो कहता महाराज जी मैनूं किते भी टिकाणा दे दो, बस तुहाडे दर्शन हुंदे रहण, मैनूं होर की चाहीदा है। जिस तरह मेरे जीवन का निर्वाह हो जाए, बस मेरे जीवन वास्ते जो चीज़ चाहिए है। जदों असीं कुछ समझते हैं फिर असीं मंगां करते हैं, फिर ये चीज़ां हुंदियां ने नहीं मैनूं तो आह चाहिदा है, आह मिलेगा तो मैं आह करांगा, आह होएगा तो मैं आह करांगा, नहीं आह नहीं होया तो मैं आह नहीं करांगा। तो वो फिर सेवादारी वाली भाव नहीं रह जाता। तो जे असीं और कई बार मैं दस्सिया है कि जिन्नियां भी नियामतां ने, जिन्ना भी भंडार ने, वो एक सिख वास्ते ही ने, होर किसी वास्ते नहीं है। जिस तरह हर एक रिश्ते के नाल कोई जुड़िया, जिस तरह कहते पति पत्नी, मां प्यो, भैन भरा, कोई भी जिहड़े जुड़े ने नाम, इस तरह ही गुरु के नाल किहदा नाम है सिख, गुरु सिख। गुरु के नालों गुरु को तो एक सिख ही कुछ लै सकता है, होर तो कुछ नहीं कोई लै सकता। उसकी जायदाद जी एक सिख वास्ते है। इस करके सिख बनी है सतगुरां दे, सिख बन गए तो सारे भंडार ये वास्ते खुले ने, फिर इन्हूं मंगण की लोड़ नहीं पैगी। जदों तक ये मंगदा पिया मंगता है, जदों तक असीं मंगी जाने मंगते हैं, पर जदों असीं उहदे नाल मिल गए, दाता दे नाल मिल गए, तो फिर ये भी दाता बन जाना। फिर इन्हूं कोई ये नहीं है, तो इन्हूं मिलण दा कोई टाइम नहीं लगता। इन्हूं सतगुर तो इन्हूं कोई मिलाउणा चाहुंदे ने, उन्होंने ये थोड़ा कि कोई टाइम रखा उन्होंने कि नहीं कोई यहो जिहा कोई जिस तरह कोई आज जो कोई शुभ समा आएगा वो वास्ते फलानी चीज़ होएगी। जिस तरह माँ बच्चे को गलवकड़ी च लैण वास्ते कोई टाइम रखती है, जिद्दां दा मर्जी हो, जो मर्जी हो, वो तो अपने बुक्कल च लैण नूं तैयार ही है। इस तरह ही साडे वास्ते भी कोई वो बंदिश नहीं है। पर जदों तक साडे मन दे विच वो हंकार है, वो चीज़ां ने, उदों तक असीं दूर है। मैं कहना कि मेरी मैं ने तेथों जुदा रखिया, साडी मैं ने जुदा रखिया है। जिन्ना जिन्ना साडे अंदर वो आपा भाव है, उन्ना उन्ना ही असीं उन्हां तों दूर है। जिन्नी मैं खत्म हो गई, उन्ना ही सानूं अपने नज़दीक लगन लग पैंदे। हाँ जी। पखा फेरी पानी टोवा, जो देवे सो खाई। नानक गरीब टे पया द्वारे, हर मेल ले हो वाडे आई।
ਰਾਧਾ स्वामी जी, राधा स्वामी जी। जिस तरह पहला दस्या है कि बचन तो काफ़ी सतगुरां दा वड्डा है, लंबा है। सतगुर बल बख्शण फिर इसते अगे फिर सतगुरां दे वचन लवांगे, अगे विस्तार दे नाल उहनूं समझण दी कोशिश करांगे। अज सतगुर इन्नी सेवा मंजूर करन, हर एक ही वचन उन्हां दा बड़ा कीमती है, वो ही समझ लग जाए वो भी साडे जीवन नूं बदल दिंदा है। ते वचन फरमाया कि नानक गरीब ढै पिया दवारे, हर मेल लह वड्याई। सब तो वड्डी सौखा काम ये हुई है। मेहनत कर करके ते बड़ी बड़ी इत्थे ऋषि मुनि सी जिहड़े हज़ारां साल तपस्या करके एक मन की माड़ी जी चीज़ तो डिगे ते फिर उत्थे उत्थे ही आ पे। इहदे विच एक थोड़ा बहुता साडा ठीक है, एक जगह तक साडा पुरुषार्थ काम करदा है, फिर उस तो बाद सतगुरां दी दया किरपा जिहड़ी है, जिहड़ा कहण खैंचे शब्द गुरु बलवान, वो तो फिर सतगुरां दे ही अगे फिर ताकत काम करती है। पर वो खिंचदा किनू है? अपने सिख नूं, सेवक नूं। सिख कौन है? वो तो सिख तो आप उहदे विच तो कुछ है ही नहीं, वो तो सब कुछ कहता गुरु का ही है। मेरा मुझ में कुछ नहीं, जो कुछ है सो तेरा। गरीब है, दास है, निमाणा है। वो बेनती कर रहा है कि नानक गरीब ढै पिया दवारे, कि सतगुर जी मैं तो गरीब हाँ, मैं तो निमाणा जिहा, मैं तुहाडे दवारे ते ढै पिया। जिस तरह असीं कहने ढै पई चीज़, जिस चीज़ कोई ढै जाती है, हाँ बिल्कुल कोई उहदे विच कोई रह नहीं जाती चीज़, बिल्कुल अपना अपना आपा जिहड़ा छड्ड दिता। कहते सतगुर जी दया करो, मैं तो गरीब बन के तुहाडे द्वारे ते ढै पिया है, मेरा कोई बल नहीं है, कोई मेरे को ऐसी कोई वड्याई नहीं है, ना मेरे को कोई अकल है, ना मेरा कोई दिमाग है, ना मेरा तन कोई एडा सुंदर है, कोई चीज़ मेरे को नहीं हैगी। बस तुसीं किरपा करो कि हर मेल लो वड्याई। ये तुहाडी वड्याई है, तुहाडी दया किरपा है कि तुसीं अपने आप मैनूं अपने नाल मिला लिओ। मेरे च कोई बल नहीं है। जे मैं मिलना चाहांगा तो मैं अपने बल नाल कदी नहीं मिल सकता। मैं चाहांगा कदी उस इस अखां नाल तुहाडे दर्शन कर ला तो मैनूं नहीं कदी हो सकदे। तुसीं किरपा करो कि वो अखां बख्शो मैनूं, तुसीं वो मैनूं समझ बख्शो, ऐसी दया करो कि जिहदे नाल मैं उस वचनां ते चल के तुहाडे नाल मिल जावां। तुसीं किरपा करके जिस तरह बच्चे नूं माँ या प्यो जिस तरह कहते फड़ के तां उठा के अपने गोदी च चुक लैंदा है, बच्चे ने कित्थों चढ़ जाना उपर? बच्चे को तो खलोण का भी नहीं, इन्नी ताकत नहीं हैगी लत्तां ते खलो भी जाए पैरों से। जदों असीं इन्ने निमाणे हो के गरीब बन के सतगुरां दे उत्थे ढै पैंदे आ तो सतगुरां दी किरपा जरूर मिलती है। सारे का सारा वचन जिहड़ा असीं पिछे जिहड़ा सुनिया आ उहदे विच उन्हां ने सिर्फ निमरता दे ही वचन कीते, सारे उस भगती दे ही गुर भगती दे ही वचन कीते कि गुर भगती हुंदी की है, किहनूं गुर भगती कहंदे ने। गुरु की भगती करनी है, मन की भगती नहीं करनी। गुरु नूं खुश करना है, मन नूं खुश नहीं करना। गुरमुख बनना है, मनमुख नहीं बनना। असीं गुरु नूं मुख रखना है, मन नूं मुख नहीं रखना कि जो मन कहता उधर नूं तुरे जाइए। क्योंकि स्वामी जी ने साफ ही फरमा दिता है कि मन के मते चलो मत कोई, सतगुरु कहें करो तुम सोई। उन्होंने कहा कि मन के पिछे ना चल। क्यों ना चल? कहते जे भौ में गोते दिलवाए। ਇਹਦਾ ਕੰਮ ਕੀ ਹੈ? ਇਹ ਭਉ ਸਾਗਰ ਦੇ ਵਿੱਚ ਡੋਬਦਾ ਹੈ। ਇਹ ਭਉ में गोते तिलवाए, मित्र ना जानो वैरी पूरा, गुर भगती से डारे दूरा। कहते मित्र ना, ਇਹਨੂੰ अपना मित्र ना बनाओ, ये तो वैरी है, होर कोई वैरी नहीं है, अपना मन ही वैरी है साडा। ਇਹੋ ਹੀ ਖਿਆਲ ਇਹੋ ਜਿਹਾ ਦਿੰਦਾ ਵਾ, ਬਾਰ ਬਾਰ ਗੁਰੂ ਦੇ ਨਾਲ ਗੱਲ ਦੇ ਨਾਲ ਲਾਉਣਾ ਚਾਹੁੰਦਾ ਹੈ, ਫਿਰ ਇਹਨੂੰ ਸੁੱਟਦਾ, ਭੁਆ ਕੇ ਸੁੱਟਦਾ। मित्र ना जानो वैरी जी पूरा, गुर भगती से डारे दूरा। ਇਹਦਾ होर कोई काम नहीं, इन्हें होर किसी दुनिया तो दूर नहीं करना। दुनिया नूं ते जफियां पवाएगा, काम करेगा, अगे गुर भगती तो दूर करेगा। गुर भगती से डारे दूरा, ਇਹਦਾ बस इन्ना ही काम है। सतगुर किरपा करन, दया करन, अपने बचनों के उत्ते चलण का बल बख्शण। असीं सच्चे सिख बन के, सच्चे सेवक बन के, सतगुरां दा बचन मन के सतगुरां दे नाल मिल जाइए, उन्हां दी गोद हंडाइए, ना कि अपनी मैं करदे होया अपना जिहड़ा जीवन है इहनूं बर्बाद कर लईए। सतगुरां दा नाम की है? हर एक
ਜੋ ਵੀ ਉਹਨਾਂ ਦੇ ਬਚਨ ਨੇ, ਜੋ ਸਾਡਾ ਉਹ ਸਾਨੂੰ ਹੁਕਮ ਲਗਾਉਂਦੇ ਨੇ, ਸਭ ਨਾਮ ਦੇ ਨਾਲ ਮਿਲਣ ਦੇ ਵਿੱਚ ਸਹਾਈ ਨੇ। ਪਰ ਜਦੋਂ ਅਸੀਂ ਉਹਨੂੰ ਨਹੀਂ ਉਹਦਾ ਧਿਆਨ ਰੱਖਦੇ ਤੇ ਫਿਰ ਅਸੀਂ ਆਪਣਾ ਆਤਮਘਾਤ ਆਪ ਹੀ ਕਰਦੇ ਹਾਂ। ਤੇ ਸਤਿਗੁਰ ਇੰਨੀ ਹਾਜ਼ਰੀ ਮਨਜ਼ੂਰ ਕਰਨ, ਬਲ ਬਖਸ਼ਣ ਸਾਨੂੰ ਆਪਣੇ ਹੁਕਮ 'ਚ ਚੱਲਣ ਦਾ, ਆਪਣੇ ਬਚਨਾਂ 'ਤੇ ਚੱਲਣ ਦਾ, ਤਾਂ ਜੋ ਅਸੀਂ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰ ਸਕੀਏ। ਆਪਣੇ ਮਾਣ ਵਡਿਆਈ ਨੂੰ ਛੱਡ ਕੇ ਸਤਿਗੁਰਾਂ ਦੀ ਗੋਦ ਜਿਹੜੀ ਹੈ ਉਹਦੇ 'ਚ ਅਸੀਂ ਸੁੱਖ ਮਾਣੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।